अस्सलाम वालेकुम जी। पंजाबी टॉक ਦੇ ਵਿੱਚ ਇੱਕ ਦਫਾ ਫਿਰ ਖੁਸ਼ ਆਮਦੇਦ ਆਖਦਾ ਤੁਹਾਨੂੰ। ਔਰ ਅੱਜ ਦਾ ਪ੍ਰੋਗਰਾਮ ਜਿਹੜਾ ਹੈ ਉਹ ਬੜਾ ਸਪੈਸ਼ਲ ਪ੍ਰੋਗਰਾਮ ਹੈ, ਕਿਉਂਕਿ ਕੱਲ ਦਾ ਦਿਨ ਜਿਹੜਾ ਹੈ ਉਹ ਪੂਰੀ ਦੁਨੀਆ ਦੇ ਵਿੱਚ ਪੰਜਾਬੀ ਜ਼ਬਾਨ ਮਾਦਰੀ ਜ਼ਬਾਨ ਜਿਹੜੀ ਹੈ, ਜਿਹੜੀ ਕਿ ਮਾਂ ਬੋਲੀ ਹੈ, ਉਸ ਤੋਂ ਰਿਲੇਟਡ ਮਨਾਇਆ ਜਾ ਰਿਹਾ। ਤੇ ਅੱਜ ਅਸੀਂ ਉਸ ਤੋਂ ਪਹਿਲੇ ਇੱਕ ਦਿਨ ਪਹਿਲੇ ਜਿਹੜਾ ਹੈ ਪੰਜਾਬੀ ਟਾਕ ਦੇ ਵਿੱਚ ਇੱਕ ਇਖਲਾਕਸਤਾਰ ਕਹਾਣੀਆਂ ਦੀ ਮੂੰਹ ਵਿਖਾਈ ਦੀ ਤਕਰੀਬ ਕਰ ਰਹੇ ਹਾਂ। ਔਰ ਇਹ ਸਪੈਸ਼ਲੀ ਜਿਹੜੀ ਕਿਤਾਬ ਲਿਖੀ ਗਈ ਹੈ, ਇਹ ਬਾਲਾਂ ਲਈ ਲਿਖੀ ਗਈ ਹੈ, ਔਰ ਕਿਸੇ ਵੀ ਕੌਮ ਲਈ ਜਿਹੜੇ ਬੱਚੇ ਹਨ ਉਹ ਉਹਨਾਂ ਦਾ ਸਰਮਾਇਆ ਹੁੰਦੇ ਨੇ। ਤੇ ਮੈਂ ਸਭ ਤੋਂ ਪਹਿਲੇ ਇਨਵਾਈਟ ਕਰ ਰਿਹਾ ਇਸ ਕਿਤਾਬ ਦੇ ਜਿਹੜੇ ਲੇਖਕ ਹਨ, ਲਿਖਾਰੀ ਹਨ, ਜਨਾਬ ਡਾਕਟਰ ਆਰਫ ਖਸਾਨਾ ਸਾਹਿਬ ਨੂੰ, ਕਿ ਉਹ ਸਾਨੂੰ ਜੁਆਇਨ ਕਰਨ। अस्सलाम वालेकुम जी डॉक्टर साहब, जी वालेकुम सलाम। मैं अपनी तरफों सारे वेखन वालियां नूं सलाम अर्ज करना और सुहेल सफदर साहब दा मैं बहुत बहुत शुक्रिया अदा करांगा कि इन्हां ने स्वीडन च सही मायने च पंजाबी जबान दा एक ये सिलसिला शुरू कीता है। इत्थे होर बहुत सारियां तंजीमां ने उर्दू अदब दियां भी, बाकी भी, लेकिन पंजाबी वास्ते इन्हां ने जिन्नी मेहनत और जिहड़ा इन्हां दा दिल करदा है कि अपनी मां बोली नूं फरोग दिता जाए, वो बहुत ही ज्यादा मैं इहदी तारीफ करांगा। और मैनूं बड़ी खुशी है कि बड़े अच्छे प्रोग्राम करते हैं, बड़े बड़े दुनिया चो अच्छे पंजाबी बोली वाले जिहड़े लिखण वाले ने उन्हां नूं लैके आंदे ने, उन्हां दीयां गल्लां सानूं सुणांदे ने। और अज दा इह जिहड़ा साडी गलबात हो रही है उसे सिलसिले दी कड़ी है, जिस तरह इन्हां दस्सिया कि 21 फरवरी नूं पूरी दुनिया च मां बोली मादरी जबान दा दिन मनाया जाता है। ਤੇ ਮੈਨੂੰ ਉਮੀਦ ਹੈ ਕਿ ਅੱਜ ਦੀ ਜਿਹੜੀ ਸਾਡੀ ਗੁਫ਼ਤਗੂ ਹੋਏਗੀ ਇਹ 'ਚ ਬੜੇ ਸਾਡੇ ਬਿਹਤਰੀਨ ਮਹਿਮਾਨ ਨੇ, ਪਾਕਿਸਤਾਨ ਤੋਂ, ਜੰਮੂ ਕਸ਼ਮੀਰ ਤੋਂ, ਸਵੀਡਨ ਤੋਂ ਆਏ, ਹੁਣ ਤਾਰਫ ਕਰਾਂਗੇ ਸੁਹੇਲ ਸਾਹਿਬ। ਤੇ ਸੁਣਨ ਵਾਲਿਆਂ ਨੂੰ ਮੇਰੇ ਖਿਆਲ ਅੱਜ ਬਹੁਤ ਮਜ਼ਾ ਆਏਗਾ। ਜਿਹੜੇ ਪੰਜਾਬੀ ਲਵਰਸ ਨੇ ਉਹ ਜ਼ਰੂਰ ਅੱਜ ਦੀ ਇਸ ਗੁਫ਼ਤਗੂ ਤੋਂ ਮਜ਼ਾ ਲੈਣ। ਅੱਛਾ ਜੀ, ਮੈਂ ਜਿਸ ਡਾਕਟਰ ਸਾਹਿਬ ਦਾ ਤਾਰਫ ਜਿਹੜਾ ਹੈ ਉਹ ਤਕਰੀਬਨ ਤਾਰਫ ਦੇ ਮੁਤਾਜ ਨਹੀਂ ਹਨ। ਪੂਰਾ ਸਵੀਡਨ ਔਰ ਡੈਨਮਾਰਕ ਦੇ ਵਿੱਚ ਅਦਬੀ ਔਰ ਇਲਮੀ ਹਲਕੇ ਜਿਹੜੇ ਹਨ ਜਾਣਦੇ ਨੇ। ਮੈਂ ਇਹਨਾਂ ਦੇ ਨਾਲ ਇੱਕ ਬੜੀ ਮਾਰੂਫ ਔਰ ਬੜੀ खूबसूरत शख्सियत हैं, मैं उन्होंने लैके आ रहा सामने स्क्रीन के उत्ते जनाब नसर मलिक साहब। ये डेनमार्क तो नसर मलिक साहब, याद रखना कि ये टेक्नोलॉजी का दौर है, लेकिन सम टाइम क्योंकि जिले तुसी मल्टीपल डेस्टिनेशन के उत्ते मेहमान इनवाइट करते हो तो सम टाइम कोई जर्क आ सकते हैं, लेकिन साढ़े नाल रहना असी इंशाल्लाह बड़ी जबरदस्त किस्म की गुफ्तगू करांगे। मेरे नाल नसर मलिक साहब तुहानूं स्क्रीन के उत्ते नज़र आ रहे होणगे। ये डेनमार्क ਦੇ ਵਿੱਚ ਮੁਕੀਮ ਹਨ ਤੇ ਬਹੁਤ ਖੂਬਸੂਰਤ ਲੇਖਕ ਨੂੰ, ਇਹ ਕਾਲਮ ਨਵੀਸ ਨੂੰ, ਸ਼ਾਇਰ ਨੂੰ, ਅਦੀਬ ਨੂੰ। ਨਸਰ ਮਲਿਕ ਸਾਹਿਬ, ਤੁਹਾਡੇ ਤੱਕ ਮੇਰੀ ਆਵਾਜ਼ ਪਹੁੰਚ ਰਹੀ ਹੈ ਜੀ? ਖੁਸ਼ ਆਮਦੇਦ ਤੁਹਾਨੂੰ ਇਸ ਪੰਜਾਬੀ ਟਾਕ ਦੇ ਵਿੱਚ। ਬੜੀ ਮਿਹਰਬਾਨੀ। अस्सलाम वालेकुम तमाम ਦੋਸਤਾਂ ਨੂੰ, ਔਰ ਖਾਸ ਤੌਰ ਤੇ ਸਾਡੇ ਜੰਮੂ ਤੋਂ ਜਿਹੜੇ अजीज शामिल होए ने और जिन्होंने प्रोग्राम जड़ा है ये अपनी नोयत ना सिर्फ मुनफरद बल्कि मादरी जुबान की तरवीज के वास्ते भी बड़ा अहम और काबिल तहसीन कदम करार दिता जाएगा इंशाअल्लाह। जी जी। अच्छा जी, नसर मलिक साहब जी जी, नसर मलिक साहब ਦੇ ਨਾਲ ਸਾਡੇ ਦੋ ਹੋਰ ਮਹਿਮਾਨ ਹਨ। ਇੱਕ ਨੂੰ ਮੈਂ ਬਹੁਤ ਅਨਕਰੀਬ ਜਿਹੜਾ ਉਹ WhatsApp ਦੇ ਲਵਾਂਗਾ, ਜਾਂ ਸਾਨੂੰ ਅਗਰ ਉਹ ਜੁਆਇਨ ਕਰ ਸਕੇ ਤੇ ਅਸੀਂ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਵੈਸੇ ਵੀ ਲੈ ਕੇ ਆਵਾਂਗੇ। ਔਰ ਦੂਸਰੇ ਸਾਡੇ ਜੰਮੂ ਤੋਂ ਮਹਿਮਾਨ ਹਨ, ਔਰ ਅਸੀਂ ਸਭ ਤੋਂ ਜ਼ਿਆਦਾ ਸ਼ੁਕਰਗੁਜ਼ਾਰ ਇਹਨਾਂ ਦੇ ਹਾਂ। ਉਹਦੀ ਵਜ੍ਹਾ ਇਹ ਹੈ ਕਿ ਇਹ ਬਹੁਤ ਦੂਰ ਤੋਂ ਜਿਹੜੇ ਹਨ ਉਹ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਰਹੇ ਹਨ। ਔਰ ਮਜ਼ੇ ਦੀ ਗੱਲ ਇਹ ਹੈ ਕਿ ਪੰਜਾਬੀ ਟਾਕ ਦੇ ਵਿੱਚ ਜੰਮੂ ਤੋਂ ਅਗਰ ਕੋਈ ਬੰਦਾ ਸ਼ਾਮਲ ਹੋ ਰਿਹਾ ਤੇ ਇਹ ਸਾਡੇ ਲਈ ਬੜੀ ਅਜ਼ਾਜ਼ ਦੀ ਗੱਲ ਹੈ। ਇਹ ਤਾਰਕ ਅਬਰਾਰ ਸਾਹਿਬ ਸਾਡੇ ਨਾਲ ਹਨ ਜੰਮੂ ਤੋਂ। ਤਾਰਕ ਅਬਰਾਰ ਸਾਹਿਬ, ਤੁਹਾਨੂੰ ਬਹੁਤ ਬਹੁਤ ਖੁਸ਼ ਆਮਦੇਦ ਇਸ ਪ੍ਰੋਗਰਾਮ ਦੇ ਵਿੱਚ। ਜੀ ਆਇਆਂ ਨੂੰ। अच्छा सुहेल साहब, बहुत बहुत शुक्रिया तुसा ना। और मैनू ज़्यादा पंजाबी नहीं आती, लेकिन पंजाबी दा जिहड़ा मेरे अंदर असर है सियालकोट तो ही आया है। मैं पिछले 2 साल पहला गया सी आरफ साहब दे शहर विचों मैं पंजाबी सीख ली, और फिर तुसा नू बहुत बहुत मुबारक है। और खास तौर पर नसर मलिक साहब और
ਆਰਫ ਸਾਹਿਬ ਦੀ ਸਰਪ੍ਰਸਤੀ ਵਿੱਚ ਬਹੁਤ ਕੁਝ ਸਿੱਖਣ ਦਾ ਮੌਕਾ ਲੱਭਦਾ ਹੈ। ਤੇ ਅੱਜ ਦਾ ਦਿਨ ਤੁਸੀਂ ਬੜਾ ਖਾਸ ਚੁਣਿਆ ਹੈ। ਜੇ ਮਾਦਰੀ ਜ਼ਬਾਨਾਂ ਦਾ ਦਿਨ ਕੱਲ ਹੈ ਔਰ ਇਸ ਮੌਕੇ ਤੇ ਇਹ ਬੈਠਕ ਹੋ ਰਹੀ ਹੈ ਤਾਂ ਸਾਨੂੰ ਬਹੁਤ ਹੀ ਚੰਗਾ ਲੱਗ ਰਿਹਾ ਤੇ ਅਸੀਂ ਸ਼ੁਕਰਗੁਜ਼ਾਰ ਹਾਂ ਤੁਹਾਡੇ। ਅੱਛਾ, ਮੈਂ ਤੁਸਾਂ ਨੂੰ ਇੱਕ ਗੱਲ ਦੱਸਾਂ, ਤੁਸਾਂ ਨਾਲ ਮੈਂ ਤੁਸਾਂ ਨਹੀਂ ਬੋਲੀ ਦੀ ਬੋਲਣਾ ਹੈ। ਮੈਂ ਤੁਸੀਂ ਪਰੇਸ਼ਾਨ ਨਹੀਂ ਹੋਣਾ। ਮੈਂ ਜੇਲਮ ਤੋਂ ਬਿਲੋਂਗ ਕਰਨਾ ਤੇ ਜੇਲਮ ਦੀ ਪੱਟੀ ਤੇ ਜੰਮੂ ਦੀ ਪੱਟੀ ਜਿਹੜੀ ਹੈ ਨਾ ਉਹ ਇੱਕੋ ਜਿਹੀ ਹੈ ਤੇ ਥੋੜੀ ਬੋੜੀ ਬੋਲੀ ਮੈਨੂੰ ਬੋਲਣੀ ਆਉਣੀ ਹੈ ਤੇ ਅਸੀਂ ਅੱਜ ਪੰਜਾਬੀ ਮਿਕਸ ਕਰਕੇ ਬੋਲਾਂਗੇ। ਇਸ ਤੋਂ ਜ਼ਿਆਦਾ ਅੱਛੀ ਗੱਲ ਕੀ ਹੈ ਕਿ ਮੇਰੇ ਵਾਲਿਦ ਸਾਹਿਬ ਵੀ ਖੁਸ਼ ਹੋਣਗੇ ਕਿ ਚਲੋ ਇਸੇ ਬਹਾਨੇ ਜਿਹੜਾ ਸਾਡਾ ਪੁੱਤਰ ਜਿਹੜਾ ਹੈ ਉਹ ਨਾਨਕੀ ਬੋਲੀ ਬੋਲਣ ਦੀ ਬਜਾਏ ਦਾਦਕੀ ਬੋਲੀ ਬੋਲੇਗਾ। ਤਾਂ ਮੈਂ ਬੇਸਿਕਲੀ ਸਾਡੇ ਜੇਲਮ ਦੇ ਵਿੱਚ ਇਸੇ ਤਰ੍ਹਾਂ ਦੀ ਬੋਲੀ ਹੈ ਪੁਠਾਰੀ। ਇਨਸ਼ਾਅੱਲਾ ਤੁਹਾਡੇ ਨਾਲ ਗੱਪਸ਼ਪ ਹੋਏਗੀ। ਡਾਕਟਰ ਸਾਹਿਬ, ਸਭ ਤੋਂ ਪਹਿਲੇ ਤੁਹਾਡੇ ਨਾਲ ਦੋ ਡਿਸਕਸ਼ਨ ਕਿਤਾਬ ਦੇ ਉੱਤੇ ਜਾਣ ਤੋਂ ਪਹਿਲੇ ਮੈਂ ਤਾਰਿਕ ਇਬਰਾਰ ਸਾਹਿਬ ਦਾ ਇਸ ਕਿਤਾਬ ਦੇ ਨਾਲ, ਇਸ ਪ੍ਰੋਗਰਾਮ ਦੇ ਨਾਲ ਜੁੜਾ ਰਹਿਣ ਦੀ ਵਜ੍ਹਾ ਤੁਹਾਡੇ ਕੋਲ ਪਹਿਲੇ ਪੁੱਛਣਾ ਚਾਹ ਰਿਹਾ ਤਾਂ ਕਿ ਲੋਕਾਂ ਨੂੰ ਪਤਾ ਚੱਲ ਜਾਏ ਕਿ ਜੰਮੂ ਤੋਂ ਇੱਕ ਬੰਦਾ ਕਿਉਂ ਇਸ ਪ੍ਰੋਗਰਾਮ 'ਚ ਔਰ ਇਸ ਕਿਤਾਬ ਦੇ ਨਾਲ ਉਹਦਾ ਕੀ ਤਲਕ ਹੈ। ਜੀ ਡਾਕਟਰ ਸਾਹਿਬ। ਜੀ ਬਿਲਕੁਲ ਜੀ ਸੁਹੇਲ ਸਾਹਿਬ, ਤੁਸੀਂ ਬਹੁਤ ਕਿਹਾ ਔਰ ਮੈਂ ਵੀ ਇਹਨਾਂ ਨੂੰ, ਇਹ ਮੇਰੇ ਅਜ਼ੀਜ਼ ਨੇ ਔਰ ਬਹੁਤ ਮੁਤਹਰਕ ਕਿਸਮ ਦੇ ਇਹ ਲਿਖਾਰੀ ਨੇ, ਇਹ ਕਾਲਮ ਨਿਗਾਰ ਨੇ, ਇਹ ਉੱਥੇ ਜੰਮੂ ਦੇ ਇਲਮੀ ਅਦਬੀ ਹਲਕਿਆਂ 'ਚ ਇਹਨਾਂ ਦਾ ਬਹੁਤ ਬੜਾ ਨਾਂ ਹੈ। ਆਪਣਾ ਇੱਕ ਆਪਣਾ ਚੈਨਲ ਵੀ ਇਹਨਾਂ ਦਾ ਹੈ, YouTube ਚੈਨਲ ਵੀ ਹੈਗਾ। ਫਿਰ ਉਸ ਤੋਂ ਇਲਾਵਾ ਇਹ ਆਪਣੀਆਂ ਇਹਨਾਂ ਇੱਕ ਹੋਰ ਸਿਲਸਿਲਾ ਵੀ ਸ਼ੁਰੂ ਕੀਤਾ, ਮੁਖਤਲਿਫ ਲੋਕਾਂ ਦੇ ਇੰਟਰਵਿਊਜ਼ ਇਹ ਕਰਦੇ ਨੇ। ਉਹ ਇੱਕ ਨਈ ਟੈਕਨੋਲੋਜੀ ਹੈ ਜਿਹਦੇ 'ਚ ਸਿਰਫ ਰੇਡੀਓ ਦੇ ਰਿਲੇਟਡ ਸਮਝ ਲਓ ਤੁਸੀਂ, ਉਹ ਤੁਹਾਨੂੰ ਦੱਸਣਗੇ ਖੁਦ ਹੀ। ਤੇ ਇਹ ਤਾਰਿਕ ਸਾਹਿਬ ਜਿਹੜੇ ਨੇ, ਇਹ ਮੈਂ ਤੁਹਾਨੂੰ ਦੱਸਿਆ ਕਿ ਬਹੁਤ ਹੀ ਨੌਜਵਾਨ ਔਰ ਮੁਤਹਰਕ ਨੇ। ਮੇਰਾ ਇਹਨਾਂ ਨਾਲ ਰਾਬਤਾ ਇਸ ਤਰ੍ਹਾਂ ਕਿ ਮੇਰੇ ਚੋਂਕੇ ਕਾਲਮਸ ਉੱਥੇ ਜੰਮੂ ਦੇ ਅਖਬਾਰਾਂ 'ਚ ਛਪਦੇ ਸਨ, ਉਡਾਨ 'ਚ, ਲਾਜ਼ਵਾਲ 'ਚ, ਸ੍ਰੀਨਗਰ, ਰਹਿਬਰ 'ਚ। ਬਸ ਉੱਥੋਂ ਅੱਜ ਕੱਲ੍ਹ ਦੇ ਦੌਰ 'ਚ ਤੁਹਾਨੂੰ ਪਤਾ ਰਾਬਤਾ ਹੁੰਦਾ। ਜਦੋਂ ਮੇਰਾ ਰਾਬਤਾ ਇਹਨਾਂ ਨਾਲ ਹੋਇਆ ਔਰ ਉਸ ਤੋਂ ਬਾਅਦ ਜਿਹੜੀ ਉਹ ਬੱਚਿਆਂ ਲਈ ਮੇਰੀ ਕਿਤਾਬ ਸੀ ਸਬਕ ਆਮੋਜ਼ ਕਹਾਣੀਆਂ ਨੰਬਰ 1, ਜਿਸ ਨੂੰ ਮੈਂ ਕਹਿੰਦਾ ਕਿ 2 ਲਿਖੀਆਂ ਗਈਆਂ ਨੇ, ਉਹ ਜਦੋਂ ਉਹ ਛਪੀ ਔਰ ਬਾਕੀ ਬਹੁਤ ਸਾਰੀ ਜਗ੍ਹਾ 'ਚ ਗਈ, ਤਾਰਿਕ ਸਾਹਿਬ ਨੇ ਵੀ ਦੇਖੀ। ਅੱਛਾ, ਉਹਦੀ ਚੋਂਕਿ ਮੁਖਤਲਿਫ ਮੁਲਕਾਂ 'ਚ ਉਹਦੀਆਂ ਉਸ ਕਿਤਾਬ ਦੇ ਤਰਜਮੇ ਸ਼ੁਰੂ ਹੋਏ ਔਰ ਅਲਹਮਦੁਲਿਲਾ ਹੁਣ ਤੱਕ 18 ਜ਼ਬਾਨਾਂ 'ਚ ਹੋ ਚੁੱਕੇ ਨੇ। ਤੇ ਤਾਰਿਕ ਸਾਹਿਬ ਨੇ ਮੈਨੂੰ ਕਿਹਾ ਜੀ ਕਿ ਕਿਉਂ ਨਾ ਇਹਦਾ ਪੰਜਾਬੀ ਜ਼ਬਾਨ 'ਚ ਤਰਜਮਾ ਕੀਤਾ ਜਾਏ। ਇਹ ਤਾਰਿਕ ਸਾਹਿਬ ਨੇ ਖੁਦ ਹੀ ਮਤਲਬ ਇਹ ਫੈਸਲਾ ਕੀਤਾ। ਹੁਣ ਜੰਮੂ ਔਰ ਸਿਆਲਕੋਟ ਦੀ ਪੰਜਾਬੀ ਬਹੁਤ ਮਿਲਦੀ ਜੁਲਦੀ ਹੈ, ਕਿਉਂਕਿ ਮੇਰੇ ਅਬਾਓ ਅਜਦਾਦ ਵੀ ਜਿਹੜੇ ਨੇ ਉਹ ਜੰਮੂ ਤੋਂ 1947 'ਚ ਮਹਾਜਰ ਹੋ ਕੇ ਸਿਆਲਕੋਟ ਆਏ। ਔਰ ਸਾਡਾ ਐਕਚੁਅਲੀ ਜਿਹੜਾ ਸੀ, ਤਾਰਿਕ ਸਾਹਿਬ ਨੂੰ ਪਤਾ, ਸਾਡਾ ਜਿਹੜਾ ਸੀ ਤਹਿਸੀਲ ਔਰ ਰਣਬੀਰ ਸਿੰਘਪੁਰਾ ਸਿਆਲਕੋਟ ਦੇ ਬਿਲਕੁਲ ਨਾਲ ਸਰਹੱਦੀ ਹੈ। ਔਰ ਜਿਹੜੀ ਮੈਂ ਪੰਜਾਬੀ ਬੋਲ ਰਿਹਾ, ਮੈਂ ਆਪਣੇ ਦਾਦੀ ਦਾਦਿਆਂ ਨੂੰ ਇਹੀ ਬੋਲਦਿਆਂ ਦੇਖੀ ਹੈ। ਮਤਲਬ ਥੋੜਾ ਜਿਹਾ ਫਰਕ ਲਫ਼ਜ਼ਾਂ ਦਾ ਜ਼ਾਹਿਰ ਪੈ ਜਾਂਦਾ। ਮੈਂ ਲਾਹੌਰ ਰਿਹਾ, ਸਿਆਲਕੋਟ ਰਿਹਾ, ਪਿੰਡੀ ਰਿਹਾ, ਨਵੇਂ ਲਫ਼ਜ਼ ਆ ਜਾਂਦੇ ਨੇ। ਲੇਕਿਨ ਬਹਰਹਾਲ ਉੱਥੇ ਵੀ ਜੰਮੂ ਜਿਹੜਾ ਨਾ ਉਹ ਇੱਕ ਬੜਾ, ਅਗਰ ਤੁਸੀਂ ਇਹਦੇ ਇੱਕ ਖਾਸ ਪ੍ਰੋਗਰਾਮ ਤਾਰਿਕ ਸਾਹਿਬ ਨਾਲ ਕਰਨਾ ਇਲਮ ਅਦਬ ਦੇ ਹਵਾਲੇ, ਕਿਉਂਕਿ ਜੰਮੂ 'ਚ ਪੰਜਾਬੀ ਵੀ ਬੋਲੀ ਜਾਂਦੀ ਹੈ, ਡੋਗਰੀ ਵੀ ਬੋਲੀ ਜਾਂਦੀ ਹੈ, ਗੋਜਰੀ ਵੀ ਬੋਲੀ ਜਾਂਦੀ ਹੈ। ਤਾਰਿਕ ਸਾਹਿਬ ਗੋਜਰੀ ਦੇ ਐਕਸਪਰਟ ਵੀ ਨੇ ਔਰ ਉੱਥੇ ਹੋਰ ਵੀ ਜ਼ਬਾਨਾਂ ਨੇ, ਬਲਕਿ ਨਸਰ ਸਾਹਿਬ ਵੀ ਤੁਹਾਨੂੰ ਇਹ 'ਚ ਐਡ ਕਰਨਗੇ। ਤਾਰਿਕ ਸਾਹਿਬ ਨੇ ਐਕਚੁਅਲੀ ਇਹ ਜਿਹੜੀ ਕਿਤਾਬ ਸੀ ਨਾ ਮੇਰੀ, ਇਹਦਾ ਪਹਿਲਾਂ ਇਹਨਾਂ ਨੇ ਗੋਜਰੀ ਜ਼ਬਾਨ 'ਚ ਤਰਜਮਾ ਕੀਤਾ। ਅੱਛਾ। ਗੋਜਰੀ ਜ਼ਬਾਨ ਜਿਹੜੀ ਹੈ ਰਿਆਸਤ ਜੰਮੂ ਕਸ਼ਮੀਰ ਦੀ ਬਹੁਤ ਬੜੀ ਜ਼ਬਾਨ ਹੈ, ਆਜ਼ਾਦ ਕਸ਼ਮੀਰ 'ਚ ਵੀ ਬੋਲੀ ਜਾਂਦੀ ਹੈ, ਖੈਬਰ ਪਖਤੂਨਖਵਾ ਜਿਹੜਾ ਮਾਨਸੇਰਾ ਵਗੈਰਾ ਉਸ ਇਲਾਕਾ ਉਹਦੇ 'ਚ ਵੀ ਬੋਲੀ ਜਾਂਦੀ ਹੈ, ਬਲਕਿ ਅਫਗਾਨਿਸਤਾਨ ਦੇ ਕੌਮੀ ਤਰਾਨੇ 'ਚ ਵੀ ਗੋਜਰੀ ਦਾ ਜ਼ਿਕਰ ਹੈਗਾ, ਯਾਨੀ ਇਹ ਉਸੇ ਬੈਲਟ 'ਚ ਬੋਲੀ ਜਾਂਦੀ। ਜਦੋਂ ਇਹਨਾਂ ਗੋਜਰੀ 'ਚ ਤਰਜਮਾ ਕਰ ਲਿਆ ਤੇ ਫਿਰ ਉਹ ਬੜਾ ਪਪੂਲਰ ਹੋਇਆ ਔਰ ਉਹ ਯਾਨੀ ਇਹ ਮੇਰੇ ਵਾਸਤੇ ਵੀ ਇੱਕ ਆਜ਼ਾਦ ਹੈ ਕਿ ਮੇਰੀ ਕਿਤਾਬ ਦਾ ਗੋਜਰੀ ਜ਼ਬਾਨ ਦਾ ਤਰਜਮਾ ਜੰਮੂ ਤੋਂ ਛਪਿਆ ਹੈ। ਉਹ ਇਹ ਤਾਰਿਕ ਸਾਹਿਬ ਜਿਹੜੇ ਨੇ, ਇਹ ਇਹਨਾਂ ਦੇ ਕੋਲ ਹੈ ਉਹ ਕਿਤਾਬ ਪੂਰੇ ਉੱਥੇ ਜਿਹੜੀ ਨਾ, ਮੇਰੇ ਕੋਲ ਚੰਦ ਕਾਪੀਆਂ ਹੈ ਲੇਕਿਨ ਜੰਮੂ ਕਸ਼ਮੀਰ 'ਚ ਉਹ ਗੋਜਰੀ ਤਰਜਮਾ ਬਹੁਤ ਜ਼ਿਆਦਾ ਡਿਸਟ੍ਰੀਬਿਊਟ ਹੋਇਆ, ਲੋਕਾਂ ਪਸੰਦ ਕੀਤਾ, ਉੱਤੇ ਪ੍ਰੋਗਰਾਮਸ ਵੀ ਹੋਏ। ਫਿਰ ਇਹਨਾਂ ਕਿਹਾ ਜੀ ਕਿ ਪੰਜਾਬੀ 'ਚ ਵੀ ਮੈਂ ਕਰਨਾ, ਤੇ ਉਹ ਪੰਜਾਬੀ ਜ਼ਬਾਨ 'ਚ ਇਹਨਾਂ ਨੇ ਤਰਜਮਾ ਕਰਨ ਦਾ ਕੰਮ ਸ਼ੁਰੂ ਕੀਤਾ, ਜਿਹਦੇ ਅਸੀਂ ਮਜ਼ੀਦ ਗੱਲ ਕਰਾਂਗੇ। ਤੇ ਤਾਰਿਕ ਸਾਹਿਬ ਨਾਲ ਮੇਰਾ, ਚੂੰਕਿ ਤੁਹਾਨੂੰ ਦੱਸਿਆ ਕਿ ਬਾਕੀ ਵਜ੍ਹਾ ਨਾਲ ਵੀ ਰਾਬਤਾ ਸੀ, ਇਲਮੀ ਅਦਬੀ ਵਜ੍ਹਾ ਨਾਲ ਵੀ, ਔਰ ਇਹ ਬਹੁਤ ਨੌਜਵਾਨ ਹੋ ਕੇ ਬੜੇ ਮੁਤਹਰਕ ਨੇ, ਮੁਹੱਕਕ ਵੀ ਨੇ, ਯਾਨੀ ਇਸ ਏਜ 'ਚ ਵੀ ਇਹਨਾਂ ਬਹੁਤ ਸਾਰੀ ਐਸੇ ਰਿਸਰਚ ਆਰਟੀਕਲਸ ਵੀ ਲਿਖੇ ਨੇ ਔਰ 3-4 ਜ਼ਬਾਨਾਂ ਦੇ ਉੱਤੇ ਇਹਨਾਂ ਦਾ ਅਬੂਰ। ਤੇ ਇਹ ਜਨਾਬ ਇਹ ਵਜ੍ਹਾ ਸੀ ਤਾਰਿਕ ਸਾਹਿਬ ਨੂੰ ਤਲਕ। ਬਹੁਤ ਬਹੁਤ ਸ਼ੁਕਰੀਆ ਤਾਰਿਕ ਸਾਹਿਬ ਤੁਹਾਡਾ ਇਸ ਪ੍ਰੋਜੈਕਟ ਦਾ ਹਿੱਸਾ ਬਣਨ ਤੇ, ਔਰ ਕਮ ਅਜ਼ ਕਮ ਇਸ ਖੂਬਸੂਰਤ ਕਿਤਾਬ ਨੂੰ ਨਾ ਸਿਰਫ ਗੋਜਰੀ ਜ਼ਬਾਨ 'ਚ ਤੁਸੀਂ ਇੰਟਰੋਡਿਊਸ ਕਰਵਾਇਆ ਬਲਕਿ ਹਿੰਮਤ ਕੀਤੀ, ਔਰ ਡਾਕਟਰ ਸਾਹਿਬ ਨੂੰ ਵੀ ਤੁਸੀਂ
ਪੁਸ਼ ਕੀਤਾ ਕਿ ਇਸ ਪੰਜਾਬੀ ਜ਼ੁਬਾਨ ਦੇ ਵਿੱਚ ਵੀ ਇਸ ਕਿਤਾਬ ਨੂੰ ਜਿਹੜਾ ਉਹ ਛਪਣਾ ਚਾਹੀਦਾ। ਤੇ ਹੁਣ ਮੈਂ ਥੋੜਾ ਜਿਹਾ ਬਜਾਏ ਕਿ ਸਾਰੇ ਮਹਿਮਾਨਾਂ ਪਾਰਟਿਸਿਪੇਟ ਵੀ ਕਰਨਾ, ਜਿਸ ਤਰ੍ਹਾਂ ਮੈਂ ਪਹਿਲੇ ਤੁਹਾਨੂੰ ਦੱਸਿਆ ਕਿ ਅਸੀਂ ਕੋਸ਼ਿਸ਼ ਕਰਾਂਗੇ 3 ਬੰਦੇ ਸਕਰੀਨ ਦੇ ਉੱਤੇ ਲਈਏ, ਲੇਕਿਨ ਤੁਸੀਂ ਰਹਿਣਾ ਸਾਡੇ ਨਾਲ ਹੀ ਹੈ। ਇਹ ਨਾ ਸਮਝਣਾ ਕਿ ਤੁਸੀਂ ਅੱਗਾ ਪਿੱਛੇ ਹੋ ਗਏ ਹੋ, ਤੁਹਾਨੂੰ ਮੇਰੀ ਆਵਾਜ਼ ਆ ਰਹੀ ਹੋਏਗੀ। ਤੇ ਮੈਂ ਨਸਰ ਮਲਕ ਸਾਹਿਬ ਕੋਲੋਂ ਥੋੜਾ ਜਿਹਾ ਇਸ ਕਿਤਾਬ ਦੇ ਉੱਤੇ ਰਿਵਿਊ ਲੈਣਾ ਚਾਹ ਰਿਹਾ, ਔਰ ਉਸ ਤੋਂ ਬਾਅਦ ਜਿਹੜਾ ਹੈ ਕਿ ਉਹਨਾਂ ਨੇ ਇਸ ਕਿਤਾਬ ਨੂੰ ਪੜ੍ਹਿਆ ਤੇ ਉਹ ਕੀ ਇਸ ਕਿਤਾਬ ਦੇ ਬਾਰੇ 'ਚ ਕਹਿੰਦੇ ਹਨ। ਨਸਰ ਮਲਕ ਸਾਹਿਬ ਜਨਾਬ ਮੇਰੇ ਨਾਲ हैं जी। जी मलक साहब आवाज आ रही है जी? जी मलक साहब। डॉक्टर साहब जिस टाइम तक मलक साहब सानू ज्वाइन करते हैं ਅਸੀਂ ਮੈਂ ਤੁਹਾਡੇ ਨਾਲ ਥੋੜਾ ਜਿਹਾ ਸਵਾਲਾਤ ਦਾ ਜਿਹੜਾ ਨਾ ਉਹ ਸਿਲਸਿਲਾ ਜਾਰੀ ਰੱਖਦਾ ਕਿ ਮੈਨੂੰ ਇਹ ਦੱਸੋ ਕਿ ਤੁਸੀਂ ਇਹ ਕਿਤਾਬ ਉਰਦੂ ਦੇ ਵਿੱਚ ਛਾਪੀ, ਉਸ ਤੋਂ ਬਾਅਦ ਤੁਸੀਂ ਮੁਖਤਲਿਫ ਜ਼ਬਾਨਾਂ ਦੇ ਵਿੱਚ ਆਲਮੋਸਟ ਤੁਸੀਂ ਯੂਰਪ ਦੀ ਕਾਫੀ ਜ਼ਬਾਨਾਂ ਦੇ ਵਿੱਚ ਇਸ ਕਿਤਾਬ ਨੂੰ ਛਾਪਿਆ, ਤੇ ਉਹ ਐਸੀ ਕਿਹੜੀ ਵਜ੍ਹਾ ਸੀ ਕਿ ਤੁਸੀਂ ਇਸ ਜ਼ਬਾਨ ਨੂੰ ਇੱਕ ਤਾਂ ਪੰਜਾਬੀ ਦੇ ਵਿੱਚ ਛਾਪਿਆ ਔਰ ਤੁਹਾਨੂੰ ਹੁਣ ਤੱਕ ਇਹਦਾ ਰਿਸਪੌਂਸ ਕੀ ਮਿਲਿਆ? ਕਿਉਂਕਿ ਮੈਂ ਖੁਦ ਇਹ ਕਿਤਾਬ ਪੜ੍ਹੀ ਹੈ, ਮੈਂ ਆਪਣੇ ਸਾਮੀਨ ਨੂੰ ਦਿਖਾਉਂਦਾ ਵੀ ਹਾਂ। ਉਹਦੀ ਵਜ੍ਹਾ ਹੈ ਕਿ ਇਸ ਟਾਈਮ ਸ਼ਾਇਦ ਸਹੀ ਨਜ਼ਰ ਨਾ ਆ ਰਹੀ ਹੋਏ। ਜੀ 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 ਡਾਕਟਰ ਸਾਹਿਬ ਥੋੜਾ ਜਿਹਾ ਤੁਸੀਂ ਇਹ ਦੱਸੋ ਕਿ ਇਹਦੇ ਪਿੱਛੇ ਮੋਟਿਵ ਕੀ ਸੀ, ਔਰ ਇਸ ਕਿਤਾਬ ਦਾ ਜਿਹੜਾ ਹੈ ਉਹ ਤੁਸੀਂ ਸਮਝਦੇ ਹੋ ਕਿ ਪੰਜਾਬੀ ਦੇ ਵਿੱਚ ਛਾਪ ਕੇ ਵਾਕਈ ਜਿਹੜਾ ਹੈ ਉਹ ਤੁਸੀਂ ਹੱਕ ਅਦਾ ਕੀਤਾ ਹੈ ਪੰਜਾਬੀ ਜ਼ੁਬਾਨ ਦਾ? ਇਹ ਸੁਹੇਲ ਸਾਹਿਬ ਗੱਲ ਹੈ ਕਿ ਐਕਚੁਅਲੀ ਜਦੋਂ ਮੈਂ ਸ਼ੁਰੂ 'ਚ ਲਿਖਣਾ ਸ਼ੁਰੂ ਕੀਤਾ ਨਾ, ਤੇ ਮੈਨੂੰ ਤੇ ਵੀ ਅੰਦਾਜ਼ਾ ਨਹੀਂ ਸੀ ਕਿ ਕਿਤਾਬ ਦੀ ਸ਼ੁਰੂਆਤ ਛਪੇਗੀ। ਬੱਚਿਆਂ ਦੇ ਸਵਾਲ ਆਉਣੇ ਸ਼ੁਰੂ ਕੀਤੇ ਇਸਲਾਮ ਦੇ ਬਾਰੇ 'ਚ, ਮੈਂ ਉਹਨਾਂ ਦੀ ਕਹਾਣੀਆਂ ਲਿਖਣੀਆਂ ਸ਼ੁਰੂ ਕੀਤੀਆਂ ਔਰ ਅਖਬਾਰਾਂ ਰਸਾਲਿਆਂ 'ਚ ਛਪਣੀਆਂ ਸ਼ੁਰੂ ਕੀਤੀਆਂ। ਜਦੋਂ ਛਪਣ ਲੱਗੀਆਂ ਤੇ ਲੋਕਾਂ ਦਾ ਬਹੁਤ ਜ਼ਿਆਦਾ ਇਸਰਾਰ ਆਇਆ ਕਿ ਇਹ ਅਖਬਾਰ 'ਚ ਅਸੀਂ ਪੜ੍ਹ ਲੈਣੇ, ਇਹ ਕਿਤਾਬ ਦੀ ਸੂਰਤ 'ਚ ਹੋਣੀ ਚਾਹੀਦੀ। ਫਿਰ ਉਹ ਕਿਤਾਬ ਤੁਹਾਨੂੰ ਪਤਾ ਨੈਸ਼ਨਲ ਬੁੱਕ ਫਾਊਂਡੇਸ਼ਨ ਇਸਲਾਮਾਬਾਦ ਨੇ ਛਾਪੀ ਔਰ ਇੰਨੀ ਅਲਹਮਦੁਲਿਲਾ ਪਪੂਲਰ ਹੋਈ ਕਿ ਅੱਜ ਦੇ ਜ਼ਮਾਨੇ 'ਚ ਉਸ ਕਿਤਾਬ ਦਾ ਤੀਸਰਾ ਐਡੀਸ਼ਨ ਛਪ ਗਿਆ, ਹਾਲਾਂਕਿ ਪਹਿਲਾ ਐਡੀਸ਼ਨ ਵੀ ਨਹੀਂ ਮੁੱਕਦਾ। ਅੱਛਾ, ਜਦੋਂ ਉਹ ਛਪੀ ਫਿਰ ਇੱਥੇ ਯੂਰਪ 'ਚ ਜੀ ਅੰਗਰੇਜ਼ੀ 'ਚ ਹੋਣੀ ਚਾਹੀਦੀ, ਉਹ ਆਈ। ਫਿਰ ਜਿਸ ਤੁਸੀਂ ਦੱਸਿਆ ਬਹੁਤ ਸਾਰੀਆਂ ਸਵੀਡਿਸ਼ 'ਚ ਵੀ ਆ ਗਈ, ਅੰਗਰੇਜ਼ੀ 'ਚ ਵੀ, ਡੈਨਿਸ਼ 'ਚ ਵੀ, ਫ੍ਰੈਂਚ, ਜਰਮਨ, ਨਾਰਵੇਜੀਅਨ, ਬੜੀਆਂ ਜ਼ਬਾਨਾਂ, ਅਰਬੀ ਵੀ। ਅੱਛਾ, ਪੰਜਾਬੀ ਦਾ ਚੁੰਗੇ ਇਹ ਸੀ ਕਿ ਤਾਰਕ ਅਬਰਾਰ ਸਾਹਿਬ ਨੇ ਗੋਜਰੀ 'ਚ ਇਹਦਾ ਤਰਜਮਾ ਸ਼ੁਰੂ ਕੀਤਾ ਦਾ ਸੀ। ਫਿਰ ਇੱਥੇ ਇੱਕ ਦਫਾ ਪੰਜਾਬੀ ਦਾ ਪ੍ਰੋਗਰਾਮ ਹੈ, ਤੁਹਾਨੂੰ ਪਤਾ ਹੈ, ਉਹ ਪ੍ਰੋਫੈਸਰ ਨਬੀਲਾ ਰਹਿਮਾਨ ਸਾਹਿਬਾ ਸਾਡੀ ਭੈਣ ਨੇ ਲਾਹੌਰ ਤੋਂ ਆਈ, ਜਿਹੜੀ ਅੱਜ ਕੱਲ੍ਹ ਇੰਸਟੀਚਿਊਟ ਆਫ ਪੰਜਾਬ ਯੂਨੀਵਰਸਿਟੀ ਦੀ ਉਹ ਸਰਬਰਾਹ ਨੇ, ਉਹਨਾਂ ਦੇ ਇਜਾਜ਼ਤ 'ਚ ਅਸੀਂ ਪ੍ਰੋਗਰਾਮ ਕੀਤਾ ਤੇ ਉੱਥੇ ਵੀ ਗੱਲਬਾਤ ਹੋਈ। ਮੈਂ ਉਹਨਾਂ ਨੂੰ ਕਿਤਾਬ ਦਿਖਾਈ ਤੇ ਉਹਨਾਂ ਨੂੰ ਮੈਂ ਦੱਸਿਆ ਜੀ ਕਹਿੰਦੇ ਐਸਾ ਤਰਜਮੇ ਆਏ ਨੇ। ਤਾਂ ਮੈਨੂੰ ਕਹਿੰਦੇ ਆਰਫ ਭਾਈ ਤੁਸੀਂ ਇਹਦਾ ਪੰਜਾਬੀ ਜ਼ਬਾਨ 'ਚ ਤਰਜਮਾ ਕਰੋ। ਮੈਂ ਕਿਹਾ ਜੀ ਮੈਂ ਹੁਣ ਤਰਜਮਾ ਮੈਂ ਆਪਣੀ ਕਿਤਾਬ ਦਾ ਖੁਦ ਹੀ ਦੂਜੀ ਜ਼ਬਾਨ 'ਚ ਤਰਜਮਾ ਕਰਨਾ ਮੈਨੂੰ ਥੋੜਾ ਜਿਹੜਾ ਹੈ ਨਾ ਉਹ ਲੱਗੇਗਾ ਕਿ ਮੁਸ਼ਕਲ ਲੱਗੇਗਾ। ਮੁਸ਼ਕਲ ਜਾਂ ਮਤਲਬ ਕਿ ਮੈਂ ਸਮਝਦਾ ਕਿ ਮੈਨੂੰ ਨਹੀਂ ਕਰਨਾ ਚਾਹੀਦਾ। ਉਹ ਕਹਿੰਦੇ ਨਹੀਂ, ਤੁਹਾਡੀ ਮਾਂ ਬੋਲੀ ਹੈ ਔਰ ਵਾਕਈ ਗੱਲ ਵੀ ਸਹੀ ਹੈ। ਜੋ ਮੈਨੂੰ ਪੰਜਾਬੀ ਜ਼ਬਾਨ 'ਚ ਜੋ ਮੈਂ ਸਮਝਣਾ ਗੱਲ, ਮੈਂ ਕਈ ਵਾਰ ਮਿਸਾਲ ਦਿੱਤੀ ਹੈ ਕਿ ਹੁਣ ਆਇਨਸਟਾਈਨ ਦੀ ਜਿਹੜੀ ਥਿਊਰੀ ਹੈ ਰਿਲੇਟਿਵਿਟੀ, ਅਗਰ ਪੰਜਾਬੀ 'ਚ ਕੋਈ ਬੰਦਾ ਸਮਝਾ ਦੇ ਨਾ ਤੇ ਪੂਰੀ ਉਮਰ ਬਦਲ ਨਹੀਂ ਭੁੱਲੇਗੀ। ਅੰਗਰੇਜ਼ੀ 'ਚ ਪੜ੍ਹੋਗੇ ਫਿਰ ਤੁਹਾਡੇ ਉਹ ਤੁਹਾਨੂੰ ਨਹੀਂ ਆਉਂਦੀ ਜਿਸ ਤਰ੍ਹਾਂ ਜੋ ਪੰਜਾਬੀ 'ਚ ਚੀਜ਼ ਸਮਝਦੇ। ਬਹਰਹਾਲ ਉਹਨਾਂ ਨੇ ਵੀ ਮੈਨੂੰ ਕਿਹਾ, ਉਹ ਮੀਨਵਾਈਲ ਤਾਰਕ ਸਾਹਿਬ ਨੇ ਉਸਨੂੰ ਸ਼ੁਰੂ ਕੀਤਾ, ਕਹਿੰਦੇ ਜੀ ਕਿ ਮੈਂ ਇਹਨੂੰ ਪੰਜਾਬੀ 'ਚ ਵੀ ਕਰਾਂ। ਮੈਂ ਬਹੁਤ ਖੁਸ਼ ਹੋਇਆ, ਉਹ ਜ਼ਾਹਿਰ ਇਹਨਾਂ ਪੈਸ਼ਨ ਸੀ। ਮੈਂ ਜੀ ਤੁਸੀਂ ਕਰੋ। ਉਹ ਫਿਰ ਜਦੋਂ ਇਹਨਾਂ ਪੰਜਾਬੀ 'ਚ ਉਸਨੂੰ ਕੀਤਾ ਤਰਜਮਾ, ਹਾਲਾਂਕਿ ਮੈਂ ਜ਼ਾਤੀ ਤੌਰ ਤੇ ਸਮਝ ਰਿਹਾ ਸਾਂ ਕਿ ਪੰਜਾਬੀ ਤੇ ਤੁਹਾਨੂੰ ਪਤਾ ਹੈ ਪੰਜਾਬ ਵਾਲੇ ਵੀ ਪੰਜਾਬੀ ਬੋਲਣ 'ਚ ਜਿਹੜਾ ਨਾ ਆਰ ਮਹਿਸੂਸ ਕਰਦੇ ਨੇ। ਅਸੀਂ ਬੱਚੇ ਨਾਲ ਉਰਦੂ ਬੋਲਦੇ ਹਾਂ ਔਰ ਇਹ ਬੜੀ ਬਦਕਿਸਮਤੀ ਹੈ ਕਿ ਪੰਜਾਬੀ ਵਾਹਿਦ ਐਸੇ ਨੇ ਜੀ ਜਿਹੜੇ ਆਪਣੇ ਬੱਚਿਆਂ ਨਾਲ ਘਰਾਂ 'ਚ ਆਪਸ 'ਚ ਪੰਜਾਬੀ ਨਹੀਂ ਬੋਲਦੇ, ਬਾਕੀ ਸਾਰੇ ਲੋਕ ਬੋਲਦੇ ਨੇ। ਬਈ ਉਰਦੂ ਬੋਲੋ, ਉਰਦੂ ਰਾਬਤੇ ਦੀ ਜ਼ਬਾਨ ਹੈ, ਅਸੀਂ ਅੰਗਰੇਜ਼ੀ ਵੀ ਬੋਲੋ, ਸਵੀਡਿਸ਼ ਵੀ ਬੋਲੋ, ਲੇਕਿਨ ਪੰਜਾਬੀ ਫਾਊਂਡੇਸ਼ਨ ਨੀਹਾਂ ਨੇ ਮਕਾਨ ਦੀਆਂ, ਉਹ ਨੀਹਾਂ ਖਰਾਬ ਤੇ ਨਾ ਕਰੋ। ਬਹਰਹਾਲ ਉਹ ਫਿਰ ਮੈਂ ਕਿਹਾ ਕਿ ਦੂਸਰਾ ਇਸ ਨੂੰ ਕੌਣ ਪੜ੍ਹੇਗਾ, ਜਾਂ ਅੱਜ ਕੱਲ੍ਹ ਤੇ ਲੋਕ ਉਰਦੂ ਕਿਤਾਬਾਂ ਵੀ ਨਹੀਂ ਪੜ੍ਹਦੇ। ਬਿਲਕੁਲ। ਉਹ ਮੈਨੂੰ ਨਸਰ ਮਲਕ ਸਾਹਿਬ ਨੇ, ਪ੍ਰੋਫੈਸਰ ਨਬੀਲਾ ਰਹਿਮਾਨ ਸਾਹਿਬਾ ਨੇ, ਦੋਸਤਾਂ ਨੇ, ਉਸ ਬਾਕੀਆਂ ਵੀ ਕਹਿੰਦੇ ਜੀ ਨਹੀਂ ਆਉਣੀ ਚਾਹੀਦੀ ਹੈ। ਉਹ ਇਹ ਔਰ ਫਿਰ ਤੁਸੀਂ ਇਹ ਕਿਤਾਬ ਜਿਹੜੀ ਹੈ ਇਹ ਮੈਂ ਖੁਦ ਯਾਨੀ ਇਨਵੈਸਟਮੈਂਟ ਕਰਕੇ ਛਪਵਾਈ ਔਰ ਅਲਹਮਦੁਲਿਲਾ ਇਹਦਾ ਹੁਣ ਚੂੰਕਿ ਥੋੜੀ ਥੋੜੀ ਮੁਤਾਰਫ ਹੋ ਰਹੀ ਕਰੋਨਾ ਦੀ ਵਜ੍ਹਾ ਨਾਲ ਅਸੀਂ ਇਸ ਨੂੰ ਨਹੀਂ ਕਰ ਸਕੇ ਜ਼ਿਆਦਾ ਇਸ ਨੂੰ, ਲੇਕਿਨ ਮੈਨੂੰ ਉਮੀਦ ਹੈ ਕਿ ਇਨਸ਼ਾਅੱਲਾ ਇਹ ਪੰਜਾਬ 'ਚ ਕੋਸ਼ਿਸ਼ ਹੋ ਰਹੀ ਹੈ ਕਿ ਸੂਬੇ ਪੰਜਾਬ 'ਚ ਪੰਜਾਬੀ ਜ਼ਬਾਨ ਦੀ ਤਦਰੀਸ ਹੋਏ ਔਰ ਉਹ ਇਨਸ਼ਾਅੱਲਾ ਉਮੀਦ ਹੈ ਕਿ ਅਗਰ ਉਹ ਸ਼ੁਰੂ ਹੋਇਆ ਤੇ ਉੱਥੇ ਇਹ ਬੱਚਿਆਂ ਦੇ ਨਿਸਾਬ 'ਚ ਵੀ ਸ਼ਾਮਲ ਹੋ ਸਕਦੀ ਹੈ।
ਬੱਚੇ ਵੀ ਪੜ੍ਹ ਸਕਦੇ ਨੇ। ਔਰ ਜਿਨ੍ਹਾਂ ਲੋਕਾਂ ਨੇ ਪੜ੍ਹੀ ਹੈ, ਮੈਂ ਜਿਨ੍ਹਾਂ ਲੋਕਾਂ ਨੂੰ ਭੇਜੀ ਹੈ ਜਿਹੜੇ ਪੰਜਾਬੀ ਜ਼ਬਾਨ 'ਚ ਬੜਾ ਜਿਨ੍ਹਾਂ ਦਾ ਨਾਂ ਹੈ, ਕੰਮ ਹੈ, ਉਹ ਇੰਨੇ ਖੁਸ਼ ਹੋਏ ਨੇ। ਉਹਨਾਂ ਕਿਹਾ ਜੀ ਕਿ ਅਸੀਂ ਇਸ ਚੀਜ਼ ਤੋਂ ਬੜੇ ਖੁਸ਼ ਹੋਇਆ ਕਿ ਤੁਸੀਂ ਕਿਤਾਬ ਛਾਪੀ। ਔਰ ਇੱਕ ਮੈਂ ਗੱਲ ਕਰਨਾ, ਫਿਰ ਤੁਸੀਂ ਹੋਰ ਦੂਜੇ ਮਹਿਮਾਨ ਨਾਲ ਕਰਨਾ। ਮੈਂ ਡਾਕਟਰ ਸਾਹਿਬ ਇਸ ਲਈ ਕਹਿ ਰਿਹਾ ਕਿ ਨਸਰ ਮਲਕ ਸਾਹਿਬ ਸ਼ਾਇਦ ਉਹਨਾਂ ਤੱਕ ਉਹਨਾਂ ਦਾ ਨੈਟ ਸਾਡੀ ਆਵਾਜ਼ ਆ ਰਹੀ ਹੈ। ਅਗਰ ਨਸਰ ਮਲਕ ਸਾਹਿਬ ਕੋਲੋਂ ਕੁਇਕਲੀ ਅਸੀਂ ਕਮੈਂਟ ਲੈ ਲਈਏ। ਹਾਂ ਜੀ, ਬਿਲਕੁਲ। ਹਾਂਜੀ ਜੀ ਮਲਕ ਸਾਹਿਬ, ਤੁਸੀਂ ਜ਼ਰਾ, ਅਸੀਂ ਕਿਤਾਬ ਦੇ ਬਾਰੇ ਡਿਸਕਸ਼ਨ ਕਰ ਰਹੇ ਹਾਂ, ਤੁਹਾਡੇ ਤੱਕ ਇਹ ਕਿਤਾਬ ਪਹੁੰਚੀ ਹੋਏਗੀ ਜਾਂ ਕਿਸੇ ਤਰ੍ਹਾਂ ਤੁਸੀਂ ਜ਼ਰਾ ਦੱਸੋ ਇਸ ਕਿਤਾਬ ਦੇ ਬਾਰੇ। ਬੜੀ ਮਿਹਰਬਾਨੀ। ਸਭ ਪਹਿਲਾਂ ਤੇ ਪੰਜਾਬੀ ਜ਼ੁਬਾਨ ਦੇ ਵਿੱਚ ਇਹ ਕਿਤਾਬ ਛਾਇਆ ਹੋਣਾ ਇੱਕ ਬਹੁਤ ਵੱਡਾ ਕਾਰਨਾਮਾ ਹੈ, ਖਾਸ ਤੌਰ ਤੇ ਇਸ ਵਕਤ ਜਦ ਕਿ ਡਾਕਟਰ ਆਰਫ ਕਸਾਨਾ ਸਾਹਿਬ ਸਵੀਡਨ ਵਿੱਚ ਰਹਿੰਦੇ ਨੇ ਤੇ ਉਹਨਾਂ ਨੇ ਆਪਣੀ ਇਸ ਮਾਂ ਬੋਲੀ ਦੇ ਵਿੱਚ ਇਹ ਕਿਤਾਬ ਛਾਇਆ ਕੀਤੀ ਹੈ। ਔਰ ਇਹਦੇ ਮੁਤਰਜਮ ਜਿਹੜੇ ਨੇ ਜਨਾਬ ਤਾਰਿਕ ਸਾਹਿਬ, ਉਹਨਾਂ ਨੇ ਤਰਜਮੇ ਦਾ ਇੰਨਾ ਸੋਹਣਾ ਹੱਕ ਅਦਾ ਕੀਤਾ ਹੈ ਕਿ ਯਕੀਨ ਕਰੋ ਮੇਰੇ ਕੋਲ ਅਲਫਾਜ਼ ਨਹੀਂ ਕਿ ਮੈਂ ਉਹਨਾਂ ਦੇ ਵਾਸਤੇ ਕੁਝ ਕਹਿ ਸਕਾਂ, ਸਿਵਾਏ ਇਸ ਦੇ ਕਿ ਉਹਨਾਂ ਨੇ ਜਿਸ ਤਰ੍ਹਾਂ ਉਰਦੂ ਜ਼ੁਬਾਨ ਨੂੰ ਪੰਜਾਬੀ 'ਚ ਢਾਲਿਆ ਹੈ, ਇਹ ਉਹਨਾਂ ਦੇ ਫਨ ਦਾ ਬੜਾ ਬਿਹਤਰੀਨ ਸਬੂਤ ਹੈ। ਬਾਕੀ ਰਹੀ ਕਿਤਾਬ ਦੇ ਮੁਤਲਕ ਗੱਲਬਾਤ, ਤੇ ਇਹ ਕਿਤਾਬ ਖਾਸ ਤੌਰ ਦੇ ਵਿੱਚ ਯੂਰਪ ਵਿੱਚ ਰਹਿਣ ਵਾਲੇ ਜਿਹੜੇ ਬੱਚੇ ਨੇ ਪੰਜਾਬੀਆਂ ਦੇ ਜਾਂ ਉਰਦੂ ਬੋਲਣ ਵਾਲਿਆਂ ਦੇ, ਉਹਨਾਂ ਦੇ ਜ਼ਿਹਨਾਂ ਦੇ ਵਿੱਚ ਉੱਠਣ ਵਾਲੇ ਉਹਨਾਂ ਸਵਾਲਾਂ ਦਾ ਜਵਾਬ ਮੁਹੱਈਆ ਕਰਦੀ ਹੈ ਜਿਨ੍ਹਾਂ ਦੇ ਨਾਲ ਉਹਨਾਂ ਨੂੰ ਰੋਜ਼ ਵਾਸਤਾ ਪੈਂਦਾ ਹੈ। ਤੁਸੀਂ ਇਹ ਕਿਉਂ ਨਹੀਂ ਖਾਂਦੇ ਤੇ ਤੁਸੀਂ ਇਹ ਕਿਉਂ ਖਾਂਦੇ ਹੋ। ਉਹਨਾਂ ਸਾਰਿਆਂ ਸਵਾਲਾਂ ਦੇ ਇੰਨੀ ਖੂਬਸੂਰਤ ਅੰਦਾਜ਼ ਦੇ ਵਿੱਚ ਡਾਕਟਰ ਸਾਹਿਬ ਨੇ ਇਸ ਤਰ੍ਹਾਂ ਜਵਾਬ ਦਿੱਤੇ ਨੇ ਕਿ ਕਿਤਾਬ ਪੜ੍ਹਦਿਆਂ ਪਤਾ ਲੱਗਦਾ ਹੈ ਕਿ ਬੱਚਿਆਂ ਦੇ ਨਾਲ ਤੁਸੀਂ ਬਹਿ ਕੇ ਮੁਕਾਲਮਾ ਕਰ ਰਹੇ ਹੋ। ਔਰ ਜਦੋਂ ਤੁਸੀਂ ਮੁਕਾਲਮਾ ਕਰ ਰਹੇ ਹੋ ਤੇ ਬੱਚਿਆਂ ਦੇ ਜਿਹੜੇ ਸਵਾਲ ਨੇ ਉਹਨਾਂ ਦਾ ਤੁਸੀਂ ਜਵਾਬ ਇਸ ਤਰੀਕੇ ਨਾਲ ਦਿੰਦੇ ਹੋ ਕਿ ਉਹ ਉਹਨਾਂ ਦੇ ਉੱਤੇ ਸਭ ਕੁਝ ਦਾ ਅਸਰ ਖੁੱਲ੍ਹ ਕੇ ਸਾਹਮਣੇ ਆ ਜਾਂਦਾ ਹੈ। ਮੈਂ ਸਮਝਦਾ ਕਿ ਇਹ ਪਹਿਲੀ ਕਿਤਾਬ ਹੈ ਉਰਦੂ ਜ਼ੁਬਾਨ ਵਿੱਚ ਜਦੋਂ ਇਹ ਪਹਿਲੀ ਵਾਰੀ ਛਾਇਆ ਹੋਈ, ਤੇ ਇਹ ਦੁਨੀਆ ਦੇ ਵਿੱਚ, ਇਹ ਮੇਰਾ ਦਾਅਵਾ ਹੈ ਕਿ ਡਾਕਟਰ ਆਰਫ ਕਸਾਨਾ ਦੀ ਇਹ ਕਿਤਾਬ ਜਿਹੜੀ ਕਿ ਮੈਂ ਹੁਣ ਵਿਖਾ ਰਿਹਾ ਤੁਹਾਨੂੰ ਪੰਜਾਬੀ ਜ਼ੁਬਾਨ ਦੇ ਵਿੱਚ, ਸਾਡੇ ਅਜ਼ੀਜ਼ ਤਾਰਿਕ ਸਾਹਿਬ ਨੇ ਜੰਮੂ ਤੋਂ ਇਹਨੂੰ ਤਰਜਮਾ ਕੀਤਾ ਹੈ। ਇਹ ਕਿਤਾਬ ਪਹਿਲੀ ਕਿਤਾਬ ਹੈ ਜਿਹਦਾ ਦੁਨੀਆ ਦੀ 18 ਜ਼ੁਬਾਨਾਂ ਦੇ ਵਿੱਚ ਤਰਜਮਾ ਹੋਇਆ ਹੈ। ਔਰ ਇਸ ਤੋਂ ਤੁਸੀਂ ਅੰਦਾਜ਼ਾ ਲਗਾ ਲਓ ਕਿ ਇਹਦੀ ਅਹਿਮੀਅਤ ਜਿਹੜੀ ਹੈ ਉਹ ਕੀ ਹੈ। ਔਰ ਮੈਨੂੰ ਤਾਜੁਬ ਹੈ ਅਜੇ ਤੱਕ ਕਿ ਡਾਕਟਰ ਸਾਹਿਬ ਦੀ ਇਸ ਕਾਵਿਸ਼ ਨੂੰ ਪਾਕਿਸਤਾਨ ਦੇ ਵਿੱਚ ਖਾਸ ਤੌਰ ਦੇ ਉੱਤੇ ਸਰਕਾਰੀ ਸਤ੍ਹਾ ਦੇ ਉੱਤੇ ਉਹ ਇਜਾਜ਼ ਹਾਸਲ ਨਹੀਂ ਹੋ ਸਕਿਆ ਜਿਹੜਾ ਕਿ ਇਹਦਾ ਹੱਕ ਹੈ। ਉਹਦੀ ਸ਼ਾਇਦ ਵਜ੍ਹਾ ਇਹ ਵੇ ਕਿ ਡਾਕਟਰ ਸਾਹਿਬ ਨੂੰ ਲਾਬੀ ਕਰਨਾ ਨਹੀਂ ਆਉਂਦਾ। ਲਾਬੀ ਨਾ ਕਰਨ ਤੇ ਇਹ ਕੰਮ ਜਿਹੜਾ ਇਹ ਨਹੀਂ ਹੁੰਦਾ। ਲੇਕਿਨ ਉਹਨਾਂ ਨੇ ਜਿਸ ਤਰ੍ਹਾਂ ਇਸ ਦੀ ਲਾਬੀ ਕੀਤੀ ਹੈ ਕਿ ਇਸ ਕਿਤਾਬ ਨੂੰ ਇਸ ਵਕਤ ਘਰ ਘਰ ਤਕਰੀਬਨ ਪਹੁੰਚਾ ਦਿੱਤਾ ਹੈ, ਇਹ ਬੜੀ ਵੱਡੀ ਗੱਲ ਹੈ। ਔਰ ਅੱਜ ਦਾ ਦਿਨ ਜਦੋਂ ਕਿ ਕੱਲ ਪਾਕਿਸਤਾਨ ਦੇ ਵਿੱਚ ਔਰ ਪੂਰੀ ਦੁਨੀਆ ਦੇ ਵਿੱਚ ਮਾਦਰੀ ਜ਼ੁਬਾਨ ਦਾ ਦਿਨ ਮਨਾਇਆ ਜਾ ਰਿਹਾ ਹੈ, ਸਾਡੇ ਵਾਸਤੇ ਇਹ ਇਜਾਜ਼ ਕਿ ਅਸੀਂ ਡਾਕਟਰ ਆਰਫ ਕਸਾਨਾ ਸਾਹਿਬ ਦੀ ਇਸ ਕਿਤਾਬ ਦੇ ਹਵਾਲੇ ਨਾਲ ਗੱਲਬਾਤ ਕਰ ਰਹੇ ਹਾਂ, ਜਿਹਦਾ ਨਾਮ ਇਸਲਾਮੀ ਨੁਕਤਾ ਨਿਗਾਹ ਦੇ ਤੇ ਸਕਾਫਤੀ ਨੁਕਤਾ ਨਿਗਾਹ ਦੇ ਨਾਲ ਡਾਕਟਰ ਸਾਹਿਬ ਨੇ ਜਵਾਬ ਦਿੱਤਾ ਹੈ। ਉਹ ਸਾਡੇ ਵੱਡੇ ਇੰਨੀਆਂ ਗੰਭੀਰ ਗੱਲਾਂ ਉਹ ਨਹੀਂ ਸਮਝਾ ਸਕਦੇ ਜਿਹੜੀਆਂ ਇਹਨਾਂ ਨੇ ਸਮਝਾਈਆਂ ਨੇ। ਔਰ ਇਸ ਵਾਸਤੇ ਮੈਂ ਸਮਝਣਾ ਕਿ ਇਹ ਕਿਤਾਬ ਜਿਹੜੀ ਹੈ, ਕਿਹਾ ਜਾ ਰਿਹਾ ਹੈ ਕਿ ਪੰਜਾਬ ਪਾਕਿਸਤਾਨ ਦੇ ਵਿੱਚ ਛੇਤੀ ਹੀ ਪੰਜਾਬੀ ਨਿਸਾਬ ਜਿਹੜਾ ਸਕੂਲਾਂ ਦੇ ਵਿੱਚ ਸ਼ੁਰੂ ਕੀਤਾ ਜਾਏਗਾ। ਮੇਰੀ ਇਹ ਖੁਆਇਸ਼ ਹੈ ਔਰ ਮੇਰੀ ਮਲਕ ਸਾਹਿਬ, ਅਨਫੋਰਚੂਨੇਟਲੀ ਤੁਹਾਡੀ ਆਵਾਜ਼ ਜਿਹੜੀ ਹੈ ਉਹ ਮੁਨਕਤਾ ਹੋ ਗਈ। ਕਿ ਇਸ ਨਸਰ ਮਲਕ ਸਾਹਿਬ, ਅਗਰ ਤੁਸੀਂ ਸੁਣ ਰਹੇ ਹੋਗੇ ਤਾਂ ਤੁਹਾਡੀ ਆਵਾਜ਼ ਮੁਨਕਤਾ ਹੋ ਗਈ ਹੈ। ਮੈਂ ਕੋਸ਼ਿਸ਼ ਕਰਦਾ ਕਿ ਸਾਡੇ ਇੱਕ ਚੌਥੇ ਮਹਿਮਾਨ ਹਨ ਅਨੀਸ ਅਹਿਮਦ ਸਾਹਿਬ ਲਾਹੌਰ ਤੋਂ, ਅਗਰ ਉਹ ਸਾਨੂੰ ਜੁਆਇਨ ਕਰ ਸਕਣ, ਵਰਨਾ ਮੈਂ ਉਹਨਾਂ ਨੂੰ WhatsApp ਕਾਲ ਦੇ ਉੱਤੇ ਲੈ ਲੈਣਾ। ਔਰ ਇਹਦੇ ਨਾਲ ਹੀ ਤਾਰਕ ਬਰਾੜ ਸਾਹਿਬ, ਤੁਹਾਡੇ ਤੱਕ ਸਾਡੀ ਆਵਾਜ਼ ਪਹੁੰਚ ਰਹੀ ਹੈ? ਜੀ ਜੀ ਸਰ, ਆ ਰਹੀ ਹੈ ਬਿਲਕੁਲ ਆਵਾਜ਼। ਸਰ ਮੈਂ ਹੈਰਾਨ ਆ ਕਿ ਤੁਸੀਂ ਜੰਮੂ ਤੋਂ ਹੋ ਕੇ ਸਾਡੇ ਨਾਲ ਜਿਹੜਾ ਉਹ ਕਨੈਕਟ ਹੋ, ਤੇ ਸਾਡੇ ਨਸਰ ਸਾਹਿਬ ਡੈਨਮਾਰਕ ਤੋਂ ਹੋ ਕੇ,
ਜਿਹੜੇ ਉਹ ਉਹਨਾਂ ਦੀ ਆਵਾਜ਼ ਦੀ ਡਿਸਟੋਰਸ਼ਨ ਆ ਰਹੀ ਹੈ। ਤੇ ਵੈਸੇ ਇਸ ਲਿਹਾਜ਼ ਨਾਲ ਅਸੀਂ ਆਪਣੇ ਸਵੀਡਨ ਵਾਲੇ ਆਪਣੇ ਆਪ ਨੂੰ ਬੜਾ ਬਲੈਸ ਸਮਝਦੇ ਹਾਂ ਕਿ ਸਾਡੇ ਇੰਟਰਨੈਟ ਜਿਹੜੇ ਹਨ ਉਹ ਜ਼ਬਰਦਸਤ ਹਨ। ਮੈਂ ਕੋਸ਼ਿਸ਼ ਕਰਦਾ ਅਨੀਸ ਸਾਹਿਬ, ਅਗਰ ਪਹਿਲੇ ਸਭ ਤੋਂ ਪਹਿਲੇ ਡਾਕਟਰ ਸਾਹਿਬ ਤੁਸੀਂ ਕੁਇਕਲੀ ਅਨੀਸ ਸਾਹਿਬ ਦੇ ਬਾਰੇ ਦੱਸ ਛੱਡੋ ਕਿ ਇਸ ਪ੍ਰੋਜੈਕਟ ਦੇ ਵਿੱਚ ਉਹਨਾਂ ਦਾ ਕੀ ਰੋਲ ਹੈ। ਅਸਲ ਇਹ ਪ੍ਰੋਜੈਕਟ ਜਿਹੜਾ ਨਾ ਜਿਸਾਂ ਤਕਰੀਬਨ 18 ਜ਼ਬਾਨਾਂ 'ਚ ਤਰਜਮੇ ਹੋਏ ਨੇ, ਸਭ ਤੋਂ ਜ਼ਿਆਦਾ ਜਿਹੜਾ ਟਾਈਮ ਲੱਗਾ ਮਿਹਨਤ ਹੋਈ ਹੈ ਉਹ ਪੰਜਾਬੀ ਤਰਜਮੇ ਤੇ ਹੋਈ, ਇੰਨੀ ਕਿਸੇ ਤਰਜਮੇ ਤੇ ਨਹੀਂ ਹੋਈ। ਕਿਉਂਕਿ ਬਾਕੀ ਤਰਜਮਾ ਜਿਸ ਬੰਦੇ ਨੇ ਕੀਤਾ ਹੈ ਉਹਨੇ ਉਸਨੂੰ ਤਰਜਮਾ ਕੀਤਾ ਹੈ, ਉਸਨੂੰ ਛਾਪ ਦਿੱਤਾ ਹੈ, ਇਹ ਉਹ ਸਾਰੀ ਉਹਦੀ ਜ਼ਿੰਮੇਵਾਰੀ ਹੈ। ਫਾਰ ਫ੍ਰੈਂਚ 'ਚ ਹੋਇਆ, ਮੈਂ ਤਾਂ ਨਹੀਂ ਜਾਣਦਾ ਫ੍ਰੈਂਚ ਜਾਂ ਜਰਮਨ, ਮੈਂ ਨਹੀਂ ਜਾਣਦਾ। ਜੀ ਜੀ। ਪੰਜਾਬੀ ਦਾ ਤਰਜਮੇ ਦਾ ਬੜਾ ਲੰਬਾ ਸੀ, ਮਤਲਬ ਤਾਰਕ ਅਬਰਾਰ ਸਾਹਿਬ ਜਦੋਂ ਤਰਜਮਾ ਕੀਤਾ, ਤੁਹਾਨੂੰ ਪਤਾ ਹੈ ਕਿ ਪੰਜਾਬੀ ਦੇ ਸਾਡੇ ਜਿਹੜੇ ਨੇ ਲਹਿਜੇ ਔਰ ਲਫ਼ਜ਼ ਮੁਖਤਲਿਫ ਨੇ। ਸਿਆਲਕੋਟ 'ਚ ਅਸੀਂ ਕਈ ਲਫ਼ਜ਼ ਬੋਲਨੇ ਆ ਤੇ ਅਸੀਂ ਜਦੋਂ ਜਾ ਕੇ ਫੈਸਲਾਬਾਦ ਬੋਲਨੇ ਤੇ ਉਹ ਸਿਆਲਕੋਟ ਵਾਲੇ ਸਾਨੂੰ ਹੱਸਦੇ ਨੇ, ਜਾਂ ਅਸੀਂ ਮੈਂ ਤੇਰੀ ਧੌਣ ਤੇ ਮਾਰਨਾ, ਅਸੀਂ ਇੰਝ ਕਹਿੰਦੇ ਆ। ਐਸੇ ਉਹਨੂੰ ਹਸਾਉਂਦਾ ਇਹ ਕੀ ਕਹਿ ਰਹੇ। ਇਸੇ ਤਰ੍ਹਾਂ ਲਾਹੌਰ ਵਾਲੇ ਦੇ ਕੁਝ ਲਫ਼ਜ਼ ਜਿਹੜੇ ਨੇ ਉਹ ਪਿੰਡੀ ਵਾਲੇ ਨੂੰ ਅਜੀਬ ਲੱਗਦੇ। ਹੁਣ ਮਸਲਾ ਹੋਇਆ ਕਿ ਕਿਤਾਬ ਦਾ ਤਰਜਮਾ ਇਸ ਤਰ੍ਹਾਂ ਹੋਣਾ ਚਾਹੀਦਾ ਹੈ ਜਿਹੜਾ ਪੂਰੇ ਪੰਜਾਬ ਵਾਸਤੇ, ਮਤਲਬ ਕਿ ਉਹ ਇੱਕ ਹੋਏ ਕਾਬਿਲ ਕਬੂਲ ਵੀ ਹੋਏ ਤੇ ਉਹਨਾਂ ਨੂੰ ਚੰਗਾ ਲੱਗੇ। ਤਾਰਕ ਸਾਹਿਬ ਦੇ ਤਰਜਮੇ ਤੋਂ ਬਾਅਦ ਫਿਰ ਉਸਨੂੰ ਮੈਂ ਆਪ ਹੀ ਪੜ੍ਹਿਆ। ਉਹਦੇ 'ਚ ਫਿਰ ਜਿਹੜੇ ਮੈਂ ਕੁਛ ਆਪਣੇ ਅਲਫਾਜ਼ ਜਿਹੜੇ ਨੇ ਉਹ ਇਸ ਤਰ੍ਹਾਂ ਦੇ ਬਦਲੇ, ਕੋਸ਼ਿਸ਼ ਕੀਤੀ ਕਿ ਜਿਹੜੇ ਇਸ ਸਾਈਡ ਤੋਂ ਵੀ ਆਉਣ। ਫਿਰ ਆਪਣਾ ਮੇਰਾ ਦਾਮਾਦ ਮੁਨੀਬ, ਉਸਨੇ ਉਹਨੂੰ ਪੜ੍ਹ ਕੇ ਉਹਨੇ ਵਿੱਚ ਕੁਝ ਸੁਜੈਸ਼ਨ ਦਿੱਤੀ। ਤਾਂ ਜਿਹੜੇ ਅਨੀਸ ਸਾਹਿਬ ਹੈਗੇ ਨੇ, ਇਹ ਜਨਾਬ ਆਪਣਾ ਲਾਹੌਰ ਹੈਗੇ ਨੇ, ਇਹ ਬਹੁਤ ਅੱਛੇ ਪੰਜਾਬੀ ਦੇ ਔਰ ਉਰਦੂ ਦੇ ਸ਼ਾਇਰ ਵੀ ਨੇ, ਨਸਰ ਨਿਗਾਰ ਵੀ ਨੇ ਔਰ ਬਹੁਤ ਅੱਛੇ ਸ਼ਾਇਰ ਨੇ। ਮਤਲਬ ਮੈਂ ਤੁਹਾਨੂੰ ਰਿਕੁਐਸਟ ਕਰਾਂਗਾ ਕਿ ਇਹਨਾਂ ਦੇ ਨਾਲ ਤੁਸੀਂ ਦੋ ਵੱਖਰੀਆਂ ਨਸ਼ਿਸਤਾਂ ਰੱਖੋ, ਇੱਕ ਉਰਦੂ ਸ਼ਾਇਰੀ ਦੇ ਬਾਰੇ ਔਰ ਇੱਕ ਪੰਜਾਬੀ ਸ਼ਾਇਰੀ ਦੇ ਬਾਰੇ। ਔਰ ਉਸ ਤੋਂ ਬਾਅਦ ਇੱਕ ਕੰਪੋਜ਼ਰ ਵੀ ਨੇ, ਪਬਲਿਸ਼ਰ ਵੀ ਨੇ, ਸਭ ਤੋਂ ਬੜੀ ਬਹੁਤ ਅੱਛੇ ਇਨਸਾਨ ਨੇ, ਇੰਤਹਾਈ ਪੋਲਾਈਟ ਔਰ ਇੰਤਹਾਈ ਨਫੀਸ ਇਨਸਾਨ। ਮਤਲਬ ਕਿ ਮੈਨੂੰ ਖੁਸ਼ੀ ਹੈ ਕਿ ਮੇਰਾ ਇਹਨਾਂ ਦੇ ਨਾਲ ਤਾਲੁਕ ਹੈ। ਇਹ ਫਿਰ ਮੈਂ ਜਦੋਂ ਲਾਹੌਰ ਗਿਆ 2 ਸਾਲ ਪਹਿਲੇ, ਉੱਥੇ ਪੰਜਾਬ ਯੂਨੀਵਰਸਿਟੀ ਕਾਨਫਰੰਸ ਸੀ ਬਾਬਾ ਫਰੀਦ ਔਰ ਬਾਬਾ ਗੁਰੂ ਨਾਨਕ ਤੇ, ਉੱਥੇ ਫਿਰ ਆਏ, ਉਹਨਾਂ ਨਾਲ ਮੁਲਾਕਾਤ ਵੀ ਹੋਈ। ਫਿਰ ਇਹਨਾਂ ਨੂੰ ਮੈਂ ਦੱਸਿਆ, ਮੈਂ ਕਿਹਾ ਜੀ ਇਸ ਤਰ੍ਹਾਂ ਪੰਜਾਬੀ ਕਿਤਾਬ ਦਾ ਕਰਨਾ ਚਾਹੁੰਦੇ ਹਾਂ, ਕਿ ਜੀ ਕਿ ਤੁਸੀਂ, ਮੈਂ ਚੂੰਕਿ ਪੰਜਾਬੀ ਜ਼ੁਬਾਨ ਤੇ ਸ਼ਾਇਰੀ ਵੀ ਕਰਨਾ, ਲਿਖਣਾ ਵੀ ਆ, ਮੈਂ ਇਹਨੂੰ ਦੇਖਾਂ। ਔਰ ਇਹਨਾਂ ਨੇ ਬੜੀ ਮਿਹਨਤ ਕੀਤੀ ਇਹਦੇ ਤੇ। ਸਵੀਡਿਸ਼ ਕਿਤਾਬ ਦਾ ਤਰਜਮਾ ਵੀ ਇਹਨਾਂ ਕੋਲੋਂ ਮੈਂ ਛਪਵਾਇਆ ਲਾਹੌਰੋਂ। ਔਰ ਇਹਨਾਂ ਨੇ ਫਿਰ ਇਸ ਮਸਵਦੇ ਤੇ ਇਤਨੀ ਮਿਹਨਤ ਕੀਤੀ ਕਿ ਮੈਂ ਸਮਝਣਾ ਕਿ ਜਿਸ ਤਰ੍ਹਾਂ ਤਾਰਕ ਅਬਰਾਰ ਸਾਹਿਬ ਨੇ ਮਿਹਨਤ ਕੀਤੀ ਹੈ ਨਾ, ਉਸ ਤੋਂ ਬਾਅਦ ਅਨੀਸ ਸਾਹਿਬ ਨੇ ਬਾਰ-ਬਾਰ ਮਸਵਦੇ ਨੂੰ 2-3 ਵਾਰੀ ਪੜ੍ਹ ਕੇ ਫਿਰ ਉਹਦੇ 'ਚ ਨੋਕ ਪਲਕ, ਇਸਲਾਹ, ਉਹਦੇ 'ਚ ਇਜ਼ਾਫੇ, ਔਰ ਇਹਨਾਂ ਦੀ ਮਿਹਨਤ ਦੀ ਵਜ੍ਹਾ ਨਾਲ ਇਹ ਕਿਤਾਬ ਜਿਹੜੀ ਆਈ। ਇਹ ਦੋ ਬੰਦੇ ਬੁਨਿਆਦੀ ਰੋਲ ਰੱਖਦੇ ਨੇ, ਤਾਰਕ ਅਬਰਾਰ ਸਾਹਿਬ ਔਰ ਅਨੀਸ ਸਾਹਿਬ। ਅਗਰ ਇਹ ਦੋ ਬੰਦੇ ਨਾ ਹੁੰਦੇ ਤਾਂ ਕਿਤਾਬ ਦਾ ਤਰਜਮਾ ਨਹੀਂ ਸੀ ਛਪਣਾ। ਫਿਰ ਪ੍ਰੋਫੈਸਰ ਨਬੀਲਾ ਰਹਿਮਾਨ ਸਾਹਿਬਾਂ ਨੇ ਇਸ ਨੂੰ ਬੜੀ ਅੱਛੀ ਤਰ੍ਹਾਂ ਦੇਖਿਆ ਔਰ ਉਹਨਾਂ ਨੇ ਫਾਈਨਲੀ ਬਹੁਤ ਜ਼ਿਆਦਾ ਮਿਹਨਤ ਕਰਕੇ ਉਹਨਾਂ ਨੇ ਮਜ਼ੀਦ, ਯਾਨੀ ਆਖਰੀ ਸਮਝੋ ਕਿ ਉਹਨਾਂ ਨੇ ਉਹਦੇ ਤੇ ਨਜ਼ਰਸਾਨੀ ਕਰਕੇ ਕੀਤਾ, ਔਰ ਇਹਨਾਂ ਤਿੰਨਾਂ ਲੋਕਾਂ ਦੀ ਵੀ ਇਹਨਾਂ ਕਿਤਾਬ ਆ ਗਈ ਸਾਡੇ ਸਾਹਮਣੇ। ਜੀ ਡਾਕਟਰ ਸਾਹਿਬ, ਮੇਰੇ ਫੋਨ ਤੇ ਹੁੰਦਾ ਹੈ ਕਿਉਂਕਿ ਥੋੜਾ ਜਿਹਾ ਮੁਸ਼ਕਲ ਹੈ ਉਹਨਾਂ ਨੂੰ ਇਸ ਸੌਫਟਵੇਅਰ ਦੇ ਅੰਦਰ ਅਸੀਂ ਥੋੜੇ ਜਿਹੇ ਮਸਲੇ ਮਸਾਇਲ ਆ ਰਹੇ। ਅਨੀਸ ਸਾਹਿਬ, ਆਵਾਜ਼ ਆ ਰਹੀ ਹੈ ਤੁਹਾਨੂੰ? ਜੀ ਆਵਾਜ਼ ਆ ਰਹੀ ਹੈ ਜਨਾਬ ਸੇਲ ਸਾਹਿਬ। ਜੀ ਡਾਕਟਰ ਸਾਹਿਬ, ਬਾਕੀ ਸੁਣਨ ਵਾਲਿਆਂ ਤੱਕ ਵੀ ਅਨੀਸ ਸਾਹਿਬ ਦੀ ਆਵਾਜ਼ ਆ ਰਹੀ ਹੈ? ਜੀ ਬਿਲਕੁਲ ਆ ਰਹੀ। ਤੁਸੀਂ ਅਨੀਸ ਸਾਹਿਬ ਨਾਲ ਗੱਲ ਕਰ। ਜੀ ਅਨੀਸ ਸਾਹਿਬ, ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਾਨੂੰ ਜੁਆਇਨ ਕੀਤਾ ਇਸ ਪ੍ਰੋਗਰਾਮ ਦੇ ਵਿੱਚ। ਔਰ ਅਸੀਂ ਸਮਝ ਸਕਦੇ ਹਾਂ, ਟੈਕਨੀਕਲ ਪ੍ਰੋਬਲਮ ਸਮਝ ਸਕਦੇ ਹਾਂ। ਪਾਕਿਸਤਾਨ ਥੋੜੇ ਜ਼ਾਹਿਰੀ ਗੱਲ ਹੈ, ਜਿੱਥੇ ਫਾਸਲੇ ਇਤਨੇ ਹੋਣ ਉੱਥੇ ਥੋੜੇ ਬਹੁਤ ਮਸਲੇ ਆ ਜਾਂਦੇ ਨੇ, ਲੇਕਿਨ ਅਸੀਂ ਇਹਨਾਂ ਮਸਲਿਆਂ ਨੂੰ ਹੱਲ ਕਰਦੇ ਹੀ ਪ੍ਰੋਗਰਾਮ ਨੂੰ ਅੱਗੇ ਲੈ ਕੇ ਜਾਣਾ। ਸਭ ਤੋਂ ਪਹਿਲੇ ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ। ਤੇ ਤੁਹਾਡੀ ਕੀ ਇਸ ਕਿਤਾਬ ਦੇ ਵਿੱਚ ਜਿਹੜੇ ਬੱਚਿਆਂ ਦੀ ਇਖਲਾਕ ਸਤਾਰ ਕਹਾਣੀਆਂ ਹਨ, ਇਹਦੇ ਬਾਰੇ ਚ ਤੁਹਾਡਾ ਕੀ ਨੁਕਤਾ ਨਜ਼ਰ ਹੈ ਜੀ? ਸਾਰੇ ਸੰਗੀਆਂ ਬੇਲੀਆਂ ਨੂੰ ਅਸਲਾਮ ਅਲੈਕੁਮ। ਜੀ ਜੀ। ਸੁਹੇਲ ਸਫਦਰ ਸਾਹਿਬ, ਬਹੁਤ ਸ਼ੁਕਰੀਆ, ਤੁਸੀਂ ਮੈਨੂੰ ਇਸ ਬਹੁਤ ਅਹਿਮ ਪ੍ਰੋਗਰਾਮ 'ਚ ਗੱਲਬਾਤ ਕਰਨ ਦੀ ਦਾਵਤ ਦਿੱਤੀ। ਅਰਬ ਕਿਸਾਨਾ ਸਾਹਿਬ ਨਾਲ ਗਾਇਬਾਨਾ ਤਾਰਫ ਹੋਇਆ ਸੀ, ਪਿਛਲੇ ਕਿਸੇ ਦੋਸਤ ਦੇ ਜ਼ਰੀਏ ਇਹਨਾਂ ਦੇ ਨਾਲ ਰਾਬਤਾ ਹੋਇਆ। ਜੀ ਜੀ। ਔਰ ਇਹਨਾਂ ਨਾਲ ਗੱਲਬਾਤ ਹੁੰਦੀ ਰਹਿੰਦੀ ਸੀ ਤੇ ਇਹਨਾਂ ਦੀ ਅਖਲਾਕ ਸੁਧਾਰ ਕਹਾਣੀਆਂ ਦੀ ਕਿਤਾਬ ਜਿਹੜੀ ਉਹ ਮੇਰੇ ਤੱਕ ਪਹੁੰਚੀ। ਜੀ ਜੀ। ਤੇ ਪੰਜਾਬੀ ਦੇ ਵਿੱਚ ਮਾਂ ਬੋਲੀ ਚ ਸਾਇੰਸ ਆਪਣੀ। ਜੀ ਜੀ। ਮੈਂ ਬੁਨਿਆਦੀ ਤੌਰ ਤੇ ਹਮਾ ਵਕਤ ਸ਼ਾਇਰਾਂ
ਔਰ ਪਬਲਿਸ਼ਰ ਹਾਂ ਜੀ ਜੀ। ਕਿਤਾਬਾਂ ਛਾਪਣ ਵਾਸਤੇ ਮੈਂ ਜਿਹੜਾ ਉਹ ਇਹਦੇ ਚ ਕੰਪੋਜ਼ਿੰਗ ਆਪ ਕਰਦਾ। ਇਸ ਕਿਤਾਬ ਦਾ ਟਾਈਟਲ ਜਿਹੜਾ ਉਹ ਡਿਜ਼ਾਈਨ ਮੈਂ ਆਪ ਕਰਦਾ। ਔਰ ਚूंकि मैं बुनियादी तौर पर शायर हाँ इस वास्ते ਜਿਹੜੀਆਂ ਮੇਰੇ ਕੋਲ ਕਿਤਾਬਾਂ ਆਉਂਦੀਆਂ ਨੇ ਮੈਂ ਉਹਨਾਂ ਨੂੰ ਜਿਸ ਵੇਲੇ ਕੰਪੋਜ਼ਿੰਗ ਕਰਦਾ ਸਿਰਫ ਕੰਪੋਜ਼ਿੰਗ ਨਹੀਂ ਕਰਦਾ ਬਲਕਿ ਉਹਨਾਂ ਲੋਕਾਂ ਦੇ ਨਾਲ ਮੈਂ ਉਹਨਾਂ ਦੇ ਬਾਰੇ ਚ ਡਿਸਕਸ ਕਰਦਾ ਜਿਨ੍ਹਾਂ ਦੀਆਂ ਉਹ ਕਿਤਾਬਾਂ ਹੁੰਦੀਆਂ ਨੇ ਜਿਹੜੇ ਲਿਖਾਰੀ ਹੁੰਦੇ ਨੇ ਜੀ ਜੀ। ਭਾਵੇਂ ਸ਼ਾਇਰੀ ਦੀ ਹੋਵੇ ਤੇ ਭਾਵੇਂ ਨਸਰ ਦੀ ਹੋਵੇ। ਤੇ ਆਰਫ ਕਿਸਾਨਾ ਸਾਹਿਬ ਦੀ ਕਿਤਾਬ ਮੇਰੇ ਕੋਲ ਜਿਸ ਵੇਲੇ ਆਈ ਤੇ ਮੈਂ ਇਹ ਕੰਪੋਜ਼ ਹੋਈ ਸੀ ਔਰ ਇਸ ਤੇ ਜਨਾਬ ਤਾਰਿਕ ਅਬਰਾਰ ਸਾਹਿਬ ਦਾ ਨਾਮ ਲਿਖਿਆ ਸੀ ਤਰਜਮਾਕਾਰ ਦੇ ਤੌਰ ਤੇ। ਜੀ ਜੀ। ਪਹਿਲੇ ਇਹਨਾਂ ਦੀ ਕਿਤਾਬ ਉਰਦੂ ਦੇ ਵਿੱਚ ਛਪ ਚੁੱਕੀ ਹੈ ਔਰ ਉਹ ਬੜੀਆਂ ਵਧਾਈਆਂ ਲੈ ਚੁੱਕੀ ਹੈ, ਬੜੇ ਇਨਾਮ ਮਿਲੇ ਨੇ ਪਾਕਿਸਤਾਨ ਚ ਵੀ ਔਰ ਸਾਰੀ ਦੁਨੀਆ ਚ ਉਹਨੂੰ ਜਿਹੜਾ ਬੜਾ ਸਰਾਹਿਆ ਗਿਆ ਹੈ। ਜੀ ਜੀ। ਪਹਿਲੇ ਇਹ ਪੰਜਾਬੀ ਤਰਜਮਾ ਹੋਇਆ ਹੈ, ਹੋਰ ਜ਼ੁਬਾਨਾਂ ਚ ਵੀ ਤਰਜਮਾ ਹੋਇਆ ਹੈ, ਹੋਰ ਜ਼ੁਬਾਨਾਂ ਚ ਕਿਤਾਬ ਛਪੀ ਹੈ। ਤੇ ਇਸ ਤੋਂ ਪਹਿਲੇ ਇਹਨਾਂ ਦੀ ਜਿਹੜੀ ਸਵੀਡਿਸ਼ ਜ਼ੁਬਾਨ ਚ ਕਿਤਾਬ ਛਪੀ ਹੈ ਕਹਾਣੀਆਂ, ਮੈਂ ਉਹ ਜ਼ੁਬਾਨ ਤੇ ਨਹੀਂ ਜਾਣਦਾ ਸੀ। ਇਹਨਾਂ ਨੇ ਮੈਨੂੰ ਉਹ ਕੰਪੋਜ਼ਿੰਗ ਕਰਕੇ ਭੇਜੀ। ਮੈਂ ਉਹ ਕਿਤਾਬ ਜਿਹੜੀ ਹੈ ਉਸਨੂੰ ਪ੍ਰਿੰਟ ਕੀਤਾ ਤੇ ਕਿਤਾਬ ਜਿਸ ਵੇਲੇ ਇਹਨਾਂ ਤੱਕ ਪਹੁੰਚੀ ਹੈ ਬਹੁਤ ਖੁਸ਼ ਹੋਏ ਕਿ ਕਿਤਾਬ ਜਿਹੜੀ ਹੈ ਉਹ ਬਹੁਤ ਅੱਛੀ ਛਪੀ ਹੈ। ਮਾਸ਼ਾਅੱਲਾ। ਅਖਲਾਕ ਸੁਧਾਰ ਕਹਾਣੀਆਂ ਦੀ ਕਿਤਾਬ ਜਿਸ ਵੇਲੇ ਮੈਂ ਕੰਪੋਜ਼ਿੰਗ ਦੀਆਂ ਗਲਤੀਆਂ ਚੈੱਕ ਕਰ ਰਿਹਾ ਸਾਂ ਜਾਂ ਉਸਦੀ ਪ੍ਰੂਫ ਰੀਡਿੰਗ ਕਰ ਰਿਹਾ ਸਾਂ ਜਾਂ ਉਸ ਤੇ ਇੱਕ ਨਜ਼ਰ ਡਾਲ ਰਿਹਾ ਸਾਂ ਤੇ ਮੈਨੂੰ ਕਾਫੀ ਜਗ੍ਹਾ ਤੇ ਮਹਿਸੂਸ ਹੋਇਆ ਕਿ ਇਹ ਕਿਸੇ ਪ੍ਰੋਪਰ ਤੌਰ ਤੇ ਨਾ ਕਿਸੇ ਪੰਜਾਬੀ ਨੇ ਇਸ ਦਾ ਤਰਜਮਾ ਨਹੀਂ ਕੀਤਾ। ਆਰਫ ਕਿਸਾਨਾ ਸਾਹਿਬ ਜਿਹੜੇ ਨੇ ਇਹ ਫੁੱਲ ਪੇਮੈਂਟ ਮੈਨੂੰ ਐਡਵਾਂਸ ਦੇ ਚੁੱਕੇ ਸਨ। ਜੀ ਜੀ ਜੀ। ਪਬਲਿਸ਼ਰ ਦਾ ਕੰਮ ਕਿਤਾਬ ਦੇ ਉੱਤੇ ਤਨਕੀਦ ਕਰਨਾ ਨਹੀਂ ਹੁੰਦਾ, ਉਸ ਦਾ ਕੰਮ ਹੁੰਦਾ ਹੈ ਕਿ ਉਸ ਕਿਤਾਬ ਨੂੰ ਉਹ ਦੇਖਦੇ ਨੇ ਔਰ ਉਹ ਕਿਤਾਬ ਦੇਖ ਕੇ ਜਿਹੜਾ ਉਸਨੂੰ ਪ੍ਰਿੰਟ ਕਰ ਦਿੰਦੇ ਨੇ ਔਰ ਉਸਦੀ ਕੁਆਲਿਟੀ ਜੋ ਨਜ਼ਰ ਰੱਖਦਾ ਹੈ ਪਬਲਿਸ਼ਰ ਜਿਹੜਾ ਹੈ। ਲੇਕਿਨ ਕਿਉਂਕਿ ਮੈਂ ਆਪ ਲਿਖਾਰੀਆਂ ਮੇਰੀਆਂ 5-6 ਕਿਤਾਬਾਂ ਛਪੀਆਂ ਨੇ, 9-10 ਕਿਤਾਬਾਂ ਛਪਣ ਵਾਲੀਆਂ ਪਈਆਂ ਨੇ ਤੇ ਇਸ ਵਾਸਤੇ ਮੈਂ ਜਿਸ ਵੇਲੇ ਕੋਈ ਕਿਤਾਬ ਮੇਰੇ ਕੋਲ ਛਪਣ ਵਾਸਤੇ ਆਉਂਦੀ ਹੈ ਤੇ ਉਸਨੂੰ ਮੈਂ ਜਿਹੜਾ ਨਾ ਅੱਛੇ ਤਰੀਕੇ ਨਾਲ ਮੈਂ ਇੱਕ ਵਾਰੀ ਦੇਖਦਾ ਜ਼ਰੂਰ ਹਾਂ ਕਿ ਕਿਆ ਮੈਂ ਇਸ ਦੋਸਤ ਦੇ ਨਾਲ ਗੱਲਬਾਤ ਕਰ ਸਕਦਾ ਇਸ ਕਿਤਾਬ ਦੇ ਉੱਤੇ। ਤੇ ਮੈਨੂੰ ਐਡਵਾਂਸ ਦੇ ਚੁੱਕੇ ਸਨ। ਪਹਿਲੇ ਵੀ ਇਹ ਕਾਫੀ ਦਫਾ ਮਸਾਇਲ ਐਸੇ ਆਏ ਨੇ ਕਿ ਕੋਈ ਮੇਰੇ ਕੋਲ ਕਿਤਾਬ ਆਈ ਹੈ ਤੇ ਮੈਂ ਦੋਸਤ ਨੂੰ ਮਸ਼ਵਰਾ ਦਿੱਤਾ ਹੈ ਤੇ ਉਹਨੇ ਕਿਹਾ ਕਿ ਜਨਾਬ ਤੁਸੀਂ ਪਬਲਿਸ਼ਰ ਹੋ, ਤੁਸੀਂ ਪੈਸੇ ਲੈਣੇ ਨੇ ਕਿਤਾਬ ਛਾਪ ਦਿਓ। ਮੈਂ ਉਹਨਾਂ ਨੂੰ ਕਹਿਣਾ ਕਿ ਜਨਾਬ ਮੈਂ ਖਾਲੀ ਪਬਲਿਸ਼ਰ ਨਹੀਂ ਬਲਕਿ ਮੈਂ ਲਿਖਾਰੀ ਹਾਂ, ਮੈਂ ਸ਼ਾਇਰ ਹਾਂ, ਮੈਂ ਅਦੀਬ ਹਾਂ, ਕਾਲਮਿਸਟ ਹਾਂ ਤੇ ਇਸ ਵਾਸਤੇ ਮੇਰਾ ਇਹ ਹੱਕ ਬਣਦਾ ਹੈ ਕਿ ਮੈਂ ਤੁਹਾਨੂੰ ਜਿਹੜਾ ਨਾ ਇਸ ਨੁਕਤਾ ਨਜ਼ਰ ਨਾਲ ਤੁਹਾਡੇ ਨਾਲ ਮੈਂ ਗੱਲਬਾਤ ਕਰਾਂ। ਅਗਰ ਤੁਸੀਂ ਕਿਤਾਬ ਨੂੰ ਤੁਹਾਡੀ ਤਹਿਰੀਰ ਹੈ, ਅਗਰ ਇਹਦੇ ਤੁਸੀਂ ਇਸ ਤਰ੍ਹਾਂ ਕਰ ਲਓ ਤੇ ਇਹ ਜ਼ਿਆਦਾ ਬਿਹਤਰ ਰਹੇਗੀ। ਬਹੁਤ ਸਾਰੇ ਦੋਸਤ ਜਿਹੜੇ ਨੇ ਉਹ ਕਬੂਲ ਕਰ ਲੈਂਦੇ ਨੇ ਲੇਕਿਨ ਬਹੁਤ ਸਾਰੇ ਦੋਸਤ ਐਸੇ ਵੀ ਨੇ ਜਿਹੜੇ ਕਬੂਲ ਨਹੀਂ ਕਰਦੇ। ਉਹ ਕਿਤਾਬ ਛਾਪਣ ਲੱਗਿਆ ਬੜਾ ਦੁੱਖ ਹੁੰਦਾ ਹੈ ਜਿਹਦੇ ਵਿੱਚ ਕੋਈ ਕਮੀ ਜਾਂ ਸੁਕਮ ਮਹਿਸੂਸ ਹੋਏ ਔਰ ਉਹ ਲੋਕ ਜਿਹੜੇ ਨੇ ਉਹ ਕਹਿਣ ਕੇ ਛਾਪ ਦਿਓ। ਜੀ ਜੀ। ਆਰਫ ਕਿਸਾਨਾ ਸਾਹਿਬ ਨੇ ਪੈਸੇ ਦੇ ਦਿੱਤੇ ਸਨ ਮੈਨੂੰ ਐਡਵਾਂਸ ਔਰ ਮੈਂ ਕਿਤਾਬ ਜਿਸ ਵੇਲੇ ਪੜ੍ਹੀ ਤੇ ਮੈਨੂੰ ਥੋੜਾ ਮਹਿਸੂਸ ਹੋਇਆ ਕਿ ਤਾਰਿਕ ਅਬਰਾਰ ਸਾਹਿਬ ਨੇ ਇਸ ਦੇ ਉੱਤੇ ਬਹੁਤ ਮਿਹਨਤ ਕੀਤੀ ਹੈ ਲੇਕਿਨ ਚੂੰਕਿ ਬੁਨਿਆਦੀ ਤੌਰ ਤੇ ਉਹ ਪੰਜਾਬੀ ਨਹੀਂ ਕਸ਼ਮੀਰੀ ਨੇ ਇਸ ਵਾਸਤੇ ਇਹਦੇ ਚ ਲਫ਼ਜ਼ੀ ਗਲਤੀਆਂ ਜਿਹੜੀਆਂ ਨਾ ਜ਼ੁਬਾਨ ਦੀਆਂ ਗਲਤੀਆਂ ਜਿਹੜੀਆਂ ਨੇ ਉਹ ਬੋਲੀ ਦੀਆਂ ਗਲਤੀਆਂ ਬਹੁਤ ਸਾਰੀਆਂ ਜਗ੍ਹਾ ਤੇ ਮੌਜੂਦ ਨੇ। ਜੀ ਜੀ। ਤੇ ਆਰਫ ਕਿਸਾਨਾ ਸਾਹਿਬ ਨੂੰ ਮੈਂ ਪਰੇਸ਼ਾਨ ਸਾਂ ਕਿ ਮੈਂ ਇਹਨਾਂ ਨੂੰ ਕਿਸ ਤਰ੍ਹਾਂ ਦੱਸਾਂ ਕਿ ਡਾਕਟਰ ਸਾਹਿਬ ਬੜੇ ਫਲੈਕਸੀਬਲ ਬੰਦੇ ਹਨ ਜੀ। ਡਾਕਟਰ ਸਾਹਿਬ ਨੇ ਬੜੇ ਜੀ ਜੀ। ਮੈਂ ਇਹਨਾਂ ਨੂੰ ਕਿਸ ਤਰ੍ਹਾਂ ਦੱਸਾਂ ਕਿ ਇਸ ਕਿਤਾਬ 'ਚ ਥੋੜੀ ਜਿਹੀ ਜਿਹੜਾ ਨਾ ਉਹ ਨਜ਼ਰਸਾਨੀ ਦੀ ਜ਼ਰੂਰਤ ਹੈ। ਜੀ ਜੀ। ਔਰ ਅੱਲਾ ਦਾ ਕਰਨਾ ਇਹ ਹੋਇਆ ਕਿ ਇਹਨਾਂ ਨੇ ਇੱਕ ਦਿਨ ਮੇਰੇ ਕੋਲੋਂ ਆਪ ਪੁੱਛ ਲਿਆ ਕਿ ਕਿਤਾਬ ਕਿੱਥੇ ਤੱਕ ਪਹੁੰਚੀ ਹੈ। ਮੈਂ ਕਿਹਾ ਜੀ ਮੈਂ ਦੇਖ ਰਿਹਾ ਹਾਂ ਗਲਤੀਆਂ। ਇਹਨਾਂ ਕਹੇ ਜੇ ਗਲਤੀਆਂ ਲਾ ਰਹੇ ਹੋ ਤੇ ਕਿਤਾਬ ਦੇ ਬਾਰੇ ਤੁਹਾਡਾ ਕੀ ਖਿਆਲ ਹੈ। ਮੈਂ ਕਿਹਾ ਜੀ ਤਾਰਿਕ ਅਬਰਾਰ ਸਾਹਿਬ ਨੇ ਬਹੁਤ ਮਿਹਨਤ ਕੀਤੀ ਹੈ ਕਿਤਾਬ ਦੇ ਉੱਤੇ ਔਰ ਕਿਸੇ ਗੈਰ ਪੰਜਾਬੀ ਦਾ ਪੰਜਾਬੀ ਜ਼ੁਬਾਨ ਨੂੰ ਇਸ ਤਰ੍ਹਾਂ ਤਰਜਮਾ ਕਰਨਾ ਇਹ ਬਹੁਤ ਵੱਡਾ ਕੰਮ ਹੈ ਉਹਨਾਂ ਦਾ। ਉਹਨਾਂ ਦੇ ਨੀਅਤ 'ਚ ਉਹਨਾਂ ਦੀ ਮੁਹੱਬਤ 'ਚ ਕਿਸੇ ਕਿਸਮ ਦਾ ਕੋਈ ਸ਼ੱਕ ਨਹੀਂ। ਉਹਨਾਂ ਨੇ ਬਹੁਤ ਕੰਮ ਕੀਤਾ ਹੈ ਲੇਕਿਨ ਇਹਦੇ 'ਚ ਚੂੰਕਿ ਬੁਨਿਆਦੀ ਤੌਰ ਤੇ ਕਸ਼ਮੀਰੀ ਨੇ ਔਰ ਉਹ ਪੰਜਾਬੀ ਦੇ ਉਹ ਲਫ਼ਜ਼ ਇਹਨਾਂ 'ਚ ਸ਼ਾਮਲ ਨਹੀਂ ਜਿਹੜੇ ਹੋਣੇ ਚਾਹੀਦੇ ਨੇ। ਇਸ ਵਾਸਤੇ ਇਹਦੇ ਥੋੜੀ ਜਿਹੀ ਤਬਦੀਲੀ ਦੀ ਜ਼ਰੂਰਤ ਹੈ। ਸੁਹੇਲ ਸਫਦਰ ਸਾਹਿਬ ਨਾਲ ਹੀ ਮੈਂ ਨਾ ਥੋੜਾ ਡਰ ਵੀ ਗਿਆ। ਬੰਦਾ ਲਾਲਚੀ ਵੀ ਹੁੰਦਾ ਹੈ ਤੇ ਮੈਂ ਕਿਹਾ ਜੀ ਇਹ ਆਰਡਰ ਨਾ ਕੈਂਸਲ ਕਰ ਦੇਣਾ 60,000 ਵਾਪਸ ਆਣੇ ਤੇ ਲੇਕਿਨ ਇਹਨਾਂ ਦਾ ਜਿਹੜਾ ਨਾ ਮੈਂ ਰਵੱਈਆ ਦੇਖਿਆ ਕਿ ਇਹਨਾਂ ਨੇ ਕਿਹਾ ਜਾਨੀ ਸਭ ਤੁਸੀਂ ਇਸ ਕਿਤਾਬ ਨੂੰ ਦੇਖੋ। ਤਾਂ ਉਸ ਕਿਤਾਬ ਨੂੰ ਮੈਂ ਥੋੜਾ ਦੇਖਿਆ। ਫਿਰ ਇਹ ਡਾਕਟਰ ਨਬੀਲਾ ਰਹਿਮਾਨ ਸਾਹਿਬਾ ਕੋਲ ਕਿਤਾਬ ਚਲੀ ਗਈ। ਉਹਨਾਂ ਨੇ ਇਸ ਨੂੰ ਦੇਖਿਆ ਤੇ ਉਹਦੇ 'ਚ ਜਿੱਥੇ ਤੱਕ ਹੋ ਸਕਿਆ ਇਸ ਦੀ ਪੰਜਾਬੀ ਜ਼ੁਬਾਨ ਨੂੰ ਬਿਹਤਰ ਕੀਤਾ ਗਿਆ।
लेकिन चूंकि काम बुनियादी तौर पर तारिक अबरार साहब ने किया सी, इस वास्ते बतौर तर्जुमाकार ਉਹਨਾਂ ਦਾ ਨਾਂ ਹੀ ਜਿਹੜਾ ਹੈਗਾ ਨਾ ਉਹਨਾਂ ਦਾ ਹੱਕ ਬਣਦਾ ਸੀ, ਉਹ ਡਿਜ਼ਰਵ ਕਰਦੇ ਸਨ। ਇਸ ਵਾਸਤੇ ਅਸੀਂ ਉਹਨਾਂ ਨੂੰ ਜਿਹੜਾ ਨਾ ਉਹਨਾਂ ਦਾ ਨਾਮ ਹੀ ਜਿਹੜਾ ਇਹਨਾਂ ਨੇ ਆਰਿਫ ਕਿਸਾਨਾ ਸਾਹਿਬ ਨੇ ਰਹਿਣ ਦਿੱਤਾ। ਔਰ ਸਾਨੂੰ ਵੀ ਇਸ ਗੱਲ ਦੀ ਖੁਸ਼ੀ ਹੋਈ ਕਿ ਇਹ ਕ੍ਰੈਡਿਟ ਉਹਨਾਂ ਦੇ ਹੱਕ 'ਚ ਗਿਆ ਹੈ। ਔਰ ਉਹ ਜਿੱਥੇ ਉਹ ਅੱਛੇ ਲਿਖਾਰੀ ਹੋਣੇ ਨੇ ਉੱਥੇ ਬਹੁਤ ਅੱਛੇ ਇਨਸਾਨ ਵੀ ਨੇ, ਜਿਨ੍ਹਾਂ ਨੇ ਆਰਿਫ ਕਿਸਾਨਾ ਸਾਹਿਬ ਨੇ ਦੱਸਿਆ ਕਿ ਇਸ ਦਾ ਉਹਨਾਂ ਨੇ ਕੋਈ ਕਿਸੇ ਕਿਸਮ ਦਾ ਮੁਆਵਜ਼ਾ ਨਹੀਂ ਲਿਆ, ਬਲਕਿ ਉਹਨਾਂ ਨੇ ਖਿਦਮਤ ਅਦਬ ਦੇ ਤੌਰ ਦੇ ਉੱਤੇ ਇਸ ਦਾ ਤਰਜਮਾ ਕੀਤਾ ਹੈ। ਬੜੀ ਖੁਸ਼ੀ ਹੋਈ। ਸੁਹੇਲ ਸਫਦਰ ਸਾਹਿਬ ਕਿਤਾਬ ਅਖਲਾਕ ਸੁਧਾਰ ਕਹਾਣੀਆਂ ਜਿਹੜੀਆਂ ਨੇ ਇਹ ਬੱਚਿਆਂ ਲਈ ਸੌਖੇ ਤੇ ਮਨਮੋਹਣੇ ਰੰਗ ਅੰਗ ਤੇ ਢੰਗ ਵਿੱਚ ਲਿਖੀ ਗਈ ਹੈ। ਹਰ ਜ਼ੁਬਾਨ 'ਚ ਕਿਸੇ ਜਿਹੜੀ ਬੁਨਿਆਦੀ ਤੌਰ ਤੇ ਕਿਤਾਬ ਜਿਸ ਜ਼ੁਬਾਨ ਦੇ ਵਿੱਚ ਲਿਖੀ ਜਾਏ ਉਸਨੂੰ ਜਿਸ ਵੇਲੇ ਦੂਜੀ ਜ਼ੁਬਾਨ 'ਚ ਤਰਜਮਾ ਕੀਤਾ ਜਾਏ ਉਹਦੇ ਕੋਈ ਥੋੜਾ ਬਹੁਤ ਫਰਕ ਰਹਿ ਜਾਂਦਾ ਹੈ। ਉਸ ਰੂਹ ਨੂੰ ਉਹਦੇ 'ਚ ਦੂਸਰੇ ਤਰਜਮਾ ਵਾਲੀ ਕਿਤਾਬ 'ਚ ਨਹੀਂ ਲਿਆਇਆ ਜਾ ਸਕਦਾ ਜਿਹੜੀ ਤਰਜਮਾ ਹੋ ਚੁੱਕੀ ਹੁੰਦੀ ਹੈ, ਜਿਹੜੀ ਪਹਿਲੇ ਲਿਖੀ ਜਾ ਚੁੱਕੀ ਹੁੰਦੀ ਹੈ। ਆਰਿਫ ਕਿਸਾਨਾ ਸਾਹਿਬ ਨੇ ਚूंकि ਕਿਤਾਬ ਸਭ ਤੋਂ ਪਹਿਲੇ ਉਰਦੂ 'ਚ ਲਿਖੀ ਹੈ, उर्दू और पंजाबी च कोई इतना ज़्यादा फर्क नहीं है, बल्कि उर्दू जी है वो पंजाबी ज़ुबान के बहुत सारे लफ्ज़ उहदे च मौजूद ने। पंजाबी ज़ुबान 1500-2000 साल पहले की ज़ुबान है और उर्दू जी है वो 2-3 सदियां पहले की ज़ुबान है। तो इस वास्ते इहदे च और पंजाबी च कोई ज़्यादा फर्क नहीं, क्योंकि इस इलाके च उर्दू बोली जाती है, लश्करी ज़ुबान है। बादशाह ने जरूरत महसूस की कि वो फारसी बोलते सन, तुर्की बोलते सन, ਤੇ ਉਹਨਾਂ ਨੇ ਇਹ ਜ਼ਰੂਰਤ ਮਹਿਸੂਸ ਕੀਤੀ। ਨਹੀਂ ਸਾਹਿਬ ਮੈਂ ਇਸ ਪੂਰੇ ਨਹੀਂ ਸਾਹਿਬ ਮੈਂ ਤੁਹਾਨੂੰ ਨਹੀਂ ਸਾਹਿਬ ਅਗਰ ਮੈਂ ਤੁਹਾਨੂੰ ਥੋੜਾ ਇੰਟਰਪਟ ਕਰਾਂਗਾ, ਉਹਦੀ ਵਜ੍ਹਾ ਇਹ ਹੈ ਮੈਂ ਡਾਕਟਰ ਇੱਕ ਤਾਂ ਮੈਂ ਤੁਹਾਡੇ ਬਾਰੇ ਜਾਣਦਾ ਹੈਗਾ ਪਹਿਲੇ, एक दूसरा मेरे बड़े थोड़ी देर पहले साढ़े मुश्ताक कमर साहब भुलेखा दे मुदीर और रेडियो FM और बड़े वड्डे शायर पंजाब दे भी बड़े अच्छे शायर, उन्हां दा भी मैसेज आ गया तुहाडे बारे कि नहीं साहब बड़े बेहतरीन इंसान हैं। और डॉक्टर साहब ने और काफी लोगों ने तुहाडे बारे बहुत खूबसूरत अल्फाज जिहड़े हैं पहले ही मेरे नाल बयान कीते। तुहाडे नाल मैं इस पूरी तफसीलन एक प्रोग्राम ही करांगा जिहड़ी तुसीं इह टॉपिक दस रहे हो। ਅਸੀਂ ਇਸ ਟਾਈਮ ਕਿਉਂਕਿ ਸਾਡੇ ਕੋਲ ਵਕਤ ਦੀ ਵੀ ਥੋੜੀ ਸ਼ਾਰਟੇਜ ਹੈ ਤੇ ਅਸੀਂ ਸਿਰਫ ਇਸ ਕਿਤਾਬ ਤੋਂ ਰੈਲੇਵੈਂਟ ਤੁਹਾਡੇ ਨਾਲ ਜਿਹੜਾ ਨਾ ਉਹ ਗੱਲ ਕਰਨਾ ਚਾਹ ਰਹੇ ਸੀ। ਤੁਹਾਡੀ ਔਰ ਇਹ ਕਾਵਿਸ਼ ਜਿਹੜੀ ਹੈ ਡਾਕਟਰ ਸਾਹਿਬ ਨੇ ਬਕਾਇਦਾ ਮੇਰੇ ਨਾਲ ਡਿਸਕਸ ਵੀ ਕੀਤਾ ਸੀ ਕਿ ਨੀਸ ਸਾਹਿਬ ਨੇ ਬੜਾ ਇਹਦੇ ਤੇ ਆਪਣਾ ਸਿਰ ਤੋੜ ਕੋਸ਼ਿਸ਼ ਕਰਕੇ ਬੜੀ ਖੂਬਸੂਰਤ ਅੰਦਾਜ਼ ਨਾਲ ਇਹਦਾ ਰਿਵਿਊ ਕੀਤਾ ਤੇ ਮੈਂ ਥੋੜਾ ਜਿਹਾ ਨਾ ਤਾਰਿਕ ਅਬਰਾਰ ਸਾਹਿਬ ਦੀ ਤਰਫ ਜਾਣਾ ਚਾਹ ਰਿਹਾ ਕਿਉਂਕਿ ਉਹ ਇੱਕ ਤੋਂ ਜੰਮੂ ਤੋਂ हैं और दूसरा उन्होंने एक कोशिश की है, मैं थोड़े उन्होंने गपशप लाना चाह रहा, नौजवान हैं और मैं नौजवानों वैसे ही बड़ा पसंद करदा अगर वो कोई ऐसी चीज़ दे विच हत्थ पान ਜਿਹੜੀ ਜਿਹਦੇ ਕਿਸੇ ਨੇ ਪਾਇਆ ਨਾ ਹੋਏ ਜੀ। ਤੇ ਤੁਸੀਂ ਸਾਡੇ ਨਾਲ ਫੋਨ ਦੇ ਉੱਤੇ ਰਹੋ ਤੇ ਇਨਸ਼ਾਅੱਲਾ ਅਸੀਂ ਤੁਹਾਡੇ ਕੋਲੋਂ ਇਖਤਤਾਮੀ ਕਲਾਮਾਤ ਜ਼ਰੂਰ ਲਵਾਂਗੇ ਅਗਰ ਤੁਸੀਂ ਮਸਰੂਫ ਨਹੀਂ ਹੋਤਾ, ਕਿਉਂਕਿ ਮੈਂ ਜਨਾਬ ਸਾਰੀ ਮਸਰੂਫੀਅਤ ਮੇਰੀ ਇਸ ਵੇਲੇ ਜਿਹੜਾ ਨਾ ਅਖਲਾਕ ਸੁਧਾਰ ਕਹਾਣੀਆਂ ਜੀ ਜੀ जी जी ਤੁਸੀਂ ਪ੍ਰੋਗਰਾਮ ਸੁਣੋ, ਮੈਂ ਥੋੜਾ ਜਿਹਾ ਨਾ ਟਾਈਮ ਜਿਹੜਾ ਨਾ ਉਹ ਟਾਈਮ ਤੁਸੀਂ ਉਹਨਾਂ ਨਾਲ ਗੱਲਬਾਤ ਕਰੋ, ਮੈਂ ਇੰਤਜ਼ਾਰ ਕਰਾਂਗਾ। ਓਕੇ ਜੀ ਓਕੇ, ਮੈਂ ਤੁਹਾਨੂੰ ਦੁਬਾਰਾ ਕਾਲ ਦੇ ਉੱਤੇ ਲੈਣਾ, ਠੀਕ ਹੈ ਜੀ। ਓਕੇ ਜੀ ਅਬਰਾਰ ਭਾਈ ਕੀ ਹਾਲ ਹੈ ਜੀ? ਜੀ ਜੀ ਬਿਲਕੁਲ ਖੈਰੀਅਤ। ਮੈਂ ਕਿਉਂ ਤੁਹਾਡੇ ਤਰਫ ਆਇਆ ਉਹਦੀ ਵਜ੍ਹਾ ਇਹ ਹੈ ਕਿ ਇੱਕ ਐਸਾ ਬੰਦਾ ਜਿਹੜਾ ਇੱਕ ਐਸੇ ਰੀਜਨ ਦੇ ਵਿੱਚ ਰਹਿੰਦਾ ਹੈ ਜਿਹਦੇ ਕੋਲ ਮਾਈਟ ਵੀ ਤੁਹਾਡੇ ਕੋਲ ਮੇਰੇ ਆਪਣੀ ਨਜ਼ਰ ਦੇ ਵਿੱਚ ਸ਼ਾਇਦ ਉਹ ਰਿਸੋਰਸਸ ਨਹੀਂ ਹੋਣਗੇ ਪੰਜਾਬੀ ਜ਼ੁਬਾਨ ਦੇ ਜਿਹੜੇ ਪੰਜਾਬ ਦੇ ਵਿੱਚ ਰਹਿਣ ਵਾਲਿਆਂ ਕੋਲ ਲੈਣ, ਔਰ ਕਿਉਂਕਿ ਰਿਵਿਊ ਲਈ ਜਿਹੜਾ ਕੰਟੈਕਸਟ ਤੁਸੀਂ ਭੇਜ ਸਕਦੇ, ਆਪਣਾ ਟੈਕਸਟ ਭੇਜ ਸਕਦੇ ਹੋ, ਹੋਰ ਬੜੀ ਚੀਜ਼ਾਂ ਹੁੰਦੀਆਂ ਹਨ, ਬਟ ਤੁਸੀਂ ਡਾਕਟਰ ਸਾਹਿਬ ਦੀ ਕਿਤਾਬ ਦੇ ਉੱਤੇ ਟਰਾਈ ਕੀਤੀ, कैसा लगा मतलब और तुसी इस किताब तो लर्न की कीता, तुसी की मैसेज देंदे हो अपने इर्द गिर्द लोगों वाले? सुहेल साहब और आरिफ साहब मेरी गल तो इतफाक करनगे कि पंजाबी बरे सगीर दी बहुत बड़ी ज़बान है ते ये एजाज मेरे वास्ते एजाज सी जिस टाइम आरिफ साहब ने मैनू जिहड़ा तर्जमे वास्ते मंजूरी दी। मैं इन्हों आरिफ साहब नू गुजारिश इस वास्ते की सी कि मैं इत्थे जम्मू दे बहुत बड़े जम्मू दे नहीं बड़े सगीर दे ही कह लो, इत्थे खालिद हुसैन साहब ने पंजाबी दे राइटर जी जी जम्मू तो ताल्लुक रखते ना, तो उन्हां दी 3-4 किताबां मैं बड़ियां शौक नाल पढ़ियां
ਉਸ ਤੋਂ ਇਲਾਵਾ ਮੈਂ ਇਹ ਜਿਹੜਾ ਸਕ੍ਰਿਪਟ ਹੈ ਇਹਨੂੰ ਕਹਿੰਦੇ ਸ਼ਾਹਮੁਖੀ, ਤੇ ਇਹਦੀਆਂ ਜਿਹੜੇ ਬੁਨਿਆਦੀ ਉਹਦੀ ਮੈਨੂੰ ਲਾਇਬ੍ਰੇਰੀ ਵਿੱਚ 2-3 ਕਿਤਾਬਾਂ ਮਿਲੀਆਂ, ਮੈਂ ਉਹਦੇ ਤੇ ਪੜ੍ਹ ਰਿਹਾ ਸੀ ਪਹਿਲੇ ਹੀ। ਮੈਂ ਉਸ ਦੌਰਾਨ ਗੋਜਰੀ ਦਾ ਤਰਜਮਾ ਪਹਿਲੇ ਕਰ ਲਿਆ, ਤਾਂ ਮੈਨੂੰ ਲੱਗਿਆ ਕਿ ਪੰਜਾਬੀ, ਗੋਜਰੀ ਔਰ ਉਰਦੂ ਕੋਈ ਜ਼ਿਆਦਾ ਮਸਲਾ ਨਹੀਂ ਹੈ, ਲੇਕਿਨ ਫਰਕ ਇਹ ਆਇਆ, ਮੈਨੂੰ ਪਰੇਸ਼ਾਨੀ ਇਹ ਆਈ ਕਿ ਇੱਥੇ ਜਿਹੜਾ ਮਸ਼ਰਕੀ ਪੰਜਾਬ ਹੈ, ਇਹਨਾਂ ਦੀ ਅਸੀਂ ਪੰਜਾਬੀ ਪ੍ਰੋਗਰਾਮ ਕਿਸੇ ਜਗ੍ਹਾ ਵੀ ਹੁੰਦੇ ਨੇ ਤਾਂ ਉਹਨਾਂ ਵਿੱਚੋਂ ਅਸੀਂ ਸੁਣਨੇ ਆ ਤਾਂ ਲਫ਼ਜ਼ਾਂ ਦਾ ਥੋੜਾ ਜਿਹਾ ਫਰਕ ਆ ਜਾਂਦਾ ਹੈ ਕਿ ਸਿਆਲਕੋਟ 'ਚ ਥੋੜਾ ਵੱਖਰਾ ਹੈ, ਇੱਥੇ ਪੰਜਾਬ 'ਚ ਸਾਡੇ ਵਾਲੇ ਇਸ ਤਰਫ ਜਿਹੜਾ ਹੈ ਥੋੜਾ ਜਿਹਾ ਮੁਖਤਲਿਫ ਲਹਿਜਾ ਹੈ ਤਾਂ ਲਫ਼ਜ਼ ਵੀ ਮੁਖਤਲਿਫ ਨੇ। ਮੈਂ ਆਪਣੀ ਤਰਫੋਂ ਕੋਸ਼ਿਸ਼ ਕੀਤੀ ਕਿ ਮੈਂ ਕਰ ਸਕਾਂਗਾ ਔਰ ਮੈਨੂੰ ਯਕੀਨ ਸੀ ਕਿ ਮੈਂ ਉਰਦੂ ਗੋਜਰੀ ਦਾ ਮੈਂ ਕਿਉਂਕਿ ਮੇਰੀ ਮਾਦਰੀ ਜ਼ਬਾਨ ਸੀ, ਮੈਂ ਤਾਂ ਆਸਾਨੀ ਨਾਲ ਕਰ ਲਿਆ, ਲੇਕਿਨ ਮੇਰੇ ਅੰਦਰ ਇੱਕ ਜੋਸ਼ ਜਜ਼ਬਾ ਸੀ ਪੰਜਾਬੀ ਨੂੰ ਲਿਖਣ ਦਾ। ਤਾਂ ਫਿਰ ਮੈਂ ਸੋਚਿਆ ਕਿ ਮੈਂ ਤਾਂ ਇਹਨੂੰ ਕਰ ਲਿਆਂਗਾ। ਤੇ ਜਿਸ ਤਰ੍ਹਾਂ ਅਨੀਸ ਸਾਹਿਬ ਫਰਮਾ ਰਹੇ ਸੀ, ਆਰਫ ਸਾਹਿਬ ਫਰਮਾ ਰਹੇ ਸੀ ਕਿ ਇਹਦੇ ਵਿੱਚ ਉਹ ਜ਼ਾਹਿਰ ਜੀ ਚੀਜ਼ ਸੀ ਕਿ ਮੈਂ ਇੱਥੋਂ ਉਸ ਖਿੱਤੇ ਤੋਂ ਬਿਲੋਂਗ ਕਰਨਾ ਜਿੱਥੇ ਪੰਜਾਬੀ ਬੜੀ ਘੱਟ ਬੋਲੀ ਜਾਂਦੀ। ਜੰਮੂ ਕਸ਼ਮੀਰ 'ਚ ਬਹੁਤ ਘੱਟ ਪੰਜਾਬੀ ਬੋਲੀ ਜਾਂਦੀ ਹੈ। ਅਸੀਂ ਸੁਣ ਕੇ ਜਾਂ ਕਿਤਾਬਾਂ ਜਿਹੜੀਆਂ ਪੜ੍ਹੀਆਂ ਨੇ ਮੈਂ ਖਾਲਿਦ ਸਾਹਿਬ ਦੀਆਂ, ਤਾਂ ਫਿਰ ਮੈਨੂੰ ਸ਼ੌਕ ਵੀ ਹੋਇਆ ਤੇ ਫਿਰ ਮੈਂ ਇਹਨੂੰ ਸ਼ੁਰੂ ਕੀਤਾ। ਤੇ 1-2 ਕਹਾਣੀਆਂ ਮੈਂ ਕਰਕੇ ਤੇ ਫਿਰ ਮੈਨੂੰ ਮੈਂ ਦੱਸਣਾ ਚਾਹਨਾ ਕਿ ਜਿਸ ਟਾਈਮ ਆਰਿਫ ਸਾਹਿਬ ਨੇ ਮਨਜ਼ੂਰੀ ਦਿੱਤੀ ਉਸ ਟਾਈਮ ਮੈਂ ਇੱਕ ਕਹਾਣੀ ਪਹਿਲੇ ਆਪਣੇ ਤੌਰ ਤੇ ਕਰ ਛੱਡੀ ਸੀ। क्या बात है, क्या बात। मिलेगी मंजूरी तो ठीक है, लेकिन फिर भी फिर जिस टाइम मंजूरी मिल गई तो फिर मैं वो जारी रखा काम। वाह, बहुत खूबसूरत, बहुत खूबसूरत। मेरे आपने जाती ख्याल ਦੇ ਵਿੱਚ ਤਾਰਿਕ ਆਪ ਸਭ ਤੋਂ ਜ਼ਿਆਦਾ ਤੁਹਾਨੂੰ ਐਪਰੀਸੀਏਸ਼ਨ ਸਾਨੂੰ ਕਰਨੀ ਚਾਹੀਦੀ। ਉਹਦੀ ਵਜ੍ਹਾ ਇਹ ਹੈ ਕਿ ਡਾਕਟਰ ਸਾਹਿਬ ਵੀ ਪੰਜਾਬੀ ਹਨ, ਅਸੀਂ ਵੀ ਪੰਜਾਬੀ ਹਾਂ, ਲੇਕਿਨ ਤੁਸੀਂ ਪੰਜਾਬੀ ਨਾ ਹੋਣ ਦੇ ਨਾਤੇ ਵੀ ਤੁਸੀਂ ਇਸ ਜ਼ੁਬਾਨ ਦੇ ਨਾਲ ਤਲਕ ਨਾ ਸਿਰਫ ਕਾਇਮ ਰੱਖਿਆ ਬਲਕਿ ਤੁਸੀਂ ਉਹ ਕੰਮ ਕਰਨ ਦੀ ਸ਼ੁਰੂਆਤ ਕੀਤੀ ਜਿਹੜੀ ਮੇਰੇ ਜੇ ਬੰਦੇ ਜਾਂ ਕਿਸੇ ਪੰਜਾਬੀ ਨੂੰ ਕਰਨਾ ਚਾਹੀਦਾ ਸੀ, ਕਿਉਂਕਿ ਸ਼ੁਰੂਆਤ ਤੁਸੀਂ ਕੀਤੀ ਹੈ। ਇਹਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ। ਬਿਲਕੁਲ ਇਹ ਤੁਸੀਂ ਠੀਕ ਕਿਹਾ ਸੁਹੇਲ ਸਾਹਿਬ, ਇਹ ਵਾਕਈ ਮੇਰੇ ਵਾਸਤੇ ਵੀ ਬੜੀ ਖੁਸ਼ੀ ਸੀ। ਹਾਲਾਂਕਿ 2-3 ਬਹੁਤ ਅੱਛੇ ਪੰਜਾਬੀ ਦੇ ਮੇਰੇ ਲਿਖਣ ਵਾਲੇ ਜਿਹੜੇ ਦੋਸਤ ਨੇ, ਲਿਖਾਰੀ ਨੇ, ਸ਼ਾਇਰ ਨੇ, ਪਹਿਲਾਂ ਮੈਂ ਉਹਨਾਂ ਅੱਗੇ ਮਿਹਨਤ ਕੀਤੀ। ਮੈਂ ਕਿਹਾ ਯਾਰ ਬਾਕੀ ਸਾਰੀਆਂ ਜ਼ਬਾਨਾਂ 'ਚ ਤੁਸੀਂ ਜ਼ਰਾ ਕੋਸ਼ਿਸ਼ ਕਰੋ, ਤੁਸੀਂ ਕਰ ਦੋਗੇ ਤੇ ਚਲੋ ਮੈਂ ਵੀ ਵਿੱਚ ਹਿੱਸਾ ਪਾਵਾਂਗਾ। ਲੇਕਿਨ ਜ਼ਾਹਿਰ ਹੈ ਕੁਛ ਨਹੀਂ ਮਸਰੂਫੀਅਤ, ਜਾਂ ਮੈਂ ਸਮਝਾਂ ਕਿ ਕੋਈ ਅੱਲਾ ਦੀ ਮਿਹਰਬਾਨੀ ਹੁੰਦੀ ਹੈ। ਅੱਲਾਹ ਤਾਲਾ ਨੇ ਇਹ ਕੰਮ ਕਰਨਾ ਸੀ। ਇਹ ਕਿਤਾਬ ਦੇ ਜਿਹੜੇ ਇੰਨੇ ਤਰਜਮੇ ਹੋਏ ਨੇ ਇਹ ਸਿਰਫ ਰੱਬ ਦੀ ਮਿਹਰਬਾਨੀ ਦੀ ਵਜ੍ਹਾ ਨਾਲ ਹੋਏ, ਉਹ ਵਰਨਾ ਮਤਲਬ ਮੇਰੀ ਕੋਈ ਕੋਸ਼ਿਸ਼ ਨਹੀਂ। ਮੈਂ ਬਹੁਤ ਸਾਰੇ ਟਰਾਂਸਲੇਟਰਸ ਨੂੰ ਮਿਲਿਆ ਹੀ ਨਹੀਂ, ਤਾਰਿਕ ਸਾਹਿਬ ਨਾਲ ਵੀ ਮੇਰੀ ਕੋਈ ਮੁਲਾਕਾਤ ਨਹੀਂ ਹੋਈ, ਬਹੁਤ ਸਾਰੇ ਨੂੰ ਨਹੀਂ ਮਿਲਿਆ। ਬਸ ਲੋਕ ਆਂਦੇ ਗਏ ਔਰ ਇਹਨਾਂ ਨੇ ਬੜੀ ਮਿਹਨਤ। ਔਰ ਫਿਰ ਮੈਂ ਕਹਾਂਗਾ ਇਹ ਪੰਜਾਬੀ ਤਰਜਮਾ ਛਪਣ 'ਚ ਸਿਰਫ ਜਿਹੜੇ 3 ਲੋਕ ਨੇ ਉਹ ਬੁਨਿਆਦੀ ਉਹਨਾਂ ਦੀ ਸਭ ਤੋਂ ਤਾਰਿਕ ਸਾਹਿਬ ਦੀ ਮਿਹਨਤ ਇਹਨਾਂ ਕੀਤਾ। ਮੇਰੀ ਭੈਣ ਨਬੀਲਾ ਰਹਿਮਾਨ ਸਾਹਿਬਾ ਨੇ ਮਸਵਦੇ ਨੂੰ ਚੰਗੀ ਤਰ੍ਹਾਂ ਪੜ੍ਹਿਆ ਔਰ ਉਹਦੇ ਤੇ ਫਿਰ ਉਹਨਾਂ ਬਹੁਤ ਸਾਰੀ ਗਲਤੀਆਂ ਦੀ ਇਸਲਾਹ ਕੀਤੀ, ਸੁਜੈਸਟ ਕੀਤਾ। ਔਰ ਅਨੀਸ ਸਾਹਿਬ ਨੇ ਇਸ ਨੂੰ ਨਾ ਸਿਰਫ ਪੜ੍ਹਿਆ, ਉਸਨੂੰ ਫਾਈਨਲ ਸ਼ਕਲ ਦਿੱਤੀ, ਗਲਤੀਆਂ ਬਿਹਤਰ ਕੀਤੀਆਂ। ਔਰ ਅਨੀਸ ਸਾਹਿਬ ਜਿਸ ਤਰ੍ਹਾਂ ਕਹਿ ਰਹੇ ਸਨ, ਮੈਂ ਇਹਨਾਂ ਨੂੰ ਫੁੱਲ ਇਖਤਿਆਰ ਦਿੱਤਾ। ਮੈਂ ਕੋਈ ਵੀ ਟਰਾਂਸਲੇਟਰ ਹੁੰਦਾ ਹੈ ਜਾਂ ਜਿਸ ਕੋਲੋਂ ਮੈਂ ਮਸਵਦੇ ਦੀ ਸਲਾਹ ਚਾਲਾਂ, ਨਜ਼ਰੇ ਸਾਨੀ, ਮੈਂ ਉਹਨੂੰ ਕਹਿੰਦਾ ਜੀ ਤੁਸੀਂ ਜਿਸ ਤਰ੍ਹਾਂ ਕਹਿੰਦੇ ਹੋ ਮੈਂ ਉਹ ਹਰ ਚੀਜ਼, ਉਹ ਕਿਸੇ ਚੀਜ਼ ਤੇ ਮੈਂ ਉਹਨਾਂ ਨਾਲ ਇਖਤਲਾਫ ਨਹੀਂ ਕੀਤਾ। ਤੇ ਇਹ ਬੜਾ ਅੱਛਾ ਰਿਹਾ। ਮੇਰੇ ਨੂੰ ਅਗਰ ਨਸਰ ਮਲਿਕ ਸਾਹਿਬ ਦਾ ਨੈਟ ਠੀਕ ਹੈ ਤਾਂ ਕੋਸ਼ਿਸ਼ ਕਰੋ ਉਹਨਾਂ ਨਾਲ ਦੁਬਾਰਾ ਗੱਲ ਕਰਨ ਦੀ। अगर नसर मलिक साहब जी जी हाँ जी बिल्कुल नसर मलिक साहब सर तर तक मेरी आवाज़ पहुंच रही है। मैं यकीन करो इतना तुसी खूबसूरत बोलते हो कि दिल करता है सुनते ही रहां। मैं उस टाइम नेट अगर खलल ना विच पांदा वो मुखल ना होंदा। एक तो लफज मुखल जड़ा है वो मैं जी जी तो मेरा दिल कि पंजाबी बोलते ही रहो। अच्छा ये मलिक साहब ने बोलने तो पहले जरा एक जुमला मैं बोलना ਜਿਵੇਂ ਕਿ ਸਾਡੇ ਸਾਹਮਣੇ ਅੱਜ ਜਿਹੜੀ ਕਿਤਾਬ ਹੈ ਔਰ ਜਿਹਦੇ ਉੱਤੇ ਅਸੀਂ ਮਲਿਕ ਸਾਹਿਬ ਜਰਾ ਇੱਕ ਜੁਮਲਾ ਪਹਿਲੇ ਮੈਂ ਬੋਲਣਾ ਤੁਹਾਡੇ ਕਹਿਣ ਤੋਂ ਪਹਿਲਾਂ। ਮਲਿਕ ਸਾਹਿਬ ਤਕਰੀਬਨ ਬਹੁਤ ਅਰਸਾ ਜਿਹੜੇ ਨੇ ਉਹ ਰੇਡੀਓ ਡੈਨਮਾਰਕ ਦੀ ਉਰਦੂ ਸਰਵਿਸ ਦੇ ਬ੍ਰੌਡਕਾਸਟਰ ਰਹੇ ਨੇ ਔਰ ਉੱਥੋਂ ਉਰਦੂ ਖਬਰਾਂ ਜਿਹੜੀਆਂ ਨੇ ਮੈਂ ਜਦੋਂ ਨਵਾਂ ਸਵੀਡਨ 95 ਚ ਆਇਆ ਮੈਂ ਜਨਾਬ ਉਹ ਫ੍ਰੀਕੁਐਂਸੀ ਲੱਭ ਕੇ ਇਹਨਾਂ ਦੇ ਬੜੀ ਮੁਸ਼ਕਲ ਉਸ ਜ਼ਮਾਨੇ 'ਚ ਨੈਟ ਨਹੀਂ ਹੁੰਦਾ ਮੈਂ ਇਹਨਾਂ ਦੀਆਂ ਖਬਰਾਂ ਸੁਣਨੀਆਂ। ਫਿਰ ਇਹਨਾਂ ਨੇ urduhamaasar.com ਇਹਨਾਂ ਦਾ ਆਨਲਾਈਨ ਜਰੀਦਾ ਉਹ ਉੱਥੇ ਤੁਹਾਨੂੰ ਬਹੁਤ ਤਹਿਕੀਕੀ ਚੀਜ਼ਾਂ ਮਿਲਣਗੀਆਂ ਇਕਬਾਲ ਤੇ ਕਸ਼ਮੀਰ ਤੇ ਉਰਦੂ ਤੇ ਪੰਜਾਬੀ ਤੇ ਉਹਦੇ 'ਚ ਇਹ ਹਫ਼ਤਾਵਾਰ ਉਰਦੂ ਖਬਰਾਂ ਵੀ ਪੜ੍ਹਦੇ ਸਨ ਤੇ ਮੈਂ
ਸ਼ੁਰੂ 'ਚ ਇਹ ਸਮਝਦਾ ਸਾਂ ਕਿ ਇਹ ਬੁਨਿਆਦੀ ਤੌਰ ਤੇ ਉਰਦੂ ਜ਼ੁਬਾਨ ਬੋਲਣ ਵਾਲੇ, ਉਰਦੂ ਸਪੀਕਿੰਗ ਨੇ, ਜਿਸ ਸ਼ਾਨਦਾਰ ਤਰੀਕੇ ਨਾਲ ਬੋਲਦੇ ਨੇ। ਉਹ ਬਾਅਦ ਵਿੱਚ ਮੈਨੂੰ ਪਤਾ ਚੱਲਿਆ ਕਿ ਇਹ ਤੇ ਜਨਾਬ ਆਪਣੇ ਸਾਡੇ ਹਮਸਾਏ ਨੇ, ਪਿੱਛੋਂ ਇਹਨਾਂ ਦਾ ਵੀ ਤਾਲੁਕ ਕਸ਼ਮੀਰ ਨਾਲ, ਫਿਰ ਗੁਜਰਾਤ ਨਾਲ, ਫਿਰ ਪੰਜਾਬੀ ਮਾਸ਼ਾਅੱਲਾ ਜਿਸ ਤਰ੍ਹਾਂ ਬੋਲ ਰਹੇ ਨੇ। ਤੇ ਹੁਣ ਮਲਿਕ ਸਾਹਿਬ ਤੁਸੀਂ ਗੱਲ ਕਰੋ, ਸੌਰੀ ਮੈਂ ਥੋੜਾ ਜਿਹਾ ਤੁਹਾਡਾ ਸੁਣਨ ਵਾਲਿਆਂ ਨੂੰ ਤਾਰਫ ਵੀ ਦੇਣਾ ਚਾਹੁੰਦਾ। जी नसर मलिक साहब। ਨੈਟ ਮੇਰੇ ਖਿਆਲ ਜਰਾ ਬਾਰ-ਬਾਰ ਪ੍ਰੋਬਲਮ ਕਰ ਰਿਹਾ, ਸ਼ਾਇਦ ਪਤਾ ਨਹੀਂ ਉਹਨਾਂ ਦੇ ਨਹੀਂ ਸੀ ਚਾਹੀਦਾ। ਜੀ ਨਸਰ ਮਲਿਕ ਸਾਹਿਬ ਦੇ ਨੈਟ ਦੀ ਵਜ੍ਹਾ ਨਾਲ ਜਿਹੜਾ ਅਸੀਂ ਦੁਬਾਰਾ ਇਹਨਾਂ ਨਾਲ ਥੋੜਾ ਜਿਹਾ ਡਿਸਕਨੈਕਟ ਹੋ ਗਏ ਆ, ਤੇ ਮੈਂ ਚਾਹ ਰਿਹਾ जी 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 आ रही है आवाज जी। जी मैं जी ये कहना चाहना वा कि चूंकि मैं गुरमुखी जुबान लिखदा पढ़दा बोलदा हाँ, लेकिन ਉਹਨੂੰ ਇੱਕ ਪਾਸੇ ਰੱਖ ਕੇ ਇਸ ਮੁਤਰਜਮ ਦੀ ਇਹ ਕੋਸ਼ਿਸ਼ ਜਿਹੜੀ ਸਾਡੇ ਸਾਹਮਣੇ ਹੈ ਇਸ ਵਕਤ, ਮੈਂ ਇਹਨੂੰ ਸਰਾਏ ਬਗੈਰ ਨਹੀਂ ਰਹਿ ਸਕਦਾ। ਇੰਨੀ ਸੋਹਣੀ ਪੰਜਾਬੀ ਦੇ ਵਿੱਚ ਇਹਨਾਂ ਨੇ ਜਿਸ ਤਰ੍ਹਾਂ ਇਹਦਾ ਤਰਜਮਾ ਕੀਤਾ ਹੈ, ਇਹ ਬੜੇ ਕਮਾਲ ਦੀ ਗੱਲ ਹੈ। ਔਰ ਕਿਤਾਬ ਦੇ ਉੱਤੇ ਇਹ ਕਹਿਣਾ ਕਿ ਇਹਦੇ ਇੰਨੇ ਤਰਜਮੇ ਕਿਉਂ ਹੋ ਗਏ ਨੇ, ਇਹ ਇਸ ਗੱਲ ਦਾ ਸਬੂਤ ਹੈ ਕਿ ਇਹ ਕਿਤਾਬ ਜਿਹੜੀ ਹੈ ਇਹ ਲੋਕਾਂ ਨੂੰ ਕਿਵੇਂ ਪਸੰਦ ਆ ਰਹੀ ਹੈ, ਆਪਣੇ ਬਾਲ ਬੱਚਿਆਂ ਦੀ ਤਰਬੀਅਤ ਦੇ ਵਾਸਤੇ, ਖਾਸ ਤੌਰ ਦੇ ਉੱਤੇ ਉਸ ਦੌਰ ਦੇ ਵਿੱਚ ਜਿਹਦੇ ਵਿੱਚੋਂ ਅਸੀਂ ਬਾਹਰ ਗੁਜ਼ਰ ਰਹੇ ਹਾਂ ਹੁਣ। ਔਰ ਉਹ ਸਵਾਲ ਜਿਹੜੇ ਕਿ ਬੱਚਿਆਂ ਦੇ ਜ਼ਿਹਨਾਂ ਦੇ ਵਿੱਚ ਪੈਦਾ ਹੁੰਦੇ ਨੇ, ਉਹਨਾਂ ਦੇ ਜਵਾਬਾਤ ਨੂੰ ਕਿਸ ਤਰ੍ਹਾਂ ਡਾਕਟਰ ਕਸਾਨਾ ਸਾਹਿਬ ਨੇ ਇੰਤਹਾਈ ਸਹਿਲ ਜ਼ੁਬਾਨ ਦੇ ਵਿੱਚ, ਔਰ ਮੁਤਰਜਮ ਨੇ ਯਾਨੀ ਆਪਣੇ ਸਾਡੇ ਅਜ਼ੀਜ਼ ਜਿਹੜੇ ਨੇ ਜੰਮੂ ਤੋਂ ਤਾਰਕ ਇਬਰਾਰ ਸਾਹਿਬ, ਉਹਨਾਂ ਨੇ ਜਿਸ ਤਰ੍ਹਾਂ ਪੰਜਾਬੀ ਜ਼ੁਬਾਨ ਵਿੱਚ ਢਾਲਿਆ, ਇਹ ਬੜੇ ਕਦਰ ਦੀ ਗੱਲ ਹੈ। ਔਰ ਮੈਂ ਬੜਾ ਖੁਸ਼ ਹੋਇਆ ਜਨਾਬ ਅਨੀਸ ਅਹਿਮਦ ਦੀ ਗੁਫ਼ਤਗੂ ਸੁਣ ਕੇ ਕਿ ਉਹਨਾਂ ਨੇ ਕਿਸ ਤਰ੍ਹਾਂ ਇਸ਼ਤਰਾਕ ਕੀਤਾ ਇਸ ਕਿਤਾਬ ਦੀ ਅਸ਼ਾਅਤ ਦੇ ਵਿੱਚ ਔਰ ਇਹਨੂੰ ਸਾਹਮਣੇ ਲਿਆਉਣ ਦੇ ਵਿੱਚ। ਸਾਡੀ ਸਭ ਤੋਂ ਵੱਡੀ ਖੂਬੀ ਔਰ ਸਾਡੇ ਵਾਸਤੇ ਬਾਇਸ਼ੇ ਫਖਰ ਗੱਲ ਜਿਹੜੀ ਹੈ ਉਹ ਅੱਜ ਦੀ ਇਹ ਵੇ ਕਿ ਜਿੱਥੇ ਜ਼ੁਬਾਨਾਂ ਦਾ ਆਲਮੀ ਦਿਨ ਮਨਾਇਆ ਜਾ ਰਿਹਾ ਹੈ, ਉੱਥੇ ਜਨਾਬ ਡਾਕਟਰ ਆਰਿਫ ਕਸਾਨਾ ਸਾਹਿਬ ਦੀ ਇਹ ਕਿਤਾਬ ਜਿਹੜੀ ਹੈ ਇਹ ਬਰੇ ਸਗੀਰ ਦੇ ਵਿੱਚ ਪੰਜਾਬੀ ਬੋਲਣ ਵਾਲੇ ਖਾਨਦਾਨਾਂ ਦੇ ਵਾਸਤੇ, ਉਹਨਾਂ ਦੇ ਬਾਲ ਬੱਚਿਆਂ ਦੇ ਵਾਸਤੇ, ਬਲਕਿ ਮੈਂ ਤੇ ਇਹ ਕਹਾਂਗਾ ਕਿ ਜਿਹੜੇ ਤਹਿਕੀਕ ਕਰਦੇ ਨੇ ਬੱਚਿਆਂ ਦੇ ਅਦਬ ਦੇ ਉੱਤੇ, ਉਹਨਾਂ ਦੇ ਵਾਸਤੇ ਇੱਕ ਐਸੀ ਦਸਤਾਵੇਜ਼ ਹੈ ਕਿ ਇਹ ਹਵਾਲਾ ਬਣਾ ਕੇ ਉਹ ਆਪਣੇ ਅੱਗੇ ਦੀਆਂ ਰਾਹਾਂ ਜਿਹੜੀਆਂ ਨੇ ਉਹਨਾਂ ਨੂੰ ਪੱਧਰਾ ਕਰ ਸਕਦੇ ਨੇ। ਔਰ ਇਹ ਹੀ ਇਸ ਕਿਤਾਬ ਦਾ ਸਭ ਤੋਂ ਵੱਡਾ ਨਤੀਜਾ ਹੈ ਕਿ ਅੱਜ ਇਹ ਕਿਤਾਬ ਦੁਨੀਆ शायद फिर थोड़ा सा नेट का मसला हो रहा है। ਸੌਰੀ ਮੈਂ ਮਿਊਟਡ ਸੀ। ਨਸਰ ਮਲਿਕ ਸਾਹਿਬ ਦਾ ਨੈਟ ਦਾ ਮਸਲਾ ਹੈ। ਹੁਣ ਅਸੀਂ ਪ੍ਰੋਗਰਾਮ ਵਾਈਂਡ ਅਪ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਮੈਂ ਸਭ ਤੋਂ ਪਹਿਲੇ ਕਿਤਾਬ ਦੇ ਲਿਖਾਰੀ ਡਾਕਟਰ ਆਰਿਫ ਕਸਾਨਾ ਸਾਹਿਬ ਦੇ ਨਾਲ ਥੋੜੀ ਗੱਲਬਾਤ ਕਰਾਂਗਾ, ਔਰ ਉਸ ਤੋਂ ਬਾਅਦ ਮੈਂ ਇੱਕ ਮਿੰਟ ਦੇ ਵਿੱਚ ਜਿਹੜਾ ਨਾ ਉਹ ਬਾਕੀ ਮਹਿਮਾਨਾਂ ਕੋਲੋਂ ਇਹ ਜ਼ਰੂਰ ਪੁੱਛਾਂਗਾ ਕਿ ਇਸ ਕਿਤਾਬ ਦੇ ਵਿੱਚ ਉਹਨਾਂ ਨੇ ਇਸ ਕਿਤਾਬ ਤੋਂ ਕੀ ਹਾਸਲ ਕੀਤਾ ਲਿਖਦਿਆਂ ਔਰ ਪੜ੍ਹਦਿਆਂ, ਔਰ ਇਹ ਕਿਤਾਬ ਕਿਉਂ ਰਿਕਮੈਂਡ ਕਰਦੇ ਨੇ ਲੋਕਾਂ ਕਿ ਇਸ ਕਿਤਾਬ ਦਾ ਲੋਕਾਂ ਨੇ ਆਪਣੇ ਘਰ ਦੇ ਵਿੱਚ ਕਿਉਂ ਰੱਖਣਾ ਜ਼ਰੂਰੀ ਹੈ, ਔਰ ਬੱਚਿਆਂ ਤੱਕ ਬੱਚੇ ਇਸ ਕਿਤਾਬ ਤੋਂ ਕੀ ਸਿੱਖ ਸਕਦੇ ਨੇ। ਇਹ ਉਹ ਸਵਾਲ ਹਨ ਜਿਹੜੇ ਤੁਸੀਂ 1 ਮਿੰਟ ਦੇ ਵਿੱਚ ਜਿਹੜਾ ਨਾ ਸਾਨੂੰ ਜਵਾਬ ਦੇਣ ਦੀ ਕੋਸ਼ਿਸ਼ ਕਰਨੀ ਹੈ। ਉਸ ਤੋਂ ਪਹਿਲੇ ਮੈਂ ਡਾਕਟਰ ਸਾਹਿਬ ਕੋਲ ਜਾਣਾ। ਡਾਕਟਰ ਸਾਹਿਬ, ਪਹਿਲੀ ਗੱਲ ਤੇ ਹੈ ਕਿ ਤੁਸੀਂ ਇਹ ਪੰਜਾਬੀ ਦੇ ਵਿੱਚ ਇਹ ਕਿਤਾਬ ਜਿਹੜੀ ਲਿਖੀ ਹੈ ਤੁਹਾਡੀ, ਕਿਉਂਕਿ ਕਿਤਾਬ ਆਲਰੇਡੀ ਮੁਖਤਲਿਫ ਜ਼ੁਬਾਨਾਂ ਦੇ ਵਿੱਚ ਪਹੁੰਚ ਚੁੱਕੀ ਹੈ। ਸਵੀਡਨ ਦੇ ਵਿੱਚ ਤੁਸੀਂ ਮੁਕੀਮ ਹੋ, ਸਵੀਡਨ ਦੇ ਵਿੱਚ ਤੁਸੀਂ ਐਪਰੀਸ਼ੀਏਟ ਕਰਦੇ ਹੋ ਲੋਕਾਂ ਰੱਖੋ। ਇਹ ਪੰਜਾਬੀ ਜ਼ੁਬਾਨ ਦੇ ਹਿਸਾਬ ਦੇ ਨਾਲ ਤੁਸੀਂ ਇਹ ਦੱਸੋ ਕਿ ਤੁਸੀਂ ਕੀ ਕਹਿੰਦੇ ਹੋ ਕਿ ਇਹ ਕਿਤਾਬ ਕਿਉਂ ਹੋਣੀ ਚਾਹੀਦੀ ਹੈਗੀ ਹੈ। ਇਹ ਬਿਲਕੁਲ ਜੀ, ਇਹ ਤੁਸੀਂ ਜਿਹੜੀ ਗੱਲ ਕੀਤੀ ਹੈ ਜੀ ਸੁਹੇਲ ਸਾਹਿਬ, ਬੜੀ ਖੂਬਸੂਰਤ ਗੱਲ ਕੀਤੀ ਹੈ। ਵੈਸੇ ਤੇ ਜਿਹੜੀ ਕਿਤਾਬ ਲਿਖੀ ਹੈ ਜਾਂ ਇਹਦੇ ਤਰਜਮੇ ਹੋਏ ਨੇ, ਇਹਦੀ ਇੰਨੀ ਕੁ ਅਪਰੀਸੀਏਸ਼ਨ ਆਉਂਦੀ ਹੈ ਕਿ ਮੈਂ ਅੱਲਾ ਦਾ ਇੰਨਾ ਸ਼ੁਕਰ ਅਦਾ ਕਰਨਾ। ਪਿਛਲੇ ਦਿਨਾਂ 'ਚ ਮੈਨੂੰ ਫਿਨਲੈਂਡ ਤੋਂ ਉੱਥੋਂ ਇੱਕ ਕੋਈ ਫਿਨਿਸ਼ ਮੁਸਲਮ ਕੋਈ ਟੀਚਰ ਨੇ, ਉਹਨੇ ਨੈਟ ਤੋਂ ਦੇਖ ਕੇ ਤੇ ਉਹਨੇ ਸਵੀਡਿਸ਼ ਬੁੱਕ ਜਿਹੜੀ ਹੈ ਨਾ ਉਹ ਲਈ, ਖਰੀਦੀ। ਉਹ ਪੜ੍ਹ ਕੇ ਉਹਨੇ ਮੈਨੂੰ ਈਮੇਲ ਕੀਤੀ ਕਿ ਮੈਂ ਇੱਥੇ ਇੱਕ ਸਕੂਲ ਹੈ ਉੱਥੇ ਮੈਂ ਪੜ੍ਹਾਉਂਦੀ ਹਾਂ ਔਰ ਸਾਡੇ ਮੁਸਲਿਮ ਬੱਚੇ ਨੇ, ਇਸ ਕਿਤਾਬ ਨੂੰ ਮੈਂ ਸਕੂਲ ਦੇ ਉਹਨਾਂ ਮੁਸਲਿਮ ਬੱਚਿਆਂ ਵਾਸਤੇ ਐਜ਼ ਏ ਨਿਸਾਬ ਦੇ ਤੌਰ ਤੇ ਪੜ੍ਹਾ ਰਹੀ ਹਾਂ। ਔਰ ਉਹਨਾਂ ਨੇ ਫਿਨਲੈਂਡ ਦੇ ਕਿਸੇ ਸਿਟੀ 'ਚ ਮੁਕੀਮ ਸਨ। ਯਾਨੀ ਮੇਰੇ ਲਈ ਕਿੰਨੀ ਵੱਡੀ
ਤੇ ਖੁਸ਼ੀ ਦੀ ਖਬਰ ਹੋਗੀ। ਮੈਂ ਉਹਨੂੰ ਜਾਣਦਾ ਵੀ ਨਹੀਂ, ਉਹਨਾਂ ਨੈਟ ਤੋਂ ਮੈਨੂੰ ਤਲਾਸ਼ ਕੀਤਾ। ਦੂਸਰੀ ਜਿਹੜੀ ਤੁਸੀਂ ਪੰਜਾਬੀ ਜ਼ਬਾਨ ਦੀ ਗੱਲ ਕੀਤੀ ਕਿ ਪੰਜਾਬੀ ਜ਼ਬਾਨ ਛਪਣ ਨਾਲ ਤੁਹਾਨੂੰ ਕੀ ਫਾਇਦਾ ਹੋਇਆ ਜਾਂ ਇਹਨੂੰ ਕੀ ਸਮਝਦੇ ਹੋ? ਦੇਖੋ, ਇੱਕ ਤੇ ਜਿਸ ਨਸਰ ਮਲਕ ਸਾਹਿਬ ਕਹਿ ਰਹੇ ਨੇ ਕਿ ਇਸ ਕਿਤਾਬ ਤੇ ਇਨਸ਼ਾਅੱਲਾ ਪੰਜਾਬ ਯੂਨੀਵਰਸਿਟੀ 'ਚ ਜਿਹੜੇ ਮਾਸਟਰਸ ਔਰ PhD ਪੰਜਾਬੀ ਅਦਬ 'ਚ ਕਰ ਰਹੇ ਨੇ, ਉਹ ਬਹੁਤ ਸਾਰੇ ਇਹਨੂੰ ਆਪਣੀ ਉਸ ਤਹਿਕੀਕ ਲਈ ਬੱਚਿਆਂ ਦੇ ਅਦਬ 'ਚ ਪੰਜਾਬ 'ਚ ਕੀ ਕੰਮ ਹੋ ਰਿਹਾ ਉਹਦੇ ਲਈ ਵੀ ਇਹਨੂੰ ਇਸਤੇਮਾਲ ਕਰ ਰਹੇ ਨੇ। ਜਿਸ ਤਰ੍ਹਾਂ ਜਿਹੜੀ ਮੇਰੀ ਪਹਿਲੀ ਕਿਤਾਬ ਸੀ ਇੰਡੀਆ 'ਚ, ਜਿਹੜੀ ਹੈ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਉੱਥੇ 3 PhD ਕਰਨ ਵਾਲਿਆਂ ਨੇ ਆਪਣੇ ਮੁਕਾਲਾਸ ਦੇ ਵਿੱਚ ਉਹ ਬੱਚਿਆਂ ਦੇ ਅਦਬ 'ਚ ਮੇਰੀ ਉਹ ਕਿਤਾਬ ਨੂੰ ਇਸਤੇਮਾਲ ਕੀਤਾ। ਔਰ ਇਹਦੇ 'ਚ ਨਸਰ ਮਲਕ ਸਾਹਿਬ ਨੇ ਜੋ ਪਹਿਲੀ ਉਰਦੂ ਦੀ ਕਿਤਾਬ ਛਪੀ, ਇਹਨਾਂ ਨੇ ਬੜੀ ਸਪੋਰਟ ਕੀਤੀ, ਇਹਨਾਂ ਮਸਵਦਾ ਪੜ੍ਹਿਆ, ਉਸੇ ਤਰ੍ਹਾਂ ਰਹਿਨੁਮਾਈ ਕੀਤੀ ਜਿਸ ਤਰ੍ਹਾਂ ਅਨੀਸ ਮਲਕ ਸਾਹਿਬ ਨੇ ਪੰਜਾਬੀ ਦੀ ਕੀਤੀ। ਅੱਛਾ, ਅਨੀਸ ਸਾਹਿਬ ਨੇ ਉਸ ਤੋਂ ਬਾਅਦ ਮੈਨੂੰ ਜਿਹੜਾ ਇਹਦਾ ਫਾਇਦਾ ਹੋਇਆ, ਮੈਂ ਗੱਲ ਮੁਕਾਨਾ, ਉਸ ਤੋਂ ਬਾਅਦ ਤੁਸੀਂ ਮਹਿਮਾਨਾਂ ਨਾਲ ਕਰਨਾ। ਮੇਰੇ ਵਾਸਤੇ ਸਭ ਤੋਂ ਵੱਡੀ ਖੁਸ਼ੀ ਇੱਕ ਤੇ ਹੈ ਕਿ ਮੇਰੀ ਆਪਣੀ ਜਿਹੜੀ ਮਾਂ ਬੋਲੀ, ਜਿਹਦੇ ਮੈਂ ਬੋਲਣਾ, ਜਿਹਦੇ ਮੈਂ ਖਾਬ ਤੱਕਣਾ, ਜਿਹਦੇ 'ਚ ਮੈਨੂੰ ਗੱਲ ਕਰਨ ਦਾ ਮਜ਼ਾ ਆਉਂਦਾ ਹੈ, ਜਿਹਦਾ ਮਿਊਜ਼ਿਕ ਸੁਣ ਕੇ ਮੈਨੂੰ ਮਜ਼ਾ ਆਉਂਦਾ ਹੈ, ਉਹਦੇ 'ਚ ਵੀ ਮੈਂ ਇੱਕ ਕਿਤਾਬ ਛਪ ਗਈ। ਅਗਰ ਇੰਨੀਆਂ ਜ਼ਬਾਨਾਂ 'ਚ ਹੁੰਦੀ, ਪੰਜਾਬੀ 'ਚ ਨਾ ਹੁੰਦੀ, ਤੇ ਸ਼ਾਇਦ ਮੇਰੇ ਦਿਲ ਦੇ ਉੱਤੇ ਬੋਝ ਹੁੰਦਾ। ਇੱਕ ਤੇ ਇਹ ਬੜੀ ਮੇਰੇ ਲਈ ਖੁਸ਼ੀ ਦੀ ਚੀਜ਼ ਹੈ। ਦੂਸਰੀ, ਜਦੋਂ ਇਹ ਕਿਤਾਬ ਛਪ ਰਹੀ ਸੀ ਨਾ, ਤੇ ਮੈਂ ਪ੍ਰੋਫੈਸਰ ਡਾਕਟਰ ਨਬੀਲਾ ਰਹਿਮਾਨ ਸਾਹਿਬਾ, ਜਿਹੜੀ ਪੰਜਾਬ ਯੂਨੀਵਰਸਿਟੀ 'ਚ ਇੰਸਟੀਚਿਊਟ ਆਫ ਪੰਜਾਬੀ ਦੀ ਸਰਬਰਾਹ ਨੇ ਔਰ ਪੰਜਾਬੀ ਅਦਬ ਦਾ, ਲਿਟਰੇਚਰ ਦਾ ਬਹੁਤ ਬੜਾ ਨਾਂ ਨੇ, ਮੈਂ ਉਹਨਾਂ ਨੂੰ ਕਿਹਾ ਕਿ ਬਹਿਨ ਕਿਤਾਬ ਤੇ ਮੈਂ ਛਪਵਾ ਰਿਹਾ, ਜ਼ਾਰੇ ਇਹਦੀ ਸਾਰਾ ਮੇਰੀ ਜ਼ਿੰਮੇਵਾਰੀ ਹੈ, ਲੇਕਿਨ ਇਹਦਾ ਮੈਨੂੰ ਫਾਇਦਾ ਕੀ ਹੋਏਗਾ, ਕਿੰਨੇ ਕੁ ਲੋਕ ਪੜ੍ਹਨਗੇ, ਜਾਂ ਇਹਦੀ ਤੁਸੀਂ ਕੀ ਅਹਿਮੀਅਤ ਸਮਝਦੇ ਹੋ? ਉਹਨਾਂ ਨੇ ਮੈਨੂੰ ਕਿਹਾ ਕਿ ਯਾਰ ਭਾਈ, ਮੈਂ ਤੁਹਾਨੂੰ ਗੱਲ ਦੱਸਣੀ, ਮਸ਼ਰਕੀ ਪੰਜਾਬ ਤੋਂ ਜਿਹੜਾ ਇੰਡੀਅਨ ਪੰਜਾਬ ਹੈ, ਉੱਥੇ ਦੇ ਲਿਖਾਰੀਆਂ ਦਾ ਇੱਕ ਬਹੁਤ ਬੜਾ ਵਫਦ ਸਾਡੇ ਕੋਲ ਆਇਆ, ਔਰ ਅਸੀਂ ਪਾਕਿਸਤਾਨ ਦੇ ਜਿਹੜੇ ਪੰਜਾਬੀ ਦੇ ਸ਼ਾਇਰ ਅਦੀਬ ਸਾਰੇ ਬੈਠੇ, ਗੱਲਬਾਤ ਹੋ ਰਹੀ ਸੀ ਕਿਸੇ ਸੈਮੀਨਾਰ ਵਿੱਚ। ਉੱਥੇ ਬੱਚਿਆਂ ਦੇ ਪੰਜਾਬੀ ਅਦਬ ਦੇ ਬਾਰੇ 'ਚ ਗੱਲ ਸ਼ੁਰੂ ਹੋ ਗਈ, ਔਰ ਬੱਚਿਆਂ ਦੀਆਂ ਅਖਲਾਕੀ ਕਹਾਣੀਆਂ ਪੰਜਾਬੀ 'ਚ ਜਿਹੜੀਆਂ ਨੇ, ਇਹ ਮੌਜੂ ਜ਼ੇਰੇ ਬਹਿਸ ਆਇਆ। ਉੱਥੇ ਜਿਹੜਾ ਪੰਜਾਬੀ ਵਫਦ ਆਇਆ ਸੀ ਮਸ਼ਰਕੀ ਪੰਜਾਬ ਤੋਂ, ਇੰਡੀਆ ਤੋਂ, ਉਹਨਾਂ ਦੇ ਵਫਦ ਦੇ ਸਰਬਰਾਹ ਨੇ ਕਿਹਾ ਕਿ ਪੰਜਾਬੀ ਜ਼ਬਾਨ 'ਚ ਅਖਲਾਕੀ ਕਹਾਣੀਆਂ ਦੀ ਕਿਤਾਬ ਤੁਹਾਡੇ ਕੋਲ ਕੋਈ ਛਪੀ ਹੈ, ਕੋਈ ਹੈ ਤਾਂ ਸਾਨੂੰ ਵਿਖਾਓ। ਕਹਿੰਦੇ ਅਸੀਂ ਸਾਰੇ ਇੱਕ ਦੂਜੇ ਦਾ ਮੂੰਹ ਤੱਕਣ ਲੱਗ ਪਏ, ਪੰਜਾਬੀ 'ਚ ਤੇ ਕੋਈ ਬੱਚਿਆਂ ਦੀ ਕਿਤਾਬ ਐਸੀ ਛਪੀ ਨਹੀਂ ਸੀ। ਮੈਨੂੰ ਉਹਨਾਂ ਨੇ ਕਿਹਾ ਕਿ ਯਾਰ ਭਾਈ, ਇਹ ਕਿਤਾਬ ਛਪਵਾ ਕੇ ਤੁਸੀਂ ਸਾਡਾ ਮਿਹਣਾ ਲਾ ਦਿੱਤਾ, ਹੁਣ ਅਗਰ ਕੋਈ ਆਏਗਾ ਤੇ ਅਸੀਂ ਉਹਨੂੰ ਚੁੱਕ ਕੇ ਵਿਖਾਂਗੇ ਕਿ ਸਾਡੇ ਕੋਲ ਇਹ ਕਿਤਾਬ ਹੈ। ਤੇ ਮੈਂ ਸਮਝਦਾ ਕਿ ਇਹ ਮੇਰੇ ਵਾਸਤੇ ਇਹ ਹੀ ਇੱਕ ਬੜਾ ਅਜ਼ਾਜ਼ ਹੈ। ਤੇ ਮੈਂ ਇਹਨਾਂ ਸਾਰਿਆਂ ਦਾ ਦੁਬਾਰਾ ਸ਼ੁਕਰੀਆ ਅਦਾ ਕਰਨਾ। ਨਸਰ ਮਲਕ ਸਾਹਿਬ ਦਾ ਸ਼ੁਰੂ ਤੋਂ ਮੇਰੇ ਸਪੋਰਟਰ ਔਰ ਮੇਰੇ ਸਮਝੋ ਕਿ ਰਹਿਨੁਮਾ ਰਹੇ ਨੇ, ਤਾਰਿਕ ਅਬਰਾਰ ਸਾਹਿਬ ਦਾ ਬੇਹੱਦ ਸ਼ੁਕਰੀਆ, ਆਪਣੀ ਭੈਣ ਨਬੀਲਾ ਰਹਿਮਾਨ ਸਾਹਿਬਾ, ਉਹਨਾਂ ਦਾ ਸ਼ੁਕਰੀਆ, ਅਨੀਸ ਸਾਹਿਬ ਦਾ, ਔਰ ਤੁਹਾਡਾ ਬਹੁਤ ਜ਼ਿਆਦਾ ਸ਼ੁਕਰੀਆ ਕਿ ਅੱਜ ਦੇ ਤੁਹਾਡੀ ਇਸ ਪ੍ਰੋਗਰਾਮ ਦੀ ਵਜ੍ਹਾ ਨਾਲ ਮਾਂ ਬੋਲੀ ਦੇ ਵੀ ਗੱਲ ਕਰਨ ਦਾ ਮੌਕਾ ਮਿਲਿਆ, ਔਰ ਇਸ ਕਿਤਾਬ ਨੂੰ ਮਜ਼ੀਦ ਲੋਕ ਜਾਣਨਗੇ। ਔਰ ਬਹੁਤ ਸਾਰੇ ਲੋਕ ਵਿੱਚ ਸਲਾਮ ਵੀ ਕਹਿ ਰਹੇ ਨੇ, ਡੈਨਮਾਰਕ ਤੋਂ ਜਨਾਬ ਜ਼ਫਰ ਅਵਾਨ ਸਾਹਿਬ, ਪੰਜਾਬੀ ਦੇ ਬਹੁਤ ਬੜੇ ਸ਼ਾਇਰ ਸਾਡੇ ਸਿਆਲਕੋਟ ਦੇ ਨੇ, ਉਹ ਵੀ ਸਲਾਮ ਕਹਿ ਰਹੇ, ਉਹਨਾਂ ਦਾ ਵੀ ਬਹੁਤ ਸ਼ੁਕਰੀਆ। ਤੇ ਮੈਂ ਜਨਾਬ ਇਹ ਗੱਲ ਕਹਿਣਾ ਜੀ, ਮੁਸ਼ਤਾਕ ਚੌਧਰੀ ਸਾਹਿਬ ਹਨ, ਉਹ ਸਲਾਮ ਕਹਿ ਰਹੇ ਹਨ, ਜ਼ਹੀਰ ਅਹਿਮਦ ਸਾਹਿਬ ਸਲਾਮ ਕਹਿ ਰਹੇ ਹਨ, ਮੁਸ਼ਤਾਕ ਕਮਰ ਸਾਹਿਬ ਹਨ। ਮੁਸ਼ਤਾਕ ਕਮਰ ਸਾਹਿਬ ਤੇ ਇਨਸ਼ਾਅੱਲਾ ਡਾਕਟਰ ਸਾਹਿਬ ਤੁਸੀਂ, ਮੈਂ ਉਹਨਾਂ ਨਾਲ ਵੀ ਗੱਲ ਕਰਾਂਗਾ, ਉਹ ਭੁਲੇਖਾ ਨਿਊਜ਼ ਹੈ ਉਹਦੇ ਵੀ ਉਹ ਹਨ, ਔਰ ਰੇਡੀਓ FM ਦੇ ਉੱਤੇ ਵੀ ਬੜੇ ਅੱਛੇ ਆਰਜੇ ਹਨ, ਔਰ ਬਹੁਤ ਖੂਬਸੂਰਤ ਸ਼ਾਇਰ, ਔਰ ਇੱਕ ਪੰਜਾਬੀ ਦੀ ਅਦਬੀ ਤਨਜ਼ੀਮ ਦੇ ਚੇਅਰਮੈਨ ਵੀ ਹਨ, ਤੇ ਬੜਾ ਕੁਝ ਕੰਮ ਕਰ ਰਹੇ ਹਨ, ਤੇ ਉਹਨਾਂ ਦੀ ਤਰਫੋਂ ਵੀ ਬੜੀ ਐਪਰੀਸੀਏਸ਼ਨ ਆਈ ਹੈ। ਤੇ ਜਾਣਿਆ ਮੈਂ ਜਿਹੜਾ ਤਾਰਿਕ ਅਬਰਾਰ ਸਾਹਿਬ, ਤੁਸੀਂ ਇਹ ਦੱਸੋ ਕਿ ਇਹ ਤੁਹਾਡੇ ਨੁਕਤੇ ਨਜ਼ਰ ਦੇ ਵਿੱਚ ਇਹ ਕਿਤਾਬ ਜਿਹੜੀ ਹੈ, ਬੜਾ ਮੁਖਤਸਰ ਜਵਾਬ ਦੇਣਾ ਹੈ ਕਿ ਇਸ ਕਿਤਾਬ ਦਾ ਲੋਕਾਂ ਦੇ ਘਰ ਦੇ ਵਿੱਚ ਹੋਣਾ ਕਿਉਂ ਜ਼ਰੂਰੀ ਹੈ? ਸ਼ੁਕਰੀਆ ਸੁਹੇਲ ਸਾਹਿਬ, ਤੁਸੀਂ ਨੇ ਮੌਕਾ ਦਿੱਤਾ। ਵੇਲੇ ਦੀ ਕਮੀ ਹੈ। ਮੈਂ ਇਹ ਕਹਿਣਾ ਚਾਹਾਂਗਾ ਕਿ ਇਸ ਕਿਤਾਬ ਦੀ ਬਹੁਤ ਜ਼ਿਆਦਾ ਅਹਿਮੀਅਤ ਹੈ। ਬਹੁਤ ਜ਼ਿਆਦਾ ਅਹਿਮੀਅਤ ਇਸ ਗੱਲ ਨੂੰ ਹੈ ਕਿ ਅੱਜ ਜਿਹੜਾ ਮੁਆਸ਼ਰੇ ਵਿੱਚ ਵਿਗਾੜ ਬਹੁਤ ਜ਼ਿਆਦਾ ਹੈ, ਔਰ ਬੱਚਿਆਂ ਨੂੰ ਸਮਝ ਨਹੀਂ ਆਉਂਦੀ ਕਿ ਉਹਨਾਂ ਨੂੰ ਕੀ ਕਰਨਾ ਚਾਹੀਦਾ। ਔਰ ਬੱਚਿਆਂ ਦੇ ਜਿਹੜੇ ਸਵਾਲ ਹੁੰਦੇ ਨੇ ਉਹ ਬੜੇ ਮਾਸੂਮਾਨੇ ਹੁੰਦੇ, ਉਹਨਾਂ ਨੂੰ ਕਈ ਵਾਰ ਜਿਹੜੇ ਨਾ ਬੜੇ ਵਡੇਰੇ ਵੀ ਉਹ ਕਰ ਨਹੀਂ ਸਕਦੇ, ਗਾਈਡ ਨਹੀਂ ਕਰ ਸਕਦੇ। ਉਸ ਜਵਾਬ ਬੜੇ ਅਜੀਬ ਸਵਾਲ ਹੁੰਦੇ, ਉਹਨਾਂ ਦਾ ਜਵਾਬ ਇਹਦੇ ਵਿੱਚੋਂ ਇਤਨੇ ਬਿਹਤਰ ਅੰਦਾਜ਼ ਨਾਲ ਆਰਿਫ ਸਾਹਿਬ ਨੇ ਦਿੱਤਾ ਹੈ, ਤਾਂ ਮੈਨੂੰ ਲੱਗਦਾ ਹੈ ਕਿ ਜ਼ਹਿਨ ਸਾਜ਼ੀ ਕਰਨ ਵਾਸਤੇ ਇਹ ਕਿਤਾਬ ਬੜੀ ਅਹਿਮੀਅਤ ਰੱਖਦੀ ਹੈ। ਤਾਂ ਔਰ ਇਹਦੀ ਅਹਿਮੀਅਤ ਦਾ ਅੰਦਾਜ਼ਾ ਤੁਸੀਂ ਲਾ ਸਕਦੇ ਹੋ ਕਿ 18 ਜ਼ਬਾਨਾਂ ਤੋਂ ਵਿੱਚ ਤਰਜਮਾ ਹੋ ਚੁੱਕੀ ਹੈ,
और इत्थे जेह्ड़ी गोजरी विच मैं छपवाई है इत्थों, तो इतना ज़्यादा प्यार मिलेआ सानू, इतना मतलब मैं सर्कुलेट करना ते बड़े लोग खुश होंदे हैं। और मैनू के इवन के मदरसियां दे जेह्ड़े मदरसियां विच जेह्ड़े उस्ताद ने, उन्हां ने राबता कीता कि इन्हां नू असी कुछ कोशिश करके हर मदरसे धोड़ी पहुंचाइए। उस तो अंदाजा असी ला सकने आ कि ਜਿਹੜੀ ਇਸਲਾਮੀਆਤ ਦੀ ਕਿਤਾਬਾਂ ਨੇ, ਉਹਨਾਂ ਦੇ ਵਿੱਚ ਤਾਂ ਜ਼ਾਹਿਰ ਹੈ ਬਹੁਤ ਸਾਰੀ ਚੀਜ਼ਾਂ ਦੱਸੀਆਂ ਗਈਆਂ ਨੇ, ਜਿਸ ਤਰ੍ਹਾਂ ਹਜ਼ੂਰ ਪਾਕ ਸੱਲੱਲਾਹੁ ਅਲੈहि ਵਸੱਲਮ ਕੌਣ ਨੇ, ਕਿਉਂ ਮਿਸਾਲੀ ਸ਼ਖਸੀਅਤ ਨੇ, ਈਮਾਨ ਦਾ ਕੀ ਹੈ, ਮਫਹੂਮ ਕੀ ਹੈ। ਲੇਕਿਨ ਜਿਸ ਅੰਦਾਜ਼ ਵਿੱਚ ਇਹਨਾਂ ਨੂੰ ਲਿਖਿਆ ਗਿਆ ਹੈ, ਤਾਰਿਕ ਬਰਾੜ ਸਾਹਿਬ, ਮੈਨੂੰ ਲੱਗਦਾ ਹੈ ਕਿ ਤੁਹਾਡੇ ਨਾਲ ਰਾਬਤਾ ਸਾਡਾ ਜਿਹੜਾ ਉਹ ਕਟਿਆ ਗਿਆ। ਮੈਂ ਇਸੇ ਜਿਹੜਾ ਉਹ ਆਪਣਾ ਨਸਰ ਮਲਕ ਸਾਹਿਬ ਨੂੰ ਐਡ ਕਰਦਾ, ਅਗਰ ਉਹਨਾਂ ਤੱਕ ਸਾਡੀ ਆਵਾਜ਼ ਪਹੁੰਚਦੀ ਹੈ ਤਾਂ 1 ਮਿੰਟ ਦੇ ਵਿੱਚ। ਜੀ अस्सलाम वालेकुम मलिक साहब। मलिक साहब आवाज आ रही है ਤੁਹਾਡੇ ਤੱਕ? जी आवाज आ रही है। तो मैं मलिक सिर्फ हुणे इन्ना करना चाहना वा जी जी कि जनाब डॉक्टर आरिफ किसाना साहब, रब तुहाडी इस किताब नूं होर भी मकबूल आम करे। तुसां मुस्तकबिल दे बच्चों की रहनुमाई दे वास्ते ये जिहड़ा काम कीता है, ये साडे सारिਆਂ दे वास्ते काबिल फखर है। और इहदे नाल ही मैं ये चाहांगा कि अज पंजाबी जुबान का पाकिस्तान दे विच भी दिन मनाया जा रहा है और दूसरी जगह के उत्ते भी मादरी जुबान का दिन मनाया जा रहा है। लेकिन स्टॉकहोल्म तो जिहड़ी आवाज़ उठी है पंजाबियों के वास्ते, वो सुनो और उहदे ते अमल करो। और इस किताब नूं हर घर दे विच होना चाहिए है, ताकि बच्चे जिहड़े ने साडे वो उस सिरात मुस्तकीम दे उत्ते चलदे रहन, जिहदे वास्ते साडीआं जिंदगियां जिहड़ियां ने वो हमेशा तो मुतारक रहिंदियां ने। इहदे नाल ही मैं अपने सारे वीरां दे कोलों इजाजत चाहांगा और रब खैर रखे ते फिर किसी महफल दे विच शामिल होवांगे। और डॉक्टर साहब तुहानूं एक बारी फिर इस किताब दे उत्ते मुबारकबाद होवे। बहुत बहुत शुक्रिया जी, बहुत शुक्रिया जी, बहुत शुक्रिया। अच्छा डॉक्टर साहब, मैं जाने अनीस मलक साहब नो ਉਹਨਾਂ ਕੋਲੋਂ ਆਖਰੀ ਕਲਮਾਤ ਉਹਨਾਂ ਦੇ ਵੀ ਜਿਹੜੇ ਹਨ ਉਸ ਕਿਤਾਬ ਦੇ ਬਾਰੇ ਸੁਣ ਲਈਏ। जी बिल्कुल, अनीस साहब बहुत जरूरी ने और माशाल्लाह जितने अच्छे शायर ने, लिखारी ने, पब्लिशर ने, इतने ही नफीस इंसान। मतलब तुसी अगर उन्हां नाल गुफ्तगू करोगे, मिलोगे, इंतहाई पोलाइट। अस्सलाम वालेकुम जी, ਦੁਬਾਰਾ ਤੁਹਾਡੇ ਨਾਲ ਸਾਡਾ ਰਾਬਤਾ WhatsApp ਦੇ ਉੱਤੇ ਹੋ ਗਿਆ ਜੀ। ਤੇ ਤੁਸੀਂ ਜਾਣਿਆ ਜਿਹੜਾ ਨਾ, ਹੁਣ ਅਸੀਂ ਇਖਤਤਾਮੀ ਲਮਹਾਤ ਦੇ ਵਿੱਚ ਆ। ਅਸਲ 'ਚੋਂ ਦਿਲ ਤਾਂ ਬੜਾ ਕਰ ਰਿਹਾ ਸੀ ਕਿ ਮਜ਼ੀਦ ਇਸ ਕਿਤਾਬ ਦੇ ਉੱਤੇ ਗੱਲ ਕੀਤੀ ਜਾਏ। ਉਹਦੀ ਵਜ੍ਹਾ ਇਹ ਹੈ ਕਿ ਇਹ ਕਿਤਾਬ ਹੈ ਹੀ ਬੜੀ ਖੂਬਸੂਰਤ। ਇਹਦੇ ਅਜੇ ਅਸੀਂ ਆਖਰੀ ਇਖਤਤਾਮੀ ਸੈਸ਼ਨ ਦੇ ਵਿੱਚ ਮੈਂ ਇਹਦੇ ਟੌਪਿਕ ਦੇ ਉੱਤੇ ਲੋਕਾਂ ਨੂੰ ਜ਼ਰੂਰ ਦੱਸਾਂਗਾ, ਤਾਂ ਕਿ ਉਹਨਾਂ ਨੂੰ ਪਤਾ ਚੱਲੇ ਕਿ ਕਿਤਾਬ ਦੇ ਵਿੱਚ ਹੈ ਕੀ। ਤੁਸੀਂ ਇਹ ਦੱਸੋ ਕਿ ਤੁਸੀਂ ਬੜਾ ਇਖਤਸਾਰ ਦੇ ਵਿੱਚ ਤੁਸੀਂ ਜਵਾਬ ਦੇਣਾ ਜੀ ਕਿ इस किताब का लोगों के घर दे विच होना क्यों जरूरी है? सुहेल साहब, इसकी दो वजह ने। पहली वजह तो यह कि साडा जिहड़ा ना दीन अखलाक सिखांदा है जी, और आप सल्लल्लाहु अलैहि वसल्लम ने फरमाया कि सब तो अच्छा बंदा वो है जिहदे अखलाक अच्छे ने। ते अखलाक जिहड़ा ना वो साडा दीन दा लाजमी जुज़ है और ये अखलाक सुधार कहानियां ने। और इहदे च किसाना साहब ने इन्नी खूबसूरती नाल किरदार बना के इस्लामी गल्लां दसियां ने कि वो सारियां अखलाक और तालीम वास्ते ही कहानियां है ने। दूसरी वजह है कि माँ बोली जिहड़ी है वो साडी घरां चों मुकदी जा रही है। जिस वेले किताब मौजूद होएगी तो कोई ना कोई बच्चा इन्हूं हथ लाएगा और माँ बोली जिहड़ी है ना वो साडी जिंदा रहेगी। दुनिया दी 9वीं वड्डी जुबान है, सारी दुनिया दे विच बोली भी जाती है, लेकिन हौली हौली लोग जिहड़े ने उर्दू ते आए ने, फिर हुण अंग्रेजी ते आ गए ने पाकिस्तान च भी। ते ये दोनों चीज़ां वास्ते किताब जिहड़ी है ना ये बहुत अहम है। पहले तो अखलाक की तामीर वास्ते, इस्लाम की तामीर वास्ते, इंसान की तालीम की तामीर वास्ते, और दूसरा जिहड़ा ना माँ बोली जिहड़ी है वो इहदे नाल जिहड़ी है वो जिथे भी ये किताब मौजूद होएगी उत्थे माँ बोली किसी ना किसी हवाले नाल जरूर बोली जाएगी। बहुत बहुत शुक्रिया अनीस अहमद साहब। इंशाअल्लाह तुहाडे नाल बहुत जल्द राबता करांगे। एक तुहाडे नाल तुहाडी पब्लिशिंग और तुहाडी शायरी दे उत्ते एक बकायदा प्रोग्राम करांगे। उहदी वजह है कि बीइंग अ शायर तुसी अगर पंजाबी टाक च नहीं होगे फिर पंजाबी टाक दा जिहड़ा ना वो सीक्वेंस कंप्लीट नहीं होएगा। इंशाअल्लाह असीं तुहाडे नाल किस दिन सोलो जिहड़ा एक एपीसोड करांगे एक दूजे दे नाल। उस टाइम तक दा बहुत बहुत शुक्रिया जी। अनीस साहब बहुत बहुत शुक्रिया।
बहुत बहुत शुक्रिया जी अमीर साहब, बड़ी मेहरबानी, बड़ी मोहब्बत है। अल्लाह ताला तुहानू सलामत रखे। मोहब्बत जनाब किसाना साहब, अल्लाह खुश रखे तुहानू जनाब। जी डॉक्टर साहब इख्तितामी लम्हात हैं और ਜਿਹੜਾ ਉਹ ਤਾਰਿਕ ਬਰਾੜ ਸਾਹਿਬ, ਮੈਂ ਮਾਜ਼ਰਤ ਖਾਂ ਕਿ ਤੁਸੀਂ ਇਸ ਟਾਈਮ ਬੈਕ ਸਕਰੀਨ ਤੇ ਸਾਨੂੰ ਨਜ਼ਰ ਆ ਰਹੇ ਹੋ, ਲੇਕਿਨ ਅਸੀਂ ਹੁਣ ਪ੍ਰੋਗਰਾਮ ਨੂੰ ਬਿਲਕੁਲ ਖਤਮ ਕਰਨ ਜਾ ਰਹੇ ਹਾਂ, ਕਿਉਂਕਿ ਉਹਦੀ ਵਜ੍ਹਾ ਇਹ ਹੈ ਕਿ ਮੈਂ ਡਾਕਟਰ ਸਾਹਿਬ ਕੋਲੋਂ 1 ਮਿੰਟ ਡਾਕਟਰ ਸਾਹਿਬ ਨੂੰ ਦਿਆਂਗਾ, 1 ਜਾਂ 2 ਮਿੰਟ, ਔਰ 1-2 ਮਿੰਟ ਜਿਹੜਾ ਉਹ ਮੈਂ ਖੁਦ ਯੂਜ਼ ਕਰਾਂਗਾ, ਕਿਉਂਕਿ ਕੱਲ ਮਾਂ ਬੋਲੀ ਦਾ ਆਲਮੀ ਦਿਨ ਹੈ। ਤੇ ਮੈਂ ਥੋੜੇ ਡਾਕਟਰ ਸਾਹਿਬ ਤੋਂ ਜਾਣ ਤੋਂ ਪਹਿਲੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਕਿਤਾਬ ਕਿਉਂ ਹੋਣੀ ਚਾਹੀਦੀ ਹੈ ਤੁਹਾਡੇ ਘਰ ਦੇ ਵਿੱਚ। ਇਸ ਕਿਤਾਬ ਦੇ ਵਿੱਚ ਐਸੇ ਸਵਾਲਾਤ ਹਨ ਜਿਨ੍ਹਾਂ ਦਾ ਖੋਜ ਜਿਹੜਾ ਉਹ ਵੱਡੇ ਵੀ ਢੂੰਡਣ ਦੀ ਕੋਸ਼ਿਸ਼ ਕਰ ਰਹੇ ਨੇ, ਸਿਰਫ ਬੱਚੇ ਹੀ ਨਹੀਂ, ਬਾਲ ਨਹੀਂ। ਤੇ ਇਹ ਰਿਵਾਈਵਲ ਹੋਏਗਾ ਤੁਹਾਡੇ ਆਪਣੇ ਨੌਲੇਜ ਦਾ। ਇਹ ਜਿਹੜੇ ਤੁਸੀਂ ਖੁਦ ਪੜ੍ਹੋਗੇ, ਫਿਰ ਬੱਚਿਆਂ ਨੂੰ ਦੱਸੋਗੇ ਤਾਂ ਤੁਹਾਨੂੰ ਖੁਦ ਵੀ ਪਤਾ ਚੱਲੇਗਾ ਕਿ ਅਸੀਂ ਜਿਹੜੇ ਸਵਾਲਾਤ ਹਨ ਕਿ ਮੁਸਲਮਾਨ ਕਿਉਂ ਆ, ਈਮਾਨ ਕਿਸ ਨੂੰ ਆਖਦੇ ਨੇ, ਅੱਲਾ ਤੇ ਇਨਸਾਨਾਂ ਦੇ ਕਾਨੂੰਨ 'ਚ ਫਰਕ ਕੀ ਹੈ। ਇਸੇ ਤਰ੍ਹਾਂ ਇਹਦੇ 'ਚ 19 ਮੁਖਤਲਿਫ ਸਵਾਲਾਤ ਨੂੰ ਕਹਾਣੀਆਂ ਦੀ ਸੂਰਤ ਦੇ ਵਿੱਚ ਜਿਹੜਾ ਹੈ ਉਹ ਡਾਕਟਰ ਸਾਹਿਬ ਨੇ ਜਗ੍ਹਾ ਦਿੱਤੀ ਹੈ। ਤੇ ਜਾਣਿਆ ਮੈਂ ਤੁਹਾਨੂੰ ਦੱਸਦਾ ਜਾਵਾਂ ਕਿ ਅੱਜ ਦਾ ਦੌਰ ਜਿਹੜਾ ਹੈ ਉਹ ਜ਼ੁਬਾਨਾਂ ਦਾ ਇੱਕ ਦੂਜੇ ਦੇ ਉੱਤੇ ਗਲਬਾ ਕਰਨ ਦਾ ਦੌਰ ਹੈ, ਸਕਾਫਤਾਂ ਦਾ ਇੱਕ ਦੂਜੇ ਤੇ ਗਲਬਾ ਕਰਨ ਦਾ ਦੌਰ ਹੈ, ਔਰ ਇਹ ਬੜਾ ਨਾਰਮਲ ਹੈ। ਦੇਖ ਰਹੇ ਹੋਗੇ ਮਾਸ਼ਰਤੀ ਤਬਦੀਲੀਆਂ ਆਈ ਜਾ ਰਹੀਆਂ ਹਨ ਪੂਰੀ ਦੁਨੀਆ ਦੇ ਵਿੱਚ। ਮੈਂ ਉਰਦੂ ਦੇ ਨਾਲ ਬਹੁਤ ਮੁਹੱਬਤ ਕਰਦਾ। ਉਰਦੂ ਮੇਰੀ ਜਿਹੜਾ ਉਹ ਮੇਰਾ ਮੁਲਕ ਦਾ ਝੂਮਰ ਹੈ। ਮੈਂ ਉਰਦੂ ਦੀ ਸ਼ਾਇਰੀ ਕਰਦਾ। ਮੇਰਾ ਉਰਦੂ ਦਾ ਔਰ ਪੰਜਾਬੀ ਦਾ ਮੁਕਾਬਲਾ ਮੈਂ ਬਿਲਕੁਲ ਕਦੇ ਨਹੀਂ ਕੀਤਾ, ਲੇਕਿਨ ਪੰਜਾਬੀ ਦੇ ਹੱਕ ਦੇ ਵਿੱਚ ਮੈਂ ਇਹਦੇ ਲਈ ਬੋਲਦਾ ਕਿ ਇਸ ਤਰ੍ਹਾਂ ਨਾ ਹੋਏ ਕਿ ਅਗਲੇ 20, 25 ਜਾਂ 30 ਸਾਲਾਂ ਦੇ ਵਿੱਚ ਉਰਦੂ ਔਰ ਅੰਗਰੇਜ਼ੀ ਦਾ ਇਤਨਾ ਗਲਬਾ ਹੋ ਜਾਏ ਇਸ ਜ਼ੁਬਾਨ ਦੇ ਉੱਤੇ ਕਿ ਇਹ ਜ਼ੁਬਾਨ ਆਪਣੇ ਅਸਲੀ ਲਫ਼ਜ਼ ਹੀ ਖਤਮ ਹੋ ਜਾਣ। ਅੱਜ ਮੈਂ ਡਾਕਟਰ ਸਾਹਿਬ ਕਈ ਐਸੇ ਲੋਕ ਜਿਹੜੇ ਬੋਲਦੇ ਹੋਵਾਂਗੇ ਤੇ ਅਸੀਂ ਕਈ ਲਫ਼ਜ਼ ਜਿਹੜੇ ਹਨ ਉਹ ਅੰਗਰੇਜ਼ੀ ਤੇ ਉਰਦੂ ਦੇ ਪੰਜਾਬੀ ਦੇ ਵਿੱਚ ਇਸਤੇਮਾਲ ਕਰਦੇ ਹਾਂ। ਅੱਜ ਇਹ ਹਾਲਤ ਹੈ ਤੇ ਅਗਲੇ 25, 30, 50 ਸਾਲਾਂ ਤੋਂ ਬਾਅਦ ਹੋ ਸਕਦਾ ਹੈ ਬਿਲਕੁਲ ਹੀ ਜਿਹੜਾ ਹੈ ਨਾ ਇਹ ਚੀਜ਼ ਜਿਹੜੀ ਹੈ ਉਹ ਪੂਰੀ ਗਾਲਬ ਜ਼ੁਬਾਨਾਂ ਦੂਸਰੀਆਂ ਆ ਜਾਣ। ਲਿਹਾਜ਼ਾ ਅਸੀਂ ਚਾਹੁੰਦੇ ਹਾਂ, ਮੇਰੇ ਜੇ ਲੋਕ ਨੌਜਵਾਨ ਜਾਂ ਜਿਹੜੇ ਦੂਸਰੇ ਲੋਕ ਹਨ ਉਹ ਚਾਹੁੰਦੇ ਨੇ ਕਿ ਜ਼ੁਬਾਨ ਪੰਜਾਬੀ ਜ਼ੁਬਾਨ ਦਾ ਪੈਰਲਰ ਜਿਹੜਾ ਉਰਦੂ ਦੇ ਬਿਲਕੁਲ ਮੁਤਵਾਜ਼ੀ ਰਵੇ। ਉਰਦੂ ਸਾਡੇ ਅੱਗੇ ਬੇਸ਼ੱਕ ਰਵੇ, ਲੇਕਿਨ ਉਹਦੇ ਨਾਲ ਇਹਦਾ ਵਜੂਦ ਜ਼ਰੂਰ ਰਹਿਣਾ ਚਾਹੀਦਾ ਹੈ ਤਾਂ ਕਿ ਅਸੀਂ ਪੰਜਾਬੀ ਆਪਣੀ ਜ਼ੁਬਾਨ ਨੂੰ ਜਿਹੜਾ ਉਹ ਬਾਅਦ ਚੋਂ ਵੀ ਵੇਖ ਸਕੀਏ ਔਰ ਮਹਿਸੂਸ ਕਰ ਸਕੀਏ। ਜੀ ਡਾਕਟਰ ਸਾਹਿਬ ਜੀ, ਬੜੀ ਖੂਬਸੂਰਤ ਗੱਲ ਤੁਸੀਂ ਕਹੀ ਹੈ। ਅਸਲ ਇਹ ਮੁਕਾਬਲਾ ਨਹੀਂ ਹੁੰਦਾ ਕਿ ਅਗਰ ਅਸੀਂ ਪੰਜਾਬੀ ਬੋਲੀਏ ਤੇ ਅਸੀਂ ਉਰਦੂ ਨੂੰ ਥੱਲੇ ਕਰ ਰਹੇ ਹਾਂ, ਜਾਂ ਅਗਰ ਅਸੀਂ ਉਰਦੂ ਬੋਲੀ ਤੇ ਪੰਜਾਬੀ ਬੋਲਣੀ ਨਹੀਂ। ਇਹ ਸਾਰੀਆਂ ਜ਼ਬਾਨਾਂ, ਅੰਗਰੇਜ਼ੀ ਵੀ ਸਾਡੀ ਜ਼ਰੂਰਤ ਹੈ, ਉਰਦੂ ਵੀ ਜ਼ਰੂਰਤ ਹੈ, ਪੰਜਾਬੀ ਵੀ, ਔਰ ਅਰਬੀ ਅਸੀਂ ਕੁਰਾਨ ਸ਼ਰੀਫ ਪੜ੍ਹਨੇ ਔਰ ਦੁਨੀਆ ਦੇ ਬਹੁਤ ਸਾਰੇ ਮੁਲਕਾਂ 'ਚ 2-2, 3-3 ਜ਼ਬਾਨਾਂ ਚੱਲਦੀਆਂ ਨੇ। ਤੇ ਇਹਨੂੰ ਇਸਾ ਮੁਕਾਬਲੇਬਾਜ਼ੀ ਨਹੀਂ ਜਿਸ ਤਰ੍ਹਾਂ ਸਾਡੇ ਲੋਕ ਪਸ਼ਤੋ ਬੋਲਦੇ ਨੇ, ਉਰਦੂ ਵੀ ਬੋਲ ਰਹੇ ਨੇ, ਸਿੰਧੀ ਬੋਲਦੇ ਨੇ। ਇੱਕ ਤੇ ਇਹ ਚੀਜ਼ ਹੈ। ਦੂਸਰੀ ਚੀਜ਼ ਹੈ ਕਿ ਬਿਲਕੁਲ ਅਸੀਂ ਮਾਂ ਬੋਲੀ ਅਗਰ ਅਸੀਂ ਨਹੀਂ ਬੋਲਾਂਗੇ, ਅਸੀਂ ਇਹਨੂੰ ਛੱਡ ਦਾਂਗੇ ਤੇ ਕੁਝ ਅਰਸੇ ਬਾਅਦ ਦੁਨੀਆ, ਤੁਹਾਨੂੰ ਪਤਾ, ਬਹੁਤ ਸਾਰੀਆਂ ਜ਼ਬਾਨਾਂ ਖਤਮ ਹੋ ਰਹੀਆਂ ਨੇ ਤੇ ਇਹ ਥੱਲੇ ਜਾਂਦੀ ਜਾਏਗੀ। ਫਿਰ ਯਾਨੀ ਇੱਕ ਜ਼ਬਾਨ ਉਦੋਂ ਹੋਏਗੀ ਜਦੋਂ ਉਹਦਾ ਲਿਟਰੇਚਰ ਪੜ੍ਹਿਆ ਜਾਏਗਾ, ਜਦੋਂ ਕਿਤਾਬ ਵਿੱਚ ਛਪੇਗੀ। ਜਦੋਂ ਉਹਦਾ ਲਿਟਰੇਚਰ ਛਪਣਾ ਪੜ੍ਹਨਾ ਬੰਦ ਹੋ ਜਾਏਗਾ, ਫਿਰ ਉਹ ਬੋਲੀ ਤੇ ਆ ਜਾਏਗੀ। ਬੋਲੀ ਦਾ ਸਟੈਪ ਥੱਲੇ ਹੁੰਦਾ ਤੇ ਅਸੀਂ ਪੰਜਾਬੀ ਨੂੰ ਜ਼ਬਾਨ ਬਣਾਈਏ, ਬੋਲੀ ਨਾ ਬਣਾਈਏ। ਠੀਕ ਹੈ। ਔਰ ਇਹ ਜਿਹੜੀ ਕਿਤਾਬ ਦਾ ਪੰਜਾਬੀ ਤਰਜਮਾ ਛਪਿਆ, ਜਿਹੜੇ ਪੰਜਾਬੀ ਬੋਲਣ ਵਾਲੇ ਨੇ, ਮਤਲਬ ਅਗਰ ਉਹਨਾਂ ਨੂੰ ਪੰਜਾਬੀ ਨਾਲ ਮੁਹੱਬਤ ਹੈ ਤੇ ਉਹਨਾਂ ਨੂੰ ਕਮ ਸੇ ਕਮ ਇਹ ਕਿਤਾਬ ਜ਼ਰੂਰ ਲੈਣੀ ਚਾਹੀਦੀ ਹੈ, ਪੜ੍ਹਨੀ ਚਾਹੀਦੀ ਹੈ, ਬੱਚਿਆਂ ਨੂੰ ਸੁਣਾਉਣੀ ਚਾਹੀਦੀ ਹੈ। ਮੇਰਾ ਮਤਲਬ ਕੋਈ ਮਾਰਕੀਟਿੰਗ ਨਹੀਂ, ਮੇਰਾ ਮਤਲਬ ਹੈਗਾ ਕਿ ਇੱਕ ਐਪਰੀਸੀਏਸ਼ਨ, ਕਿਉਂਕਿ ਇਹ ਮੇਰੀ ਪਹਿਲੀ ਕਿਤਾਬ ਦਾ ਤਰਜਮਾ ਪੰਜਾਬੀ ਦਾ ਛਪਿਆ। ਤੁਹਾਨੂੰ ਪਤਾ ਮੈਂ ਬੱਚਿਆਂ ਦੀ ਇੱਕ ਦੂਸਰੀ ਕਿਤਾਬ ਵੀ ਲਿਖੀ ਹੈ, ਸਬਕ ਅਮੋਜ਼ ਕਹਾਣੀਆਂ ਨੰਬਰ 2, ਜਿਹੜੀ ਨੈਸ਼ਨਲ ਬੁੱਕ ਫਾਊਂਡੇਸ਼ਨ ਨੇ ਛਾਪੀ ਹੈ। ਉਹਦਾ 4 ਜ਼ਬਾਨਾਂ 'ਚ ਤਰਜਮਾ ਹੋ ਚੁੱਕਿਆ ਹੈ, ਅੰਗਰੇਜ਼ੀ 'ਚ, ਫਾਰਸੀ 'ਚ, ਅਰਬੀ 'ਚ ਔਰ ਫ੍ਰੈਂਚ ਵਿੱਚ। ਅਗਰ ਪੰਜਾਬੀ ਜ਼ਬਾਨ ਦੇ ਤਰਜਮੇ ਨੂੰ ਲੋਕਾਂ ਨੇ ਸਰਾਇਆ ਤੇ ਫਿਰ ਮੈਂ ਦੂਸਰੀ ਕਿਤਾਬ ਦਾ ਵੀ ਪੰਜਾਬੀ 'ਚ ਤਰਜਮਾ ਕਰਾਉਣ ਦੇ ਬਾਰੇ 'ਚ ਸੋਚ ਸਕਣਾ। ਲੇਕਿਨ ਅਗਰ ਪਹਿਲਾਂ ਹੀ ਇੰਨੀ ਜ਼ਿਆਦਾ ਨਾ ਹੋਇਆ ਤੇ ਫਿਰ ਜ਼ਾਹਿਰ ਹੈ ਮੈਂ ਸੋਚਣਾ ਕਿ ਮੈਨੂੰ ਕੀ ਜ਼ਰੂਰਤ ਹੈ। ਤੇ ਇਹ ਹੁਣ ਤੁਹਾਡੇ ਲੋਕਾਂ ਦੇ ਵੀ ਕਿ ਤੁਸੀਂ ਕਿਸ ਤਰ੍ਹਾਂ ਦਾ ਮੈਨੂੰ ਰਿਸਪੌਂਸ ਦਿਓ। ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਬਹੁਤ ਮਜ਼ਾ ਆਇਆ। ਤਾਰਿਕ ਬਰਾੜ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਪ੍ਰੋਗਰਾਮ 'ਚ ਜੁੜੇ ਰਹਿਣ ਦਾ। ਤੁਸੀਂ ਕਿਉਂਕਿ ਬਹੁਤ ਦੂਰ ਤੋਂ ਸਾਡੇ ਨਾਲ ਜੁੜੇ ਸ਼ੁਕਰੀਆ ਸਰ, ਸ਼ੁਕਰੀਆ ਮੇਰੀ ਤਰਫੋਂ, ਮੇਰੀ ਵੱਲੋਂ ਸਾਰਿਆਂ ਨੂੰ ਸ਼ੁਕਰੀਆ ਬਹੁਤ ਬਹੁਤ ਜੀ। ਬਹੁਤ ਬਹੁਤ ਸ਼ੁਕਰੀਆ ਜੀ। ਅੱਲਾ ਹਾਫਿਜ਼। ਹੋ ਗਈ, ਅੱਲਾ ਹਾਫਿਜ਼।